ਦੁਨੀਆ ਭਰ ਦੇ ਵਿੱਚ ਜਿੰਨੇ ਵੀ ਪੰਜਾਬੀ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦਾ ਇਲਮ ਹੈਗਾ ਕਿ ਰਾਜਨੀਤੀ ਉਹਨਾਂ ਨੂੰ ਆਉਂਦੀ ਆ। ਉਹਨਾਂ ਨੂੰ ਲੱਗਦਾ ਕਿ ਰਾਜਨੀਤੀ ਦਾ ਊੜੇ ਤੋਂ ਲੈ ਕੇ ਡਾੜੇ ਤੱਕ ਉਹ ਸਾਰਾ ਕੁਝ ਜਾਣਦੇ ਆ। ਕੋਈ ਰੈਲੀ ਹੋ ਜਵੇ, ਉੱਥੇ ਇਕੱਠ ਕਿੰਨਾ ਸੀ, ਆਪਾਂ ਪਿੰਡ ਦੇ ਵਿੱਚ ਸੱਥ ਦੇ ਵਿੱਚ ਬੈਠੇ ਹੋਈਏ, ਕਿਸੇ ਨੇ ਕਹਿਣਾ 50,000 ਬੰਦਾ ਸੀ, ਦੂਜੇ ਐਵੇਂ ਹੀ ਲੱਖ ਬੰਦਾ ਸੀ, 7 ਕਿਲੋਮੀਟਰ ਤੱਕ ਤਾਂ ਟਰਾਲੀਆਂ ਰੁਕੀਆਂ ਸੀ, ਰਸ਼ ਪਤਾ ਕਿੰਨਾ ਸੀ, ਲੁਧਿਆਣੇ ਤੱਕ ਜਾਮ ਲੱਗਾ ਸੀ। ਰੋਡ ਸ਼ੋਅ ਦੇ ਵਿੱਚ ਸਭ ਤੋਂ ਮੋਹਰੇ ਮੋਟਰਸਾਈਕਲ ਮੇਰਾ ਸੀ, ਉਹਨੇ ਕਹਿਣਾ ਸਭ ਤੋਂ ਪਿੱਛੇ ਉੱਥੇ ਦੇਖਣ ਵਾਲਾ ਹੀ ਕੰਮ ਕਿੱਦਾਂ, ਕੌਣ ਜਿੱਤੂ ਕੌਣ ਹਾਰੂ, ਉਮੀਦਵਾਰ ਕੌਣ ਹੋਊ, ਟਿਕਟਾਂ ਕਿਹਨੇ ਵੰਡਣੀਆਂ, ਕਿਹਨੂੰ ਵੰਡਣੀਆਂ, ਸਰਕਾਰ ਕਿਹਦੀ ਬਣਨੀ ਹੈ, ਸਰਕਾਰ ਚੰਗੀ ਚੱਲਦੀ ਹੈ ਜਾਂ ਮਾੜੀ ਚੱਲਦੀ ਹੈ। ਸਾਰੇ ਪੰਜਾਬੀ ਇੱਕ ਦੂਜੇ ਤੋਂ ਅੱਗੇ ਵੱਧ ਕੇ ਟਿੱਪਣੀਆਂ ਦਿੰਦੇ ਹੁੰਦੇ ਕਿ ਅਸੀਂ ਪਿੰਡਾਂ 'ਚ ਸਿਰ ਪਾੜਦੀ ਦੇ ਇੱਕ ਦੂਜੇ ਦੇ। ਇਸ ਗੱਲ ਨੂੰ ਸਾਬਿਤ ਕਰਦੇ ਆ ਕਿ ਮੇਰੇ ਤੋਂ ਵੱਧ ਰਾਜਨੀਤੀ ਕੌਣ ਜਾਣਦਾ। ਉਹ ਵੱਖਰੀ ਗੱਲ ਆ ਕਿ ਸਾਡੇ ਪੰਜਾਬ ਦੇ ਮੁੱਦੇ ਦੇ ਉੱਥੇ ਖੜੇ ਆ। ਪਤਾ ਨਹੀਂ ਸਾਨੂੰ ਵਹਿਮ ਹੈ, ਸਾਨੂੰ ਭੁਲੇਖਾ ਹੈ ਕਿ ਰਾਜਨੀਤੀ ਨੂੰ ਅਸੀਂ ਜਾਣਦੇ ਹਾਂ, ਪਰ ਇਹ ਨਹੀਂ ਪਤਾ ਰਾਜਨੀਤੀ ਨੂੰ ਅਸੀਂ ਜਾਣਦੇ ਕਿ ਨਹੀਂ ਜਾਣਦੇ। ਪਰ ਲੀਡਰ ਸਾਡੀ ਮਾਨਸਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ, ਇਸ ਕਰਕੇ ਸਾਰੇ ਵਰਤੀ ਜਾਂਦੇ ਆ। ਪਰ ਅੱਜ ਸਾਡੇ ਤੁਹਾਡੇ 'ਚੋਂ ਨਹੀਂ, ਅੱਜ ਇੱਕ ਖਾਸ ਸ਼ਖਸੀਅਤ ਸਾਡੇ ਵਿਚਕਾਰ ਹੈ ਜਿਨ੍ਹਾਂ ਨੇ ਪੋਲੀਟੀਕਲ ਸਾਇੰਸ ਯਾਨੀ ਕਿ ਰਾਜਨੀਤੀ ਸ਼ਾਸਤਰ ਪੜ੍ਹੀ ਹੈ। ਰਾਜਨੀਤੀ ਸ਼ਾਸਤਰ 3 ਦਹਾਕੇ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਹੈ, ਯਾਨੀ ਕਿ ਉਹਨਾਂ ਨੇ ਪੋਲੀਟਿਕਸ ਪੜ੍ਹਾਈ ਹੈ। ਪੋਲੀਟਿਕਸ ਦੁਨੀਆ ਭਰ ਦੇ ਵਿੱਚ ਕਿਵੇਂ ਚੱਲਦੀ ਹੈ, ਭਾਰਤ 'ਚ ਕਿਵੇਂ ਚੱਲਦੀ ਹੈ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰਾਜਨੀਤਿਕ ਖਾਸਾ ਜਿਹੜਾ ਉਹ ਕਿੱਦਾਂ ਦਾ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੜ੍ਹੇ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਲੰਬਾ ਸਮਾਂ ਪੜ੍ਹਾਇਆ, ਡਿਪਾਰਟਮੈਂਟ ਦੇ ਹੈੱਡ ਰਹੇ ਨੇ ਰਾਜਨੀਤੀ ਸ਼ਾਸਤਰ ਦੇ। ਤੇ ਸੇਵਾ ਮੁਕਤੀ ਤੋਂ ਬਾਅਦ ਹੁਣ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਨੇ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ, ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਚੀਰਫਾੜ ਸੋਹਣੀ ਕਰਦੇ ਨੇ ਤੇ ਅੱਜ ਕਿਹੜੀਆਂ ਗੱਲਾਂ ਉਹਨਾਂ ਤੋਂ ਪੁੱਛਣੀਆਂ, ਆਪਾਂ ਨਾਲ ਚੱਲਦੇ ਜਾਣਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਮਿਨਿਸਟਰ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ, ਬੰਦੇ ਨੇ 33 ਸਾਲ ਪੜ੍ਹਾਇਆ ਹੋਵੇ, ਪਹਿਲਾਂ ਬਹੁਤ ਲੰਬਾ ਸਮਾਂ ਪੜ੍ਹਿਆ ਹੋਵੇ, ਪਿੰਡ ਦੇ ਵਿੱਚ ਤੁਸੀਂ ਜੰਮੇ ਪਲੇ, ਮੁੜ ਕੇ ਪੰਜਾਬ 'ਚ ਹੀ ਰਹੇ, ਪੰਜਾਬ ਦੇ ਉੱਤੇ ਰਿਸਰਚ ਕੀਤੀ, ਰਿਸਰਚ ਕਰਾਈ। ਇਹਦਾ ਮਤਲਬ ਹੈ ਕਿ ਜਿਹੜਾ ਆਮ ਬੰਦਾ ਸਮਝਦਾ ਹੁੰਦਾ ਕਿ ਮੈਨੂੰ ਪਤਾ ਕਾਂਗਰਸ ਪਾਰਟੀ ਕਿਵੇਂ ਚੱਲਦੀ ਹੈ, ਮੈਨੂੰ ਪਤਾ ਅਕਾਲੀ ਦਲ ਕਿਵੇਂ ਚੱਲਦਾ, ਮੈਨੂੰ ਪਤਾ ਆਮ ਆਦਮੀ ਪਾਰਟੀ ਨੇ ਕੀ ਕਰ ਦੇਣਾ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਰਾਜਨੀਤਿਕ ਤੌਰ 'ਤੇ ਪੰਜਾਬ ਦੇ ਨਾਲ ਜੋ ਕੁਝ ਹੋਇਆ ਜਾਂ ਹੋ ਰਿਹਾ, ਆਮ ਬੰਦੇ ਨੂੰ ਲੱਗਦਾ ਹੈ ਕਿ ਆਮ ਪੰਜਾਬੀ ਨੂੰ ਕਿ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ, ਮੈਨੂੰ ਪਤਾ, ਸਾਡੀ ਸਮਝ ਬਹੁਤ ਡੂੰਘਾਈ ਵਾਲੀ ਆਮ ਲੋਕਾਂ ਦੀ ਪੇਤਲੀ ਹੈ ਕਿ ਕਿੱਦਾਂ ਦੀ ਹੈ? ਨਹੀਂ, ਪਹਿਲੀ ਗੱਲ ਤਾਂ ਇਹ ਚੱਲਦੇ ਆ ਪਰਮਜੀਤ ਜੀ ਕਿ ਮੈਂ ਇਹ ਮੰਨ ਕੇ ਚੱਲਦਾ ਕਿ ਹਰ ਵਿਅਕਤੀ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਹਰ ਵਿਅਕਤੀ ਰਾਜਨੀਤਿਕ ਵਿਅਕਤੀ ਹੈ, ਪੋਲੀਟੀਕਲ ਮੈਨ ਹੈ। ਉਹ ਸੋਸ਼ਲ ਬੀਇੰਗ ਹੈਗਾ, ਉਹ ਪੋਲੀਟੀਕਲ ਮੈਨ ਹੈ। ਬਾਕੀ ਰਾਜਨੀਤੀ ਪ੍ਰਤੀ ਸਮਝ ਉਹਦੀ ਓਨੀ ਕੀ ਹੁੰਦੀ ਹੈ ਜਿੰਨਾ ਕੁ ਉਹਦਾ ਦਾਇਰਾ ਹੁੰਦਾ। ਔਰ ਉਹ ਦਾਇਰਾ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਡਿਟਰਮਿਨ ਕਰਦੀਆਂ ਕਿ ਇੱਕ ਤਾਂ ਹੁੰਦਾ ਕਿ ਉਹਦੀ ਪਹੁੰਚ ਕਿੱਥੋਂ ਤੱਕ ਹੈ, ਦੂਸਰੀ ਉਹਦੀ ਵਿਦਿਆ ਕਿੱਦਾਂ ਦੀ ਆ, ਜਾਂ ਉਹਦਾ ਪਾਲਣ ਪੋਸ਼ਣ ਕਿਸ ਕਿਸਮ ਦਾ ਹੈ, ਕਿਸ ਪਰਿਵਾਰ ਦੇ ਵਿੱਚੋਂ ਆਇਆ ਹੈ, ਜਾਂ ਉਹਦੇ ਜਿਹੜੇ ਦੋਸਤ ਮਿੱਤਰ ਆ ਉਹ ਕਿਸ ਕਿਸਮ ਦੇ ਆ, ਜਾਂ ਜਿਹੜਾ ਉਹਦਾ ਰਾਜਨੀਤਿਕ ਸਮਾਜੀਕਰਨ ਹੋਇਆ ਸਕੂਲ ਤੋਂ ਲੈ ਕੇ ਫਿਰ ਅੱਗੇ ਤੱਕ ਯੂਨੀਵਰਸਿਟੀ ਤੱਕ ਕਹਿ ਲਈਏ, ਜਾਂ ਉਹ ਤੋਂ ਬਾਅਦ ਨੌਕਰੀ ਦੇ ਲੈਵਲ ਤੱਕ, ਜਾਂ ਉਹ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਆਪਣੇ ਤੋਂ ਬਾਹਰ ਨਿਕਲ ਕੇ, ਆਪਣੇ ਪਰਿਵਾਰ ਤੋਂ ਬਾਹਰ ਨਿਕਲ ਕੇ, ਜਾਂ ਥੋੜ੍ਹਾ ਬਹੁਤਾ ਸਮਾਜ 'ਚ ਕੁਝ ਮੁੱਦਿਆਂ ਨੂੰ ਲੈ ਕੇ ਕਿੱਦਾਂ ਵਿਚਰਦਾ ਹੈ, ਉਹਦਾ ਕੀ ਨਜ਼ਰੀਆ ਹੈ, ਉਹਦੀ ਕੀ ਸਮਝ ਹੈਗੀ ਆ। ਕਿਉਂਕਿ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਰਾਜਨੀਤੀ ਸਿਰਫ ਵੋਟਾਂ ਪਾਉਣ ਤੱਕ ਜਾਂ ਵੋਟਾਂ ਲੈਣ ਤੱਕ ਤਾਂ ਜਿੱਤਣ ਤੱਕ ਜਿਹੜੀ ਸੀਮਤ ਨਹੀਂ ਹੈ। ਰਾਜਨੀਤੀ ਇੱਕ ਉਹ ਕਿਰਿਆ ਹੈ ਜਾਂ ਉਹ ਪ੍ਰਕਿਰਿਆ ਹੈ ਜਿਹੜੀ ਸਾਡੀ ਨਿੱਤ ਦੀ ਜਿਹੜੀ ਲਾਈਫ ਹੈਗੀ ਉਹਦੇ ਨਾਲ ਜੁੜੀ ਹੋਈ ਹੈ। ਔਰ ਜਿਸ ਵੀ ਲੈਵਲ 'ਤੇ ਅਸੀਂ ਵਿਚਰਦੇ ਹਾਂ, ਉਹਦੇ ਵਿੱਚ ਸਾਡੇ ਸਾਹਮਣੇ ਕੋਈ ਸਮੱਸਿਆਵਾਂ ਹੁੰਦੀਆਂ, ਕੁਝ ਸਾਡੇ ਕੋਲ ਆਪਸ਼ਨਸ ਹੁੰਦੀਆਂ। ਅਸੀਂ ਰਾਜਨੀਤੀ ਦਾ ਦੂਸਰਾ ਪਾਸਾ ਸਿੰਪਲ ਤਰੀਕਾ ਹੈਗਾ ਮਨੁੱਖੀ ਸੰਬੰਧਾਂ ਦਾ ਨਮੂਨਾ ਹੈ ਕਿ ਮਨੁੱਖੀ ਸੰਬੰਧ ਕਿ ਦੋ ਵਿਅਕਤੀਆਂ ਦੀ ਆਪਸੀ ਦੋਸਤੀ ਕਿੱਦਾਂ ਦੀ ਆ, ਦੁਸ਼ਮਣੀ ਕਿੱਦਾਂ ਦੀ ਆ, ਕਿੱਦਾਂ ਵਿਚਰਦੇ ਆ, ਇਹ ਦੋ ਗਰੁੱਪ ਕਿਸ ਕਿਸਮ ਦੇ ਹੈਗੇ ਆ, ਜਾਂ ਧੜਿਆਂ ਦੀ ਆਪਾਂ ਗੱਲ ਕਰ ਲਈਏ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜੋ ਕੁਝ ਵੀ ਸਮਾਜ ਦੇ ਵਿੱਚ ਵਿਚਰਦਾ ਹੈ ਜਾਂ ਉਹ ਰਾਜਨੀਤਿਕ ਪ੍ਰਬੰਧ ਦੇ ਵਿੱਚ ਵਿਚਰਦਾ ਹੈ, ਉਹਦੇ ਬਾਰੇ ਉਸ ਵਿਅਕਤੀ ਦੀ ਕਿੰਨੀ ਪਹੁੰਚ, ਕਿਉਂਕਿ ਇਹ ਜਿਹੜੀ ਰਾਜਨੀਤੀ ਹੈ ਕੰਪਲੈਕਸ ਬਹੁਤ ਹੈ, ਇਹ ਨਹੀਂ ਸਿੰਪਲ ਨਹੀਂ ਹੈ। ਰਾਜਨੀਤੀ 'ਚ ਕਦੀ 2 ਤੇ 2 4 ਨਹੀਂ ਹੁੰਦੇ, ਠੀਕ ਹੈ, ਚਾਹੇ 2 ਤੇ ਜਿਹੜਾ 1 3 ਨਹੀਂ ਹੁੰਦੇ, ਉਹ ਬਹੁਤ ਜ਼ਿਆਦਾ ਵੀ ਹੋ ਜਾਂਦੇ ਆ, ਉਹ 0 ਵੀ ਹੋ ਜਾਂਦੇ। ਉਹਦਾ ਮਤਲਬ ਹੈਗਾ ਕਿਉਂਕਿ ਇਹ ਮਨੁੱਖੀ ਸੁਭਾਅ ਦੇ ਨਾਲ ਜੁੜੀ ਆ, ਮਨੁੱਖੀ ਰਿਸਪੌਂਸ ਦੇ ਨਾਲ ਜੁੜੀ ਆ, ਮਨੁੱਖੀ ਸਮਝ ਦੇ ਨਾਲ ਜੁੜੀ ਆ, ਮਨੁੱਖੀ ਰਿਸਪੌਂਸ ਨਾਲ ਜਾਂ ਰਿਐਕਸ਼ਨ ਨਾਲ ਜੁੜੀ ਆ। ਉਹਨੂੰ ਸਮਝਣ ਵਾਸਤੇ ਘੱਟੋ ਘੱਟ ਤੁਹਾਡੇ ਕੋਲ ਬਹੁਤ ਸਾਰੀ ਇੱਕ ਅੰਡਰਸਟੈਂਡਿੰਗ ਚਾਹੀਦੀ ਆ, ਇੱਕ ਇਸ ਕਿਸਮ ਦੀ ਜਿਹੜੀ ਸਮਝ ਚਾਹੀਦੀ ਆ ਕਿ ਤਾਂ ਕਿ ਤੁਸੀਂ ਸਮਝੋ ਕਿ ਜੇ ਵਿਅਕਤੀ ਇੱਦਾਂ ਕਰਦਾ ਹੈ। ਜਿੱਦਾਂ ਤੁਸੀਂ ਵੱਡੀ ਗੱਲ ਕਰ ਦਿੱਤੀ ਕਿ ਸਭ ਨੂੰ ਪਤਾ ਹੈ ਵੀ ਜੇ ਇਹ ਪਾਰਟੀ ਜਿੱਤਦੀ ਆ, ਬਿਹਾਰ ਦੀ ਵੱਡੀ ਗੱਲ ਹੈਗੀ, ਜਾਂ ਪਿੰਡ ਦੇ ਵਿੱਚ ਇਹ ਸਰਪੰਚ ਇੱਦਾਂ ਦਾ ਕਿਉਂ ਹੈ, ਜਾਂ ਪੰਚਾਇਤ ਮੈਂਬਰ ਇੱਦਾਂ ਦਾ ਕਿਉਂ ਹੈ, ਜਾਂ ਇਹ ਵੀ ਦੇਖਿਆ ਜਾਵੇ ਕਿ ਘਰੇਲੂ ਅੱਜ ਕੱਲ੍ਹ ਜਿਹੜੀ ਖਾਸ ਕਰਕੇ ਜਿਹੜੀ ਲੜਾਈ ਹੋ ਰਹੀ ਆ ਜਾਂ ਮੋਟੇ ਤੌਰ ਦੇ ਉੱਤੇ, ਜਾਂ ਉਹਦੇ ਵਿੱਚ ਬਹੁਤ ਸਾਰੀ ਇੱਕ ਜਿਹੜਾ ਮਿਲਵਰਤਨ ਹੈ, ਉਹਦੇ ਕੀ ਕਾਰਨ ਹੈ।
ਕੋਈ ਨਾ ਕੋਈ ਕਾਰਨ ਹੁੰਦੇ, ਕਿਉਂਕਿ ਰਾਜਨੀਤੀ ਕਦੀ ਹਵਾ 'ਚ ਨਹੀਂ ਹੁੰਦੀ, ਕਦੀ ਵੈਕਿਊਮ 'ਚ ਨਹੀਂ ਹੁੰਦੀ। ਇਹ ਜਿਹੜੀਆਂ ਸੋਸ਼ਲ, ਇਕਨੋਮਿਕ, ਪੋਲੀਟੀਕਲ, ਕਲਚਰ, ਰਿਲੀਜੀਅਸ ਜਾਂ ਤੁਹਾਡੀਆਂ ਜਿਹੜੀਆਂ ਖਾਸ ਕਰਕੇ ਹਿਸਟੋਰੀਕਲ ਕੰਡੀਸ਼ਨਸ ਹੈਗੀ ਆ, ਉਹਦੇ ਮਿਕਸਚਰ ਦੇ ਵਿੱਚੋਂ ਉਪਜੀ ਹੋਈ ਇੱਕ ਮਨੁੱਖੀ ਸੋਚ ਹੈ, ਮਨੁੱਖੀ ਸਮਝ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੀਆਂ ਵੀ ਚੀਜ਼ਾਂ ਸਾਹਮਣੇ ਵਾਪਰਦੀਆਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ। ਕਦੀ ਵੀ ਅਸੀਂ ਇਹ 'ਚ ਵਨ ਵੇ ਨਹੀਂ ਹੈ ਜਾਂ ਮਾਈ ਵੇ ਨਹੀਂ ਹੈ, ਇਹਦੇ ਵਿੱਚ ਬਹੁਤ ਸਾਰੇ ਪੱਖ ਹੁੰਦੇ ਆ। ਕਿਉਂਕਿ ਜਿਹੜਾ ਰਾਜਨੀਤਿਕ ਵਿਅਕਤੀ ਹੁੰਦਾ ਉਹ ਸਮਾਜਿਕ ਵਿਅਕਤੀ ਵੀ ਆ, ਉਹ ਧਾਰਮਿਕ ਵੀ ਹੈਗਾ ਵਾ, ਉਹ ਪੜ੍ਹਿਆ ਲਿਖਿਆ ਵੀ ਹੋ ਸਕਦਾ ਵਾ, ਉਹ ਵੱਡੀ ਉਮਰ ਦਾ ਵੀ ਹੋ ਸਕਦਾ, ਉਹ ਪਿੰਡੂ ਵੀ ਹੋ ਸਕਦਾ, ਉਹ ਸ਼ਹਿਰੀ ਵੀ ਹੋ ਸਕਦਾ, ਉਹ ਮੇਲ ਵੀ ਆ, ਉਹ ਫੀਮੇਲ ਵੀ ਆ, ਜਾਂ ਸਾਰੀਆਂ ਇਹ ਹੈਗੀਆਂ। ਤੋ ਇਸ ਕਰਕੇ ਜਦੋਂ ਆਪਾਂ ਰਾਜਨੀਤੀ ਨੂੰ ਸਮਝਣ ਦੀ ਗੱਲ ਕਰਦੇ, ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਵੀ ਇਹਨੂੰ ਸਮਝਣਾ ਇੰਨਾ ਆਸਾਨ ਨਹੀਂ। ਹਾਂ, ਇਹ ਜ਼ਰੂਰ ਹੁੰਦਾ ਕਿ ਮੇਰੇ ਵਰਗੇ ਨੂੰ ਜਿੰਨਾ ਘੱਟ ਆਊਗਾ ਉਨਾ ਹੀ ਮੈਂ ਜ਼ਿਆਦਾ ਕੌਨਫੀਡੈਂਟ ਹੋ ਜਾਂਦਾ ਵਾ, ਉਨਾ ਹੀ ਮੈਂ ਕਹਿ ਦਿੰਦਾ ਮੈਨੂੰ ਸਾਰਾ ਕੁਝ ਪਤਾ ਵਾ। ਪਰ ਅਸੀਂ ਜਿਹੜੀਆਂ ਸਰਫੇਸ ਦੇ ਉੱਤੇ ਟਿੱਪਣੀਆਂ ਦੇ ਦਿੰਦੇ ਆ, ਔਰ ਉਹ ਟਿੱਪਣੀਆਂ ਜਿਹੜੀਆਂ ਦੇ ਕੇ ਸਾਨੂੰ ਲੱਗਦਾ ਵੀ ਅਸੀਂ ਬਹੁਤ ਵੱਡੀ ਗੱਲ ਕਰਤੀ। ਮੈਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਜੋ ਸਾਹਮਣੇ ਦਿਖਾਈ ਦਿੰਦਾ ਵਾ ਉਹ ਤੋਂ ਜ਼ਿਆਦਾ ਜਿਹੜਾ ਪਰਦੇ ਦੇ ਪਿੱਛੇ ਹੁੰਦਾ, ਸਮੁੰਦਰੀ ਜਹਾਜ਼ ਹੀ ਆ। ਪਰਦੇ ਦੇ ਪਿੱਛੇ ਜਾਣ ਵਾਸਤੇ ਜਿੱਦਾਂ ਕਿ ਇਸ ਸਮੇਂ 'ਚ ਕਹਿੰਦੇ ਸਾਡੇ ਸਕੂਲਾਂ 'ਚ ਲਿਖਿਆ ਹੁੰਦਾ ਸੀ ਵੀ ਵਿਦਿਆ ਤੀਸਰੀ ਅੱਖ ਵਾ, ਤੇ ਅਸੀਂ ਚੁੱਪ ਕਰਕੇ ਪੜ੍ਹਦੇ ਰਹੇ ਵੀ ਅੱਖਾਂ 'ਚ ਦੋ ਜਾਂ ਤੀਸਰੀ ਕਿੱਥੋਂ ਆਉਣੀ ਆ। ਤਾਂ ਕਹਿੰਦੇ ਮਾਸਟਰ ਨੂੰ ਪੁੱਛ ਲਿਆ, ਮਾਸਟਰ ਕਹਿੰਦਾ ਤੀਸਰੀ ਅੱਖ ਦਾ ਪਤਾ ਲੱਗੂ ਜਦੋਂ ਤੁਹਾਨੂੰ ਹੋਰ ਸਮਝ ਲੱਗੂਗੀ ਜਿਹੜੀ ਦੂਸਰਿਆਂ ਨੂੰ ਨਹੀਂ ਸਮਝ ਆਉਂਦੀ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇੱਕ ਵੋਟ ਪਾਉਣ ਵਾਲਾ ਬੰਦਾ ਵੀ ਰਾਜਨੀਤਿਕ ਹੈ, ਨਾ ਪਾਉਣ ਵਾਲਾ ਵੀ ਰਾਜਨੀਤਿਕ ਹੈ, ਰੈਲੀ ਕਰਨ ਵਾਲਾ ਵੀ ਰਾਜਨੀਤਿਕ ਹੈ, ਨਾ ਰੈਲੀ ਕਰਨ ਵਾਲਾ ਵੀ ਰਾਜਨੀਤਿਕ ਹੈ। ਪਰ ਜੇ ਆਪਾਂ ਰਾਜਨੀਤੀ ਨੂੰ ਅਸਲੀ ਤੌਰ 'ਤੇ ਸਮਝਣਾ, ਦੇਖਣਾ, ਤਾਂ ਫਿਰ ਤਾਂ ਸਾਨੂੰ ਬਹੁਤ ਵੱਡੇ ਲੈਵਲ 'ਤੇ ਸਮਝ ਚਾਹੀਦੀ ਆ ਤਾਂ ਕਿ ਅਸੀਂ ਉਹਦਾ ਨਿਤਾਰਾ ਕਰ ਸਕੀਏ ਜੀ। ਕਿਉਂਕਿ ਰਾਜਨੀਤੀ ਕਦੀ ਸਥਿਰ ਨਹੀਂ ਰਹਿੰਦੀ। ਅੱਜ ਉਹੀ ਵਿਅਕਤੀ ਕੁਝ ਹੋਰ ਕੰਮ ਕਰਦਾ, ਕੱਲ੍ਹ ਨੂੰ ਹੋਰ ਕਰ ਦਿੰਦਾ। ਕਿਉਂਕਿ ਇੱਕ ਵਿਅਕਤੀ ਦੇ ਬਹੁਤ ਸਾਰੇ ਰੋਲ ਹੁੰਦੇ ਆ। ਉਹ ਜਿੱਦਾਂ ਸਰਪੰਚ ਵੀ ਹੋ ਸਕਦਾ, ਪਾਰਟੀ ਦਾ ਮੈਂਬਰ ਵੀ ਹੋ ਸਕਦਾ ਵਾ, ਜਾਂ ਉਹ ਕਿਸੇ ਗਰੁੱਪ ਦਾ, ਆਕੂਪੇਸ਼ਨ ਗਰੁੱਪ ਦਾ ਵੀ ਲੀਡਰ ਹੋ ਸਕਦਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਰਾਜਨੀਤੀ ਨੂੰ ਸਮਝਣ ਤੋਂ, ਵੇਖਣ ਲਈ ਸਾਨੂੰ ਬਹੁਤ ਵੱਡੇ ਲੈਵਲ 'ਤੇ ਜੇ ਇਹ ਜਿਹੜੀ ਆਪਣੀ ਬੁੱਧੀ ਨੂੰ ਡਿਵੈਲਪ ਕਰ ਲਈਏ ਤਾਂ ਫਿਰ ਸ਼ਾਇਦ ਲੱਗਦਾ ਵੀ ਫਿਰ ਅਸੀਂ ਕੁਛ ਨਾ ਕੁਛ ਉਹਦੇ ਵਿੱਚੋਂ ਸਮਝ ਸਕਦੇ ਹਾਂ। ਡਾਕਟਰ ਸਾਹਿਬ, ਜਦੋਂ ਤੁਸੀਂ ਯੂਨੀਵਰਸਿਟੀ ਪੜ੍ਹਦੇ ਸੀ ਜਾਂ ਪੜ੍ਹਾਉਂਦੇ ਸੀ, ਬਹੁਤ ਸਾਰੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨਾਲ ਵਾਹ ਪੈਂਦਾ ਹੋਣਾ, ਸੈਮੀਨਾਰ ਹੁੰਦੇ ਹੋਣੇ ਆ। ਉਹ ਰਾਜਨੀਤੀ ਕੁਛ ਹੋਰ ਹੁੰਦੀ ਆ, ਆਮ ਲੋਕਾਂ ਦੇ ਵਿੱਚ ਜਿਹੜੀ ਚੱਲਦੀ ਉਹ ਰਾਜਨੀਤੀ ਕੁਛ ਹੋਰ ਤਰੀਕੇ ਦੀ ਹੈ ਨਾ, ਕਿਉਂਕਿ ਉੱਪਰਲੇ ਪਾਸਿਓਂ ਤਾਂ ਬਹੁਤ ਗੂੜ ਗੰਭੀਰ ਹੈ ਜਿਹੜੀਆਂ ਵਿਚਾਰਾਂ ਹੁੰਦੀਆਂ। ਮੈਨੂੰ ਐ ਲੱਗਿਆ ਪਿਛਲੇ ਸਮੇਂ ਦੇ ਵਿੱਚ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ 'ਚ ਸਰਗਰਮ ਨੇ, ਸਾਰਿਆਂ ਨੇ ਕਿਹਾ ਜੀ ਸਾਡੇ ਇੰਨੇ ਲੱਖ ਮੈਂਬਰ, ਸਾਡੇ 40 ਲੱਖ, 50 ਲੱਖ। ਨਵੀਂ ਇੱਕ ਪਾਰਟੀ ਬਣੀ ਸੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ, 23 ਲੱਖ ਮੈਂਬਰ ਤਾਂ ਉਹਨਾਂ ਨੇ ਕੁਝ ਮਹੀਨੇ ਹੀ ਦਿਖਾਤੇ ਸੀ। ਉਹਨੂੰ ਦੇਖ ਕੇ ਲੱਗਾ ਯਾਰ ਪੰਜਾਬ ਦਾ ਕੋਈ ਬੰਦਾ ਇੱਦਾਂ ਦਾ ਹੋਣਾ ਨਹੀਂ ਜਿਹੜਾ ਕਿਸੇ ਪਾਰਟੀ ਦਾ ਮੈਂਬਰ ਨਹੀਂ ਬਣਿਆ। ਫਿਰ ਚਿੱਟੇ ਕੁੜਤੇ ਪਜਾਮੇ ਵਾਲਿਆਂ ਦੀ ਗਿਣਤੀ ਬੜੀ ਵਧੀ ਪਿਛਲੇ 10 ਸਾਲਾਂ 'ਚ, ਜਿਹੜੇ ਰਾਜਨੀਤਿਕ ਲੀਡਰਾਂ ਦੇ ਨਾਲ ਨੇ। ਸਾਡੇ ਘਰਾਂ ਦੇ ਵਿੱਚ ਲੀਡਰਾਂ ਦੇ ਨਾਲ ਫੋਟੋ ਜਿਹੜੀਆਂ ਕੰਧ 'ਤੇ ਟੰਗੀਆਂ ਉਹਨਾਂ ਦੀ ਗਿਣਤੀ ਵੱਧ ਗਈ। ਪਰ ਸਕੂਲ ਘਟ ਗਏ ਸਰਕਾਰੀ, ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ, ਸਹਾਇਕ ਪ੍ਰੋਫੈਸਰਾਂ ਦੀ, ਲੈਕਚਰਾਂ ਦੀ ਗਿਣਤੀ ਘਟ ਗਈ। ਪਾਣੀ ਵਾਲਾ ਮਸਲਾ ਉਲਝਿਆ ਰਹਿ ਗਿਆ। ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਆਉਂਦਾ, ਜਾਂ ਪਾਣੀ ਦਾ ਮਸਲਾ ਆਉਂਦਾ, ਜਾਂ ਚੰਡੀਗੜ੍ਹ ਦਾ ਮਸਲਾ ਆਉਂਦਾ, ਉਹ ਝੰਡਾ ਚੱਕ ਲੈਂਦੇ ਆ ਜਾਂ ਉਹ ਆਪਣੀ ਟਿੱਪਣੀ ਕਰਦੇ ਆ, ਪਰ ਪਤਾ ਹੁੰਦਾ ਹੀ ਨਹੀਂ ਕਿ ਮਸਲਾ ਕੀ ਹੈ। ਜਾਣੀ ਕਿਤੇ ਇਹ ਤਾਂ ਨਹੀਂ ਕਿ ਸਾਡੇ ਕੱਪੜੇ ਉੱਦਾਂ ਦੇ ਹੋ ਗਏ, ਸਾਡੀਆਂ ਘਰ ਦੀਆਂ ਕੰਧਾਂ ਦੇ ਉੱਤੇ ਲੀਡਰਾਂ ਦੇ ਨਾਲ ਫੋਟੋ ਤਾਂ ਲੱਗ ਗਈਆਂ, ਪਰ ਜਿਹੜੇ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਮਸਲੇ ਆਮ ਲੋਕਾਂ ਨੇ ਸਮਝਣੇ ਸੀ ਉਹ ਅਸੀਂ ਸਮਝੇ ਹੀ ਨਾ। ਇਹਦਾ ਮਤਲਬ ਅਸੀਂ ਲੀਡਰਾਂ ਦੇ ਭਾਸ਼ਣਾਂ ਦੇ ਪਿੱਛੇ ਲੱਗਦੇ ਹਾਂ। ਬਸ ਬਹੁਤ ਬੇਸਿਕ ਔਰ ਬਹੁਤ ਇੰਪੋਰਟੈਂਟ ਕੁਐਸਚਨ ਆ। ਮੈਂ ਤੁਹਾਨੂੰ ਇੱਕ ਲਾਈਨ ਦੇ ਵਿੱਚ ਇਹਦਾ ਜਵਾਬ ਸ਼ੁਰੂ ਕਰੂੰਗਾ। ਪੰਜਾਬ ਦੇ ਵਿੱਚ ਗਰੋਥ ਵਿਦਆਊਟ ਡਿਵੈਲਪਮੈਂਟ, ਜਿਹੜਾ ਪਿਛਲੇ ਸਮੇਂ ਤੋਂ ਖਾਸ ਕਰਕੇ ਸਾਡੀ ਬਹੁਤ ਚੰਗੀ ਬਿਗਨਿੰਗ ਸੀ, ਗ੍ਰੀਨ ਰੈਵੋਲੂਸ਼ਨ ਵੇਲੇ ਜੀ। 70ਵਾਂ ਦਹਾਕਾ ਪੰਜਾਬ ਲਈ ਬਹੁਤ ਵਧੀਆ ਦਹਾਕਾ ਸੀਗਾ ਕਿ ਜਿਹਦੇ ਵਿੱਚ ਸਾਡੀ ਸਾਰਾ ਕੁਝ ਜਿਹੜਾ ਅਸੀਂ ਹਰ ਪਾਸਿਓਂ ਅਸੀਂ ਦੇਖਿਆ, ਸੜਕਾਂ ਬਣੀਆਂ, ਐਜੂਕੇਸ਼ਨ ਸਕੂਲ ਬਣੇ। ਪਰ ਅਨਫਾਰਚੂਨੇਟਲੀ ਪੰਜਾਬ ਦੇ ਵਿੱਚ 78 ਤੋਂ ਬਾਅਦ ਜਿਹੜਾ ਦੌਰ ਆਇਆ 15 ਸਾਲ ਦਾ ਜੀ, ਉਹਨੇ ਸਾਰੇ ਨਿਜ਼ਾਮ ਨੂੰ ਡੀਰੇਲ ਕਰ ਦਿੱਤਾ। ਸਾਡੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਬਿਲਕੁਲ ਜਿਹੜਾ ਸੀ ਉਹਨੂੰ ਡੀਕਨਸਟਰਕਟ ਕਰ ਦਿੱਤਾ, ਕਿਉਂਕਿ ਪੰਜਾਬ ਜਿਹੜਾ ਹੈਗਾ ਸੀ ਉਹ ਪੁਲਿਸ ਸਟੇਟ ਬਣ ਗਿਆ। ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ 5 ਸਾਲ ਤੱਕ ਲਗਾਤਾਰ, ਮੈਨੂੰ ਨਹੀਂ ਲੱਗਦਾ ਇੰਡੀਆ ਦੇ ਕਿਸ ਸਟੇਟ 'ਚ ਗਵਰਨਰ ਹੀ ਰੂ ਰਿਹਾ ਹੋਊਗਾ। ਅਤੇ ਉਸ ਸਮੇਂ ਦੇ ਵਿੱਚ ਹਾਲਾਤ ਇਹ ਸੀਗੇ ਕਿ ਕੇਂਦਰ ਸਰਕਾਰ ਦਾ ਜਾਂ ਇੱਥੋਂ ਦੇ ਲੋਕ ਜਿਹੜੇ ਰਾਜ ਕਰਨ ਵਾਲੇ ਲੋਕ ਸੀ, ਉਹਨਾਂ ਦਾ ਮੁੱਦਾ ਸੀ ਦੇਸ਼ ਦੀ ਅਖੰਡਤਾ, ਉਹਨੂੰ ਉਹਦੇ ਨਾਂ ਦੇ ਉੱਤੇ ਉਹਨੂੰ ਬਚਾ ਲਓ, ਬਾਕੀ ਸਾਰਾ ਕੁਝ ਲਾਂਭੇ ਹੋ ਗਿਆ। 80 ਤੋਂ ਬਾਅਦ ਤੁਸੀਂ ਦੇਖੋ ਵੀ ਸਾਡੀਆਂ ਜਿਹੜੀਆਂ ਬੇਸਿਕ ਸੰਸਥਾਵਾਂ ਕਿਹੜੀਆਂ ਹੁੰਦੀਆਂ, ਐਜੂਕੇਸ਼ਨ ਵਾ, ਹੈਲਥ ਵਾ, ਕੋਆਪਰੇਟਿਵ ਸੁਸਾਇਟੀਜ਼ ਹੈਗੀਆਂ ਵਾ, ਪੰਚਾਇਤਾਂ, ਆਪਾਂ ਕਹਿੰਦੇ ਪੰਜਾਬ ਪਿੰਡਾਂ ਦੇ ਵਿੱਚ ਵਸਦਾ ਹੈ। ਇਹ ਹੌਲੀ ਹੌਲੀ ਇਹਨਾਂ ਦਾ ਡਿਕਲਾਈਨ ਸ਼ੁਰੂ ਹੋ ਗਿਆ, ਹੌਲੀ ਹੌਲੀ ਇਹ ਡਿਸਫੰਕਸ਼ਨਲ ਹੋ ਗਈਆਂ, ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਸਕੂਲਾਂ ਦੇ ਵਿੱਚ ਖੁੱਲ੍ਹ ਗਏ, ਟੀਚਰ ਨਹੀਂ ਗਏ। ਇਹ ਵੀ ਗੱਲ ਹੈਗੀ ਕਿ ਟੀਚਰ ਮਾਰ ਵੀ ਦਿੱਤੇ ਗਏ ਸੀ, ਸਾਰਾ ਕੁਝ ਹੋ ਗਿਆ ਸੀ, ਜਾਨ ਸਭ ਤੋਂ ਪਿਆਰੀ ਉਸ ਤਰੀਕੇ ਨਾਲ ਹੋ ਗਈ ਸੀ। ਮੈਂ ਕਹਿੰਦਾ ਵੀ ਜੋ ਅਸੀਂ ਪੰਜਾਬ ਦੇ ਵਿੱਚ ਅੱਜ ਅਸੀਂ ਜਿਹੜਾ ਵਿਚਰ ਰਹੇ ਹਾਂ ਜਾਂ ਜੋ ਅਸੀਂ ਭੁਗਤ ਰਹੇ ਹਾਂ, ਉਹਦਾ ਇੱਕ ਕਾਰਨ ਇਹ ਹੈਗਾ।
ਦੂਸਰਾ ਹੈਗਾ ਸੀ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਸਾਡੀ ਜਮਾਤ ਪੈਦਾ ਹੋਈ, ਰੂਲਿੰਗ ਜਮਾਤ ਜਿਹੜੀ ਸੀਗੀ, ਉਹ ਕੁਲਕ ਨੂੰ ਬੋਲਦੇ ਆ, ਇਹ ਉਹ ਹੋਈ ਸੀ ਜਿਹੜੀ ਕੈਪੀਟਲਿਸਟ ਫਾਰਮਰਸ ਵਾਲੀ। ਠੀਕ ਹੈ। ਉਹਨਾਂ ਦਾ ਏਜੰਡਾ ਤੇ ਆਮ ਲੋਕਾਂ ਦਾ ਏਜੰਡਾ ਬਹੁਤ ਡਿਫਰੈਂਸ ਸੀ ਉਹਦੇ ਵਿੱਚੋਂ। ਔਰ ਅਨਫੋਰਚੂਨੇਟ ਪਾਰਟ ਹੈਗਾ ਕਿ ਉਸ ਸਮੇਂ ਦੇ ਵਿੱਚ ਜਿਹੜੀ ਲੈਫਟ ਦੀ ਧਿਰ ਕਮਜ਼ੋਰ ਹੋਈ, ਅਜੇ ਕਿ ਉਸ ਲੈਫਟ ਦੀ ਧਿਰ ਕਮਜ਼ੋਰ ਹੋਣ ਕਰਕੇ ਇਹ ਦੋ ਪਾਰਟੀਆਂ ਅਕਾਲੀ ਤੇ ਕਾਂਗਰਸ ਆਈਆਂ। ਅਕਾਲੀ ਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਸੀਗਾ। ਇਹਨਾਂ ਦੀ ਕਲਾਸ ਇੱਕ ਸੀ, ਇਹਨਾਂ ਦੀ ਕਾਸਟ ਇੱਕ ਸੀ, ਇਹਨਾਂ ਦਾ ਏਜੰਡਾ ਇੱਕ ਸੀਗਾ, ਔਰ ਇਹ ਰਿਸ਼ਤੇਦਾਰ ਵੀ ਸੀਗੇ। ਔਰ ਪਿਛਲੇ ਤੁਸੀਂ ਦੇਖਿਆ ਵੀ 30 ਸਾਲਾਂ 'ਚ ਇਹਨਾਂ ਦਾ ਹੀ ਰਾਜ ਉਸ ਤਰੀਕੇ ਨਾਲ ਰਿਹਾ। ਸੋ ਮੇਰਾ ਕਹਿਣ ਤੋਂ ਭਾਵੇਂ 80 ਤੋਂ ਹੋਈ ਜਿਹੜੀ ਖਾਸ ਕਰਕੇ ਨੈਗਲੈਕਟ ਸੀ, ਡੀਜਨਰੇਸ਼ਨ ਸੀ। 91 ਦੇ ਵਿੱਚ ਇੱਕ ਨਵੀਂ ਸਮੱਸਿਆ ਆ ਗਈ ਕਿ ਲਿਬਰਲਾਈਜੇਸ਼ਨ ਦੀ ਪੋਲਿਟੀ ਆ ਗਈ, ਪ੍ਰਾਈਵੇਟਾਈਜੇਸ਼ਨ ਆ ਗਈ, ਆ ਦੂਸਰੀ ਆ ਗਈ। ਪੰਜਾਬ ਦੇ ਵਿੱਚ ਜਿਹੜਾ ਪ੍ਰੈਸ਼ਰ ਥੱਲੇ ਹੋਣਾ ਚਾਹੀਦਾ ਸੀ, ਕਿਸੇ ਸਮੇਂ 'ਚ ਪੋਲੀਟੀਕਲ ਪਾਰਟੀਆਂ ਦਾ ਬਹੁਤ ਪ੍ਰੈਸ਼ਰ ਹੁੰਦਾ ਸੀ। 70 ਦੇ ਵਿੱਚ ਸਟੂਡੈਂਟ ਦਾ ਬਹੁਤ ਪ੍ਰੈਸ਼ਰ ਹੁੰਦਾ ਸੀ। ਅਸੀਂ ਉਸ ਆਪ ਸਟੂਡੈਂਟ ਮੂਵਮੈਂਟ ਦੇ ਰਹੇ ਹਾਂ। 1983 ਤੋਂ ਬਾਅਦ ਅੱਜ ਕਿੰਨੇ 40 ਸਾਲ ਹੋ ਗਏ ਆ, ਸਭ ਗੰਦੀਆਂ ਮੰਦੀਆਂ ਇਲੈਕਸ਼ਨਸ ਹੋ ਰਹੀਆਂ, ਪੰਚਾਇਤਾਂ ਦੀਆਂ ਹੋ ਰਹੀਆਂ, ਜਿਹੜੇ ਦੂਸਰੀਆਂ ਹੋ ਰਹੀਆਂ ਸਰਪੰਚ, ਪਰ ਸਟੂਡੈਂਟ ਕਾਉਂਸਲ, ਸਟੂਡੈਂਟ ਆਰਗੇਨਾਈਜੇਸ਼ਨਸ ਨੂੰ ਅੱਗੇ ਉਸ ਪਾਸੇ ਵੱਲ ਨਹੀਂ ਆਉਣ ਦਿੱਤਾ। 91 ਦੇ ਵਿੱਚ ਨਾਰਮਲਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ, ਇੱਕ ਤੁਹਾਡੀ ਨਵੀਂ ਪਾਲਿਸੀ ਆ ਜਾਂਦੀ ਹੈ, ਲਿਬਰਲਾਈਜੇਸ਼ਨ ਵਾਲਾ ਪਾਸੇ ਸਟੇਟ ਵਿਡਰਾ ਕਰਨਾ ਸ਼ੁਰੂ ਕਰ ਦਿੰਦਾ। ਪਰ ਜਿਹੜਾ ਪ੍ਰੈਸ਼ਰ ਹੁੰਦਾ, ਦੋ ਤਰੀਕਿਆਂ ਨਾਲ ਮੇਰੇ ਹਿਸਾਬ ਨਾਲ ਸਿਸਟਮ ਕੰਮ ਕਰਦਾ। ਉਹ ਆਪਣੇ ਜਿਹੜੇ ਇੱਕ ਸਾਥੀ ਸਿੰਗਰੋਤ ਕਹਿੰਦੇ ਨਾ 4 ਤਰੀਕਿਆਂ ਨਾਲ ਕਰੇ, ਮੈਂ ਰਾਜਨੀਤੀ ਦੇ ਹਵਾਲੇ ਨਾਲ ਦੇਖਾਂ, 2 ways to get things done। ਇੱਕ ਤਾਂ ਜਾਂ ਤਾਂ ਪ੍ਰੈਸ਼ਰ ਥੱਲੇ ਬਹੁਤ ਤਗੜਾ ਹੋਵੇ, ਠੀਕ ਹੈ, ਤੇ ਜਾਂ ਜਿਹੜੇ ਉੱਤੇ ਬੈਠੇ ਹੋ ਬਹੁਤ ਧਿਆਨਦਾਰ ਹੋਣ। ਪੰਜਾਬ ਦਾ ਅਨਫੋਰਚੂਨੇਟ ਪਾਰਟ ਹੋਇਆ ਕਿ ਥੱਲਿਓਂ ਪ੍ਰੈਸ਼ਰ ਜਿਹੜਾ ਉਹ ਖਤਮ ਹੋ ਗਿਆ। 37-38 ਹਜ਼ਾਰ ਬੰਦਾ ਅੱਤਵਾਦ ਦੇ ਵਿੱਚ ਮਾਰਿਆ ਗਿਆ, ਚਾਹੇ ਉਹ ਸਟੇਟ ਟੈਰਰਿਜ਼ਮ ਨੇ ਮਾਰਿਆ, ਚਾਹੇ ਉਹ ਟੈਰਰਿਸਟਾਂ ਨੇ ਮਾਰਿਆ। ਕਰੀਮ ਜਿਹੜੀ ਸੀ ਉਹ ਲਾਂਭੇ ਹੋ ਗਈ। ਪਿੰਡਾਂ ਦੀ ਗੱਲ ਕਰਦੇ ਆ, ਜਿਹੜੇ ਖਾਂਦੇ ਪੀਂਦੇ ਲੋਕ ਸੀ, ਜਿਹੜੇ ਕਿਤੇ ਸਮੇਂ ਸੋਰਸ ਆਫ ਇੰਸਪੀਰੇਸ਼ਨ ਹੁੰਦੇ ਸੀਗੇ ਕਿ ਆਮ ਤੌਰ ਤੇ ਘਰ ਵਾਲੇ ਦੇ ਦਿੰਦੇ ਧਾਰਨ ਵੀ ਉਹ ਫਲਾਣੇ ਦਾ ਮੁੰਡਾ ਪੜ੍ਹ ਗਿਆ, ਧੀ ਪੜ੍ਹ ਗਈ, ਉਹ ਕਿੱਥੇ ਪਹੁੰਚ ਕੇ ਤੂੰ ਵੀ ਪੜ੍ਹ ਲਾ, ਉਹ ਵੈਕਿਊਮ ਖੜਾ ਹੋ ਗਿਆ। ਠੀਕ ਹੈ। ਔਰ ਉਹਦੇ ਨਾਲ ਮੁੜ ਕੇ ਤੁਸੀਂ ਦੇਖੋ ਵੀ ਕੋਈ ਜਿਹੜਾ ਪੰਜਾਬ ਨੇ ਐਕਸਪੈਰੀਮੈਂਟ ਕੀਤਾ BSP ਦਾ, ਪਰ ਉਹ ਕਾਮਯਾਬ ਨਹੀਂ ਹੋਇਆ। ਫਿਰ ਇਹ ਜਿਹੜਾ 15 ਸਾਲ ਇਹਨਾਂ ਪਾਰਟੀਆਂ ਦਾ ਰਜੀਮ ਚੱਲਿਆ, ਚ ਏਜੰਡਾ ਹੀ ਨਹੀਂ ਸੀਗਾ, ਨਾ ਤੁਹਾਡਾ ਲੋਕ ਏਜੰਡਾ ਸੀਗੇ, ਨਾ ਤੁਹਾਡਾ ਐਜੂਕੇਸ਼ਨ ਸੀਗੀ, ਹੋਰ ਹੈ ਹੀ ਨਹੀਂ ਸੀ, ਪੀਪਲਸ ਏਜੰਡਾ ਨਹੀਂ ਸੀਗੇ। ਲੋਕੀ ਕੋਸ਼ਿਸ਼ ਕਰਦੇ ਰਹੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਏਜੰਡੇ 'ਤੇ ਆਉਣ, ਪਰ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਬੇਸਿਕਲੀ ਲੋਕਾਂ ਨੂੰ ਫੇਲ ਕੀਤਾ। ਔਰ ਜਿਹਦਾ ਆਊਟਕਮ ਤੁਸੀਂ ਦੇਖ ਲਓ ਵੀ ਆ 2022 ਦੇ ਵਿੱਚ ਆ ਕੇ ਮਤਲਬ ਅਸੀਂ 30 ਸਾਲ ਭੁਗਤਿਆ, ਤੇ ਫਿਰ ਸਾਨੂੰ ਅਕਲ ਆਈ ਵੀ ਭਾਈ ਇਹਨਾਂ 'ਚ ਸਾਨੂੰ ਲੱਭਣਾ ਕੁਛ ਨਹੀਂ ਹੈ। ਜਦੋਂ ਕਿ ਨੈਸ਼ਨਲ ਲੈਵਲ 'ਤੇ ਇੱਕ ਗੱਲ ਠੀਕ ਸੀਗੀ, ਕਿਉਂਕਿ ਜਾਤ ਪਾਤ ਦਾ ਅਸਰ ਰਾਜਨੀਤੀ 'ਤੇ ਘਟਦਾ ਜਾ ਰਿਹਾ, ਮੈਂ ਡਾਟੇ ਨਾਲ ਉਹ ਗੱਲ ਕਹਿ ਸਕਦਾ, ਸਾਰੇ ਦੇਸ਼ 'ਚ ਘਟਦਾ ਜਾ ਰਿਹਾ, ਧਰਮ ਵਾਲਾ ਘਟ ਰਿਹਾ, ਮੁੱਦਿਆਂ 'ਤੇ ਆ ਰਿਹਾ, ਪਰ ਸਾਨੂੰ ਇਹਨਾਂ ਦੇ ਆਲੇ ਦੁਆਲੇ ਹੀ ਘੁੰਮਣਾ ਪਿਆ। PPP ਉਹਦੇ ਵਿੱਚੋਂ ਆਈ ਆ, PP ਆ ਤਾਂ ਗਈ, ਪਰ ਜਿਸ ਕਿਸਮ ਦੀ ਜਿਹੜੀ ਵਿਚਾਰਧਾਰਾ ਚਾਹੀਦੀ ਸੀ ਜਾਂ ਆਰਗੇਨਾਈਜ਼ ਸਟਰਕਚਰ ਦੀ ਮੈਂ ਗੱਲ ਨਹੀਂ ਕਰਦਾ, ਕਿਉਂਕਿ ਇਸ ਪਾਰਟੀ ਦਾ ਜਿਹੜੀ ਹੁਣ ਵਾਲੀ ਪਾਰਟੀ ਦਾ ਵੀ ਆਰਗੇਨਾਈਜ਼ ਸਟਰਕਚਰ ਹੈ ਨਹੀਂਗਾ ਉਸ ਤਰੀਕੇ ਦੇ ਨਾਲ ਜੀ। ਉਹਦੇ ਵਿੱਚ ਵੀ ਜਿਹੜਾ ਰਿਸਪੌਂਸ ਸੀਗਾ ਲੋਕਾਂ ਦਾ ਉਸ ਪਾਰਟੀ ਨੂੰ ਨਹੀਂ ਮਿਲਿਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਲੋਕੀ 30 ਸਾਲਾਂ ਨੂੰ ਉਡੀਕਣਾ ਪਿਆ ਕਿ ਕੋਈ ਵਾਇਬਲ ਆਲਟਰਨੇਟਿਵ ਦੀ ਆਪਾਂ ਗੱਲ ਕਰ ਲਈਏ, ਪਰ ਉਹਨਾਂ 30 ਸਾਲਾਂ 'ਚ ਪੰਜਾਬ ਉੱਥੇ ਪਹੁੰਚ ਗਿਆ ਕਿ ਜਿੱਥੇ ਮੈਂ ਗੱਲ ਕਹਿਣ 'ਚ ਕੋਈ ਉਹ ਨਹੀਂ ਹੈਗਾ। ਥੋੜ੍ਹੇ ਮਹੀਨੇ ਪਹਿਲਾਂ ਅਸੀਂ ਇੱਕ ਸਟੇਟ ਆਫ ਯੂਥ ਇਨ ਪੰਜਾਬ ਦੇ ਉੱਤੇ ਸਟੱਡੀ ਕਰਾਈ ਸੀ, ਇੰਡੀਆ ਦੇ ਪਾਰਟ ਦੇ ਉੱਤੇ। ਕੋਈ ਵੀ ਬੰਦਾ ਪੰਜਾਬ 'ਚ ਨਹੀਂ ਰਹਿਣਾ ਚਾਹੁੰਦਾ। ਯੂਥ ਜਿਹੜੀ ਹੈਗੀ ਸਟੱਡੀ ਆ, ਇਹ ਸਟੱਡੀ ਉਹਦੇ ਡਾਟਾ ਬੋਲਦਾ, ਜਾਂ ਡਾਟਾ ਬੋਲਦਾ। ਤੁਸੀਂ ਯੂਥ ਨੂੰ ਪੁੱਛੋ 18 ਤੋਂ 34 ਸਾਲ ਦੇ ਨੂੰ, ਤੁਹਾਨੂੰ 90% ਲੋਕ ਕਹਿਣਗੇ ਅਸੀਂ ਜਾਣਾ ਚਾਹੁੰਦੇ ਹਾਂ, ਇੱਥੇ ਨਹੀਂ ਰਹਿਣਾ ਚਾਹੁੰਦੇ, ਲੋਕਾਂ ਦਾ ਦਿਲ ਨਹੀਂ ਲੱਗਦਾ। ਇਹੀ ਗੱਲ ਸਾਨੂੰ ਜਦੋਂ ਦੂਸਰੀਆਂ ਸਟੇਟਾਂ ਵਾਲੇ ਪੁੱਛਦੇ ਅਸੀਂ ਬਾਹਰ ਜਾਂਦੇ ਹੋ ਤੁਹਾਡੇ ਪੰਜਾਬ ਨੂੰ ਹੋਇਆ ਕੀ ਆ, ਵੀ ਤੁਹਾਡੇ ਕੋਲ ਸਭ ਕੁਝ ਹੈਗਾ, ਅਜੇ ਵੀ ਤੁਹਾਡੇ ਕੋਲ ਪਾਣੀ ਆ, ਅਜੇ ਵੀ ਤੁਹਾਡੇ ਕੋਲ ਸਭ ਕੁਝ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਸਮਿਆਂ 'ਚ ਉਹ ਹਾਲਾਤ ਪੈਦਾ ਕਰ ਦਿੱਤੇ ਜਿੱਥੇ ਲੋਕਾਂ 'ਚ ਸੈਂਸ ਆਫ ਜਿਹੜੀ ਨਾ ਬਗਾਨਗੀ ਪੈਦਾ ਹੋ ਗਈ, ਜਿਹੜੀ ਸੈਂਸ ਆਫ ਬਿਲੋਂਗਿੰਗ ਹੁੰਦੀ ਨਾ, ਮੇਰਾ ਪੰਜਾਬ। ਅਸੀਂ ਬਹੁਤ ਰੌਲਾ ਪਾਉਂਦੇ ਹਾਂ, ਉੱਤੇ ਸਾਰਾ ਕੁਝ ਕਹਿੰਦੇ ਆ, ਤੇ ਪਰ ਅਸਲੀ ਜੇ ਦਿਲੋਂ ਕਿਸੇ ਨੂੰ ਪੁੱਛੋ ਤੁਸੀਂ, ਉਹਦਾ ਜੀ ਨਹੀਂ ਲੱਗਦਾ ਜੀ। ਆਸ ਇਹੀ ਸਾਰੇ ਕਰਦੇ ਆ ਵੀ ਫਿਰ ਉੱਦਾਂ ਦਾ ਪੰਜਾਬ ਬਣੇ ਕਿ ਲੋਕੀ ਉਸ ਪਾਸੇ ਵੱਲ ਨੂੰ ਮੁੜਨ। ਮੈਨੂੰ ਲੱਗਦਾ ਵੀ ਇਹ ਪਿਛਲੇ ਸਮੇਂ ਦੀ ਰਾਜਨੀਤੀਵਾਨਾਂ ਦੇ ਕਾਰੇ ਜਾਂ ਉਹ 'ਚ ਅਸੀਂ ਵੀ ਜ਼ਿੰਮੇਵਾਰ ਹਾਂ। ਮੈਂ ਨਹੀਂ ਕਹਿੰਦਾ ਵੀ ਅਸੀਂ ਲੋਕ ਜਦੋਂ ਥੱਲੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਆ, ਲੋਕ ਵੀ ਇਹਨਾਂ ਚੱਕਰਾਂ 'ਚ ਫਸੇ ਰਹੇ, ਤੇ ਮੈਨੂੰ ਲੱਗਦਾ ਵੀ ਹੁਣ ਅਲਟੀਮੇਟਲੀ ਜਦੋਂ ਬਿਲਕੁਲ ਕੰਧ ਨਾਲ ਸਿਰ ਵੱਜਾ ਵਾ, ਤੇ ਉਦੋਂ ਥੋੜ੍ਹੀ ਬਹੁਤੀ ਉਹਨੂੰ ਆਈ ਵੀ ਸ਼ਾਇਦ ਇੱਕ ਵਾਇਬਲ ਆਲਟਰਨੇਟਿਵ ਲੱਭ ਲਈਏ, ਸ਼ਾਇਦ ਸਾਨੂੰ ਕੋਈ ਨਾ ਕੋਈ ਆਸ ਜਿਹੜੀ ਆ ਉਹਦੇ ਵਿੱਚੋਂ ਨਿਕਲੇ। ਡਾਕਟਰ ਸਾਹਿਬ, ਰਾਜਨੀਤਿਕ ਪਾਰਟੀਆਂ ਵੱਲੋਂ ਮੇਰਾ ਇੱਕ ਇਤਰਾਜ਼ ਹੈ, ਪੱਤਰਕਾਰਾਂ ਵੱਲੋਂ ਨਹੀਂ, ਕਿ ਤੁਸੀਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀ ਸੇਮ ਵਿਚਾਰਧਾਰਾ ਤੇ ਉਹਨਾਂ ਨੇ ਕੰਮ ਨਹੀਂ ਕਰ ਸਕੇ ਚੰਗੀ ਤਰ੍ਹਾਂ। ਉਹ ਤਾਂ ਕਹਿੰਦੇ ਅਸੀਂ 94% ਵਾਅਦੇ ਪੂਰੇ ਕੀਤੇ, ਇੱਕ ਕਹਿੰਦੇ ਅਸੀਂ 99 ਕੀਤੇ। ਜਦੋਂ 2002 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਜਾਣ ਲੱਗੀ ਆ, 7 'ਚ ਕੈਪਟਨ ਸਾਹਿਬ ਦੀ, ਫਿਰ ਮੁੜ ਕੇ ਇਹਨਾਂ ਦੀਆਂ, ਫਿਰ 17 'ਚ ਕੈਪਟਨ ਸਾਹਿਬ, ਜਦੋਂ ਉਹ ਤਾਂ ਇਸ਼ਤਿਹਾਰ ਅਸੀਂ ਵੱਡੇ ਪੜ੍ਹਿਆ ਕਿ ਅਸੀਂ ਤਾਂ ਪੰਜਾਬ ਜਗਾ ਹੀ ਦਿੱਤਾ, ਅਸੀਂ ਤਾਂ ਪੰਜਾਬ ਸੋਨੇ ਦਾ ਬਣਾਤਾ, ਇੱਥੇ ਉਦਯੋਗ ਵੀ ਬੜੇ ਨੇ, ਇੱਥੇ ਰੁਜ਼ਗਾਰ ਵੀ ਬਹੁਤ ਹੈ, ਪੰਜਾਬ ਤਾਂ ਹੁਣ ਅੱਜ ਤਾਂ ਭੰਗੜੇ ਪਾਉਂਦਿਆਂ ਦੀਆਂ ਫੋਟੋ ਦੇਖੀਆਂ ਅਖਬਾਰਾਂ 'ਤੇ, ਤੁਸੀਂ ਕਿਹਨੇ ਕੀਤਾ? ਕੱਖ ਨਹੀਂ।
ਦੇਖੋ ਕਿਹੜਾ ਉਹਨਾਂ ਦਾ ਏਜੰਡਾ ਕਿਹੜਾ ਸੀ, ਕੀ ਉਹਨਾਂ ਨੇ ਪੂਰਿਆ। ਪੰਜਾਬ ਦੇ ਵਿੱਚ ਦੱਸਿਆ ਜਿਹੜਾ ਥੋੜਾ ਬਹੁਤ ਇੰਡਸਟਰੀ ਹੈਗੀ, ਸਾਰੀ ਇੰਡਸਟਰੀ ਮੂਵ ਹੋ ਗਈ। ਪੰਜਾਬ ਦੀ ਢਾਂਚਾਗਤ ਪ੍ਰੋਬਲਮ ਹੈਗੀ, ਪੰਜਾਬ ਬਾਰਡਰ ਸਟੇਟ ਆ ਜੀ। ਬਾਰਡਰ ਸਟੇਟ ਉਹ ਬਾਰਡਰ ਹੈਗਾ ਜਿਹੜਾ ਦੁਨੀਆ ਦਾ ਸਭ ਤੋਂ ਹੋਸਟਾਈਲ ਬਾਰਡਰ ਆ। ਅਸੀਂ ਲੜਾਈਆਂ ਅਸੀਂ ਦੇਸ਼ ਦੀਆਂ ਲੜੀਆਂ, ਪਰ ਭੁਗਤਣਾ ਪੰਜਾਬ ਵਾਲਿਆਂ ਨੂੰ ਪਿਆ। ਇਹਨਾਂ ਦਾ ਏਜੰਡਾ ਬਣਦਾ ਸੀ ਕਹਿਣ ਵਾਸਤੇ ਪਹਾੜੀ ਜਿਹੜੇ ਸਟੇਟਾਂ ਹੈਗੀਆਂ ਸੀਗੀਆਂ ਉਹਨਾਂ ਨੂੰ ਤੁਸੀਂ ਉਹ ਜਿਹੜਾ ਹੈਗਾ ਸੀ ਸਟੇਟ ਦੇ ਕੇ ਸਾਰੀ ਇੰਡਸਟਰੀ ਉੱਥੇ ਆ ਗਈ। ਔਰ ਜਿਹੜੀ ਲੀਡਰਸ਼ਿਪ ਰਹੀ ਹੈ ਸਾਡੇ ਕੋਲ, ਕਿਉਂਕਿ ਇੱਕ ਕੋਸਟਲ ਏਰੀਆ ਤਾਂ ਬਹੁਤ ਦੂਰ, ਅੱਜ ਕੱਲ੍ਹ ਇੰਪੋਰਟ ਐਕਸਪੋਰਟ ਤੋਂ ਬਿਨਾਂ ਕੋਈ ਇੰਡਸਟਰੀ ਨਹੀਂ ਆਊਗੀ, ਹੈਵੀ ਇੰਡਸਟਰੀ ਆ ਨਹੀਂ ਸਕਦੀ। ਸਾਡੇ ਕੋਲ ਇੰਨੀ ਜ਼ਮੀਨ ਵੀ ਹੈਗੀ ਨਹੀਂ ਕਿ ਉਹ ਮਹਿੰਗੀ ਬਹੁਤ ਪੈਂਦੀ ਆ। ਇੱਕੋ ਹੀ ਕੰਮ ਹੋ ਸਕਦਾ ਸੀ ਵੀ ਤੇ IT ਇੰਡਸਟਰੀ ਅਸੀਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਬਹੁਤ ਵਧੀਆ, ਬੈਂਗਲੌਰ ਦੇ ਨਾਲੋਂ ਵੀ ਜਾਂ ਹੋਰਨਾਂ ਨਾਲੋਂ ਸਾਡੀ ਸਭ ਤੋਂ ਵਧੀਆ ਪਲੇਸ ਹੈਗੀ ਸੀ ਮੋਹਾਲੀ। ਤੇ ਜਿਹੜੀ ਆਪਣੀ ਸ਼ਿਵਾਲਿਕ ਦੀਆਂ ਪਹਾੜੀਆਂ ਸੀਗੀਆਂ, ਉੱਥੇ ਪਾਣੀ ਵੀ ਸੀਗਾ, ਉੱਥੇ ਹਵਾ ਵੀ ਚੰਗੀ ਸੀਗੀ, ਉੱਥੇ 에ਅਰਪੋਰਟ ਸੀਗੀ। ਉਹ ਤਾਂ ਜ਼ਮੀਨਾਂ ਨਾਲ ਲੀਡਰਾਂ ਨੇ ਮੰਨ ਲਈ ਜਿੱਥੇ IT ਦਾ, ਜਿੱਥੇ ਅੱਜ ਕੱਲ੍ਹ ਉਹ ਕਰਨ ਡੇ ਉਹਦੇ ਵਿੱਚੋਂ, ਕਿਉਂਕਿ ਇਹਨਾਂ 'ਚ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਜਿਹਨੂੰ IT ਦਾ ਦਿਮਾਗ ਹੋਵੇ। ਮੈਂ ਸੌਰੀ ਟੂ ਸੇ ਦਿਸ ਥਿੰਗ, ਜਿਹੜਾ ਬੰਦੇ ਨੂੰ ਪਤਾ ਹੀ ਨਹੀਂ, ਆਈਡੀਆ ਨਹੀਂ, ਇਹ ਤਾਂ ਕਣਕ ਝੋਨੇ 'ਚ ਰੁੱਝੇ ਰਹੇ, ਇਹ ਤਾਂ ਆਪਣੀ ਉਸੇ ਪਾਸੇ ਲਈ ਰੁੱਝੇ ਰਹੇ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹਨਾਂ ਦਾ ਤੁਸੀਂ ਕਿਹੜਾ ਏਜੰਡਾ ਕੀਤਾ ਕਿ ਇੱਕ ਸਰਕਾਰ ਨੇ ਆਣ ਕੇ ਨਾਲੀਆਂ ਪੱਕੀਆਂ ਕਰਤੀਆਂ, ਦੂਸਰੇ ਨੇ ਸਰਕਾਰ ਉਸੇ ਬੰਦੇ ਨੇ ਆਣ ਕੇ ਨਾਲੀਆਂ ਪੁੱਟ ਕੇ ਨਵੀਆਂ ਬਣਾਤੀਆਂ। ਮੜੀਆਂ ਜ਼ਰੂਰ ਇਹਨਾਂ ਨੇ ਬਣਾਈਆਂ ਲੋਕਾਂ ਵਾਸਤੇ, ਉਹ ਇਹਨਾਂ ਦਾ ਏਜੰਡਾ ਹੋ ਸਕਦਾ। ਐਜੂਕੇਸ਼ਨ ਕਿੱਥੇ? 1997 ਤੋਂ ਬਾਅਦ ਕਾਲਜਸ ਦੇ ਵਿੱਚ ਇੱਕ ਵੀ ਟੀਚਰ ਭਰਤੀ ਨਹੀਂ ਹੋਇਆ, ਤੁਸੀਂ ਰੈਫਰੈਂਸ ਦਿੱਤਾ ਉਹਦੇ ਵਿੱਚੋਂ। ਨਾਲ ਦੇ ਸਟੇਟ ਹਰਿਆਣਾ ਦੇ ਵਿੱਚ 100, 150, 125 ਸਰਕਾਰੀ ਕਾਲਜ ਆ, ਹਿਮਾਚਲ ਦੇ ਵਿੱਚ ਹੈਗਾ, ਸਾਡੇ ਨਹੀਂ ਹੈਗਾ। ਦੂਸਰੀ ਗੱਲ ਇੱਕ ਹੈਗੀ ਆ ਕਿ ਇਹਨਾਂ ਨੇ ਹੈਲਥ ਵਾਲੇ ਪਾਸੇ ਕੀ ਕੀਤਾ, ਉਹਦੇ ਵਿੱਚੋਂ ਸਾਰਾ ਪ੍ਰਾਈਵੇਟੇਸ਼ਨ ਵਾਲਾ ਪਾਸਾ ਆ ਗਿਆ ਉਹਦੇ ਵਿੱਚੋਂ। ਔਰ ਜਿਹੜੀਆਂ ਨੇ 108 ਦੀਆਂ ਗੱਡੀਆਂ ਸੀਗੀਆਂ, ਆਮ ਸੌਰੀ ਟੂ ਸੇ, ਇਹ ਪਾਰਟੀਆਂ ਵਾਲੇ ਉਹ 'ਚ ਸ਼ਰਾਬ ਵੇਚਦੇ ਰਹੇ। ਇਹ ਉਸ ਸਮੇਂ ਜਿਹੜੀ ਵੰਡਦੇ ਸੀ ਚੋਣਾਂ ਦੇ ਵਿੱਚ, ਇਹ ਸ਼ਰਾਬ ਜਿਹੜੀ ਬਾਰਡਰ ਏਰੀਆ ਦੇ ਵਿੱਚ, ਇਹਦੇ ਵਿੱਚ ਨਸ਼ਾ ਜਿਹੜਾ ਸੀਗਾ ਉਹ ਇਹਦੇ ਵਿੱਚ ਜਾਂਦਾ ਰਿਹਾ। ਜਿਹੜੀਆਂ ਇਹਨਾਂ ਨੇ ਉਹ ਗੱਡੀਆਂ ਉਹਦੇ ਵਿੱਚੋਂ ਸੀਗੀਆਂ, ਕਿਸੇ ਦੀ ਹਵਾ ਨਿਕਲੀ। ਕਿਹਨੂੰ ਇਹ ਮਾਡਲ, ਇਹ ਪਹਿਲੀ ਗੱਲ ਤਾਂ ਇਹ ਡਿਫਾਈਨ ਕਰਨ ਵੀ ਇਹਨਾਂ ਹਿਸਾਬ ਨਾਲ ਤਰੱਕੀ ਹੈ ਕੀ ਆ ਜੀ। ਆਪੇ ਤਰੱਕੀ ਕਹਿੰਦੇ ਕਿਹਨੂੰ ਕਿ ਇੰਪਲਾਇਮੈਂਟ ਸਾਡੇ ਹਿਸਾਬ ਨਾਲ ਹੈਗੀ, ਇੰਪਲਾਇਮੈਂਟ ਹੈ, ਡਿਵੈਲਪਮੈਂਟ ਹੈ, ਲੋਕਾਂ ਦਾ ਜੀ ਲੱਗੇ ਉਹਦੇ ਵਿੱਚੋਂ। ਨਸ਼ੇ ਕਿੱਦਾਂ ਵੱਧ ਗਏ? ਹਵਾ 'ਚ ਕੁਛ ਨਹੀਂ ਵੱਧਦਾ ਉੱਤੋਂ। ਜੇ ਨਸ਼ੇ ਬਹੁਤ ਜ਼ਿਆਦਾ ਲੈ ਕੇ ਕੀਤਾ ਤਾਂ ਉਹ ਤਰੱਕੀ ਆ, ਤੇ ਫਿਰ ਅਸੀਂ ਮੰਨ ਲੈਂਦੇ ਹਾਂ। ਪਾਣੀ ਦਾ ਜਿਹਨਾਂ ਨੇ ਬੁਰਾ ਹਾਲ ਕੀਤਾ ਤੇ ਉਹ ਅਸੀਂ ਮੰਨ ਲੈਂਦੇ ਹਾਂ। ਡਿਵਰਸੀਫਿਕੇਸ਼ਨ ਦੀ ਕੋਈ ਗੱਲ ਨਹੀਂ, ਮੰਨ ਲੈਂਦੇ ਹਾਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੱਡਾ ਰੋਲ ਸੀ ਪੰਜਾਬ 'ਚ ਗ੍ਰੀਨ ਰੈਵੋਲੂਸ਼ਨ ਲਾਉਣ ਦੇ। ਅੱਜ ਉੱਥੇ ਉਹ ਯੂਨੀਵਰਸਿਟੀ ਦਾ ਇਹ ਹਾਲ ਹੈਗਾ ਕਿ ਪਿਛਲੇ ਕੁਝ ਸਮੇਂ ਤੋਂ ਵਾਈਸ ਚਾਂਸਲਰ ਨਹੀਂ ਹੈਗਾ, ਸਾਰੀਆਂ ਪੋਜੀਸ਼ਨਾਂ ਖਾਲੀ ਪਈਆਂ ਉਹਦੇ ਵਿੱਚੋਂ। ਪੈਨਸਲ ਖਰੀਦਣ ਵਾਸਤੇ ਜਿਹੜਾ ਉਹ ਹੈੱਡ ਕੋਲ ਜਿਹੜੀ ਹੈਗੀ ਉਹ ਆਟੋਨਮੀ ਨਹੀਂ ਹੋਗੀ ਉਹਦੇ ਵਿੱਚੋਂ, ਸਾਰਾ ਕੁਝ ਸੈਂਟਰਲਾਈਜ਼ ਕਰ ਲਿਆ। ਇਹਨਾਂ ਸਰਕਾਰਾਂ ਨੇ ਪਹਿਲੇ ਸਮੇਂ ਦੇ ਵਿੱਚ ਪਾਵਰ ਨੂੰ ਸੈਂਟਰਲਾਈਜ਼ ਕੀਤਾ, ਕਰਪਸ਼ਨ ਨੂੰ ਡੀਸੈਂਟਰਲਾਈਜ਼ ਕੀਤਾ ਤੇ ਵੈਂਡੇਟਾ ਨੂੰ ਜਿਹੜਾ ਡੀਸੈਂਟਰਲਾਈਜ਼ ਕੀਤਾ ਕਿ ਧੜੇਬੰਦੀ ਇਹਨਾਂ ਨੇ ਵਧਾਈ। ਪਿੰਡਾਂ ਦੀਆਂ ਪੰਚਾਇਤਾਂ ਤੋਂ ਕੰਮ ਸ਼ੁਰੂ ਕੀਤਾ ਕਿ ਪੰਚਾਇਤਾਂ ਦੀਆਂ ਇਲੈਕਸ਼ਨ ਇੱਦਾਂ ਹੋਣੀ ਚਾਹੀਦੀਆਂ ਵੀ ਅੱਜ ਅਕਾਲੀ ਸਾਰੇ ਜਿੱਤਣਗੇ, ਕਾਂਗਰਸੀ ਜਿੱਤਣਗੇ, ਜਾਂ ਜਿੰਨਾ ਕੋਈ ਜ਼ਿਆਦਾ ਪੈਸੇ ਖਰਚੂਗਾ ਓਨਾ ਹੀ ਹੋ ਜਾਊਗਾ। ਰਾਦਰ ਇਹਨਾਂ ਲੋਕਾਂ ਜਿਹੜੀ ਹਾਲਤ ਮੌਜੂਦਾ ਹੈ ਉਹਦੇ ਲਈ ਵੱਡੇ ਹੱਦ ਤੱਕ ਇਹ ਜ਼ਿੰਮੇਵਾਰ ਹੈ, ਕਿਉਂਕਿ ਇਹਨਾਂ ਦਾ ਏਜੰਡਾ ਕੀ ਸੀਗਾ। ਤੁਸੀਂ ਇਹਨਾਂ ਦੇ ਮੈਂ ਸਾਰੇ ਮੈਨੀਫੈਸਟੋ ਪੜ੍ਹੇ ਆ, ਇਹਨਾਂ ਨੂੰ ਦੱਸੋ ਕਿਹੜਾ ਮੈਨੀਫੈਸਟੋ ਜਿਹੜਾ ਲੋਕਾਂ ਵਾਸਤੇ ਆ, ਕਿਉਂਕਿ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਹੈ। ਲੋਕ ਕਿੱਦਾਂ ਅੱਗੇ ਵਧਦੇ? ਐਜੂਕੇਸ਼ਨ ਲਈ ਵਧਦੇ ਆ। ਫਿਰ ਇਹਨਾਂ ਨੇ ਫਰੀਬੀਜ਼ ਦਾ ਕੰਮ ਸ਼ੁਰੂ ਕਰਤਾ ਕਿ ਪੰਜਾਬ ਨੂੰ ਕਹਿੰਦੇ ਇਹ ਵੇਲੇ ਅਸੀਂ 80% ਨੂੰ ਆਟਾ ਦਾਣ ਦਿੰਦੇ ਹਾਂ। ਪੰਜਾਬ ਤੇ ਸਾਰੇ ਦੇਸ਼ ਨੂੰ ਰਾਸ਼ਨ ਖਵਾਲਦਾ ਵਾ। ਕੀ ਇਹਨਾਂ ਨੂੰ ਆਟਾ, ਇਹਨਾਂ ਨੇ ਉਹਨਾਂ ਨੂੰ ਫਰੀਬੀਜ਼ ਦੇ ਉੱਤੇ ਲਾ ਦਿੱਤਾ, ਉਹਦੇ ਵਿੱਚੋਂ ਲੋਕਾਂ ਨੂੰ ਅਗਲੇ ਪਾਸੇ ਉੱਠਣ ਨਹੀਂ ਦਿੱਤਾ। ਜਦੋਂ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਲੈ ਕੇ ਆਉਂਦੇ ਸਾਰਾ ਪੰਜਾਬ ਬੁੱਢਾ ਹੋ ਜਾਂਦਾ ਵਾ ਹੈ। ਜਦੋਂ ਗਰੀਬੀ ਦੀ ਗੱਲ ਕਰਦੇ ਸਾਰੇ ਗਰੀਬ ਹੋ ਜਾਂਦੇ। 50% ਗਰੀਬੀ ਕਿੱਥੇ ਪੰਜਾਬ ਦੇ ਵਿੱਚ ਹੈਗੀ ਆ। ਸੋ ਇਹਨਾਂ ਨੇ ਸਿਰਫ ਵੋਟਾਂ ਲੈਣ ਬਦਲੇ ਉਹ ਕੰਮ ਕੀਤਾ। ਇਹ ਠੀਕ ਆ ਕਿ 2012 ਦੇ ਵਿੱਚ ਜਿਹੜਾ PP ਬਣੀ ਸੀ 4.67% ਵੋਟ ਮਿਲੀ ਸੀਗੀ ਉਹਨੂੰ ਟੋਟਲ। ਉਹਦੇ ਵਿੱਚੋਂ ਵੱਡੀ ਵੋਟ ਜਿਹੜੀ ਸੀ ਉਹ ਅਕਾਲੀ ਦਲ ਦੀ ਆਈ ਸੀ। ਇਹ ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਉਹਨਾਂ ਨੇ ਵੀ ਕਾਂਗਰਸ ਦਾ ਨੁਕਸਾਨ ਕੀਤਾ, ਨਹੀਂ ਕਾਂਗਰਸ ਤੋਂ ਬਹੁਤ ਘੱਟ ਆਈ ਸੀਗੀ। ਪਰ ਜਿਹੜੀ ਉਹ ਫਰੀਬੀ ਸੀਗੀ ਉਦੋਂ ਆਟਾ ਦਾਲ ਵੰਡਦੇ ਸੀ, ਉਦੋਂ ਕੰਮ ਕਰ ਗਏ ਜੀ। ਫਿਰ ਇਸੇ ਤਰੀਕੇ ਨਾਲ ਇਹਨਾਂ ਨੇ ਬਿਜਲੀ ਸਿਸਟਮ ਸਾਡਾ ਡਿਮੋਲਿਸ਼ ਕੀਤਾ ਹੈ। ਸਰਪੰਚ ਆਪਣੇ ਘਰਾਂ ਦੇ ਵਿੱਚ ਕੁੰਡੀਆਂ ਲਾਈ, ਜੋ ਮਰਜ਼ੀ ਕਰਨ। ਸਰਪੰਚ ਨੂੰ ਕਰ ਲਿਆ ਵੀ ਜੋ ਤੂੰ ਕਰਨਾ ਉੱਥੇ ਕਰੇ ਜਾ। ਥਾਣੇ ਇਹਨਾਂ ਨੇ ਜਿਹੜੇ ਵੇਚਣੇ ਸ਼ੁਰੂ ਕਰ ਦਿੱਤੇ, ਕਰਪਸ਼ਨ ਦੀ ਹੱਦ ਬੰਨੇ ਇਹਨਾਂ ਨੇ ਸ਼ੁਰੂ ਕਰਤੀ। ਹਲਕਾਬੰਦੀ ਇਸ ਕਿਸਮ ਦੀ ਹੋਈ ਆ ਕਿ ਜਿਹੜਾ ਲੈਜਿਸਲੇਟਿਵ ਅਸੈਂਬਲੀ ਹੈਗੀ ਆ ਉਹ ਜਿਹੜਾ ਸਬ ਡਿਵੀਜ਼ਨ ਦੇ ਨਾਲ ਜੁੜ ਜਾਵੇ। MLA ਦੇ ਕਹਿ ਦੇ ਉੱਤੇ ਮੁਨਸ਼ੀ ਤੋਂ ਲੈ ਕੇ ਤੇ DSP ਤੱਕ ਲੱਗਦਾ ਸੀ। ਇਹ ਤਰੱਕੀ ਇਹਨਾਂ ਦੀ। ਮਤਲਬ ਸਿਸਟਮ ਨੂੰ ਮੈਂ ਤਾਂ ਕਹਿੰਦਾ ਵੀ ਸਿੱਧੇ ਤੌਰ 'ਤੇ ਜੇ ਇਹ ਸਿਸਟਮ ਇਸ ਵੇਲੇ ਇਸ ਹੱਦ ਤੱਕ ਪਹੁੰਚਾ, ਇਹ ਪਾਰਟੀਆਂ ਔਰ ਇਹ ਦੋਨੋਂ ਧਿਰਾਂ, ਜਿਹੜੀ ਤੁਸੀਂ ਗੱਲ ਕੀਤੀ ਵੀ ਇੱਕ ਪੰਜਾਬੀ 'ਚ ਕਹਾਵਤ ਹੈਗੀ ਜੱਟ ਜੱਟਾਂ ਦੇ ਸਾਲੇ ਵਿੱਚੇ ਕਾਲੇ ਮਾਲੇ, ਤਾਂ ਅਕਾਲੀਆਂ ਦਾ ਵੀ ਇਹੀ ਹਾਲ ਸੀ, ਸਾਰੇ ਰਿਸ਼ਤੇਦਾਰ ਆਪਸ ਵਿੱਚ। ਅੱਛਾ ਡਾਕਟਰ ਸਾਹਿਬ, ਮੈਂ ਮਾਫ ਕਰਨਾ ਤੁਹਾਡੀ ਗੱਲ ਵਿੱਚ ਰੋਕ ਰਿਹਾ। 2022 ਦੀ ਵਿਧਾਨ ਸਭਾ ਚੋਣ, ਮੈਂ 4 ਸਾਲ ਪਹਿਲਾਂ ਦਾ ਤੁਹਾਡਾ ਇੱਕ ਇੱਦਾਂ ਹੀ ਪ੍ਰੋਗਰਾਮ ਸੁਣ ਰਿਹਾ ਸੀ ਕਿਸੇ ਥਾਂ ਦੇ ਉੱਤੇ। ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਨਹੀਂ ਵੀ ਜਾਣੀ ਵੀ ਅਜੇ ਇਹਨਾਂ ਨੂੰ ਜਥੇਬੰਦਕ ਤੌਰ 'ਤੇ ਜਾਓ, ਗੱਲ ਨਹੀਂ ਹੈ। ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ
ਅਕਾਲੀ ਦਲ ਦੀਆਂ 3 ਸੀਟਾਂ ਆਈਆਂ, ਕਾਂਗਰਸ ਪਾਰਟੀ 17 77 80 ਤੋਂ 20 ਤੋਂ ਵੀ ਥੱਲੇ ਰਹਿ ਗਈ, ਵੱਡੇ ਵੱਡੇ ਲੀਡਰ ਹਾਰ ਗਏ। ਇਹ ਹਾਰ ਜਿੱਦਾਂ ਤੁਸੀਂ ਸਾਰੇ ਦਾ ਸਾਰਾ ਤੋੜਾ ਝਾੜਿਆ ਕਿ ਭਾਈ ਕੀਤਾ ਕੱਖ ਨਹੀਂ, ਗਲਤ ਡਾਇਰੈਕਸ਼ਨ 'ਚ ਲੈ ਕੇ ਗਏ, ਇਹਨੂੰ ਇਹਨਾਂ ਪਾਰਟੀਆਂ ਦੀ ਹਾਰ ਮੰਨੀਏ ਜਾਂ ਆਮ ਆਦਮੀ ਪਾਰਟੀ ਦੀ ਜਿੱਤ ਮੰਨੀਏ? ਯਾਨੀ ਲੋਕਾਂ ਨੇ ਕੀ ਲੱਗਦਾ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਕੋਲੇ ਵਿਜ਼ਨ ਬਹੁਤ ਵਧੀਆ ਜਾਂ ਉਹਨਾਂ ਨੇ ਚੱਕ ਦੇਣੇ ਫੱਟੇ, ਜਾਂ ਫਿਰ ਉਹਨਾਂ ਦੇ ਕੋਲ ਅਲਟਰਨੇਟਿਵ ਹੀ ਕੋਈ ਨਹੀਂ ਸੀ? ਕਹਾਣੀ ਕਿੱਥੇ ਗਿਆ ਜੀ? WhatsApp ਇੱਕ ਗੱਲ ਹੈਗਾ ਕਿ ਮੈਨੂੰ ਲੱਗਦਾ ਕਿ ਚੰਗੀ ਗੱਲ ਇਹ ਆ ਕਿ ਉੱਥੇ ਲੋਕੀ ਜਿਹੜਾ ਪਿੱਛੇ ਤੋਂ ਗੱਲ ਸ਼ੁਰੂ ਕੀਤੀ ਇੰਡੀਵਿਜੂਅਲ ਆਟੋਨਮਸ ਹੋ ਗਿਆ। ਇੱਕ ਘਰ ਦੇ ਵਿੱਚ ਜੇ 3 ਪੀੜ੍ਹੀਆਂ ਆਵਾਂ ਤੇ 3 ਪੀੜ੍ਹੀਆਂ ਦੀ 3 ਚੋਇਸ ਹੈਗੀ ਆ ਜੀ। ਬਾਬਾ ਵੱਡਾ ਅਕਾਲੀ ਵੀ ਹੋ ਸਕਦਾ, ਜਿਹੜਾ ਮਿਡਲ ਵਾਲਾ ਉਹ ਕਾਂਗਰਸੀ ਹੋ ਸਕਦਾ, ਪਰ ਨਵੀਂ ਯੂਥ ਇਸ ਪਾਸੇ ਆ ਗਈ। 40% ਸਾਡੀ ਜਿਹੜੀ ਹੈਗੀ ਆ ਪਾਪੂਲੇਸ਼ਨ ਉਹ ਯੰਗ ਪਾਪੂਲੇਸ਼ਨ ਹੈਗੀ ਆ। ਜਿਹੜੀ ਤੁਸੀਂ ਆਹ ਗੱਲ ਕੀਤੀ ਆ ਨਾ, ਤੇ ਆਮ ਆਦਮੀ ਪਾਰਟੀ ਉਹਨਾਂ ਦੀ ਲੋਕਾਂ ਦੀ ਚੋਇਸ ਸੀਗੀ ਜੀ, ਉਹਨੂੰ ਅਸੀਂ ਐਕਸਪਲੇਨ ਕਰਨਾ ਹੁੰਦਾ। ਰਾਜਨੀਤੀ ਦੇ ਵਿੱਚ ਇੱਕੇ ਨੂੰ ਜਿੱਥੋਂ ਜਿੰਨੀਆਂ ਮਰਜ਼ੀ ਐਕਸਪਲੇਨੇਸ਼ਨ ਦੇ ਲੋਕ, ਅੱਧਾ ਗਲਾਸ ਖਾਲੀ ਵੀ ਅੱਧਾ ਭਰਿਆ ਵੀ ਆ। ਬਾਈ ਡਿਫਾਲਟ ਕਹਿ ਲਓ, ਲੋਕਾਂ ਨੇ ਮਨ ਬਣਾ ਲਿਆ ਵੀ ਇਹਨਾਂ ਨੂੰ ਸਬਕ ਸਿਖਾਉਣਾ, ਦੁਖੀ ਹੋ ਕੇ ਕੋਈ ਵੀ ਹੋਵੇ। ਜਿੰਨਾ ਵੱਡਾ ਲੀਡਰ ਸੀ ਉਹਨਾਂ ਹੀ ਉਹਦੇ ਖਿਲਾਫ ਜ਼ਿਆਦਾ ਗੁੱਸਾ ਸੀਗਾ। ਇੱਕ 3 ਤਰੀਕੇ ਹੁੰਦੇ ਜਦੋਂ ਵੋਟਾਂ ਲੋਕ ਪਾਉਂਦੇ ਆ, ਬਹੁਤ ਸਾਰੇ। ਇੱਕ ਤਾਂ ਮੁੱਦੇ ਹੁੰਦੇ ਆ ਵੀ ਤੁਹਾਡਾ ਕਿਹੜਾ ਮੁੱਦਾ ਸੀਗਾ। ਦੂਸਰਾ ਹੁੰਦਾ ਵੀ ਤੁਸੀਂ ਵੋਟ ਲੀਡਰ ਨੂੰ ਪਾ ਰਹੇ ਹੋ, ਤੁਸੀਂ ਪਾਰਟੀ ਨੂੰ ਪਾ ਰਹੇ ਹੋ ਜਾਂ ਕੈਂਡੀਡੇਟ ਨੂੰ ਪਾ ਰਹੇ ਹੋ। ਇਸ ਵਾਰੀ ਜਿਹੜੀ ਵੋਟਾਂ ਪਾਈਆਂ ਲੋਕਾਂ ਨੇ ਪਾਰਟੀ ਨੂੰ ਪਾਈਆਂ। ਠੀਕ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇਖਿਆ ਵੀ ਜਿਹੜਾ ਵੀ ਉਹਨੂੰ ਵੋਟਾਂ ਪਾ ਦਿੱਤੀਆਂ ਜਾਣ ਉਹਦੇ ਵਿੱਚੋਂ, ਜਿਹੜਾ ਮਰਜ਼ੀ ਖੜਾ ਹੋ ਗਿਆ। 92 ਸੀਟਾਂ ਅਜੇ ਤੱਕ ਕਿਸੇ ਨੂੰ ਉਹਦੇ ਵਿੱਚੋਂ ਨਹੀਂ ਮਿਲੀਆਂ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਵੋਟਾਂ ਪਾਤੀਆਂ ਤੇ ਇਹਨਾਂ ਨੇ ਟੇਕਨ ਫਾਰ ਗ੍ਰਾਂਟਡ ਲਿਆ। ਉਸ ਵੇਲੇ ਲੋਕਾਂ ਨੇ ਸਭ ਇਹਨਾਂ ਨੂੰ ਸੰਗਰੂਰ ਸਿਖਾਤਾ। ਠੀਕ ਹੈ, ਇਹ ਬਹੁਤ ਪੋਜ਼ਿਟਿਵ ਗੱਲ ਹੈ। ਘੱਟੋ ਘੱਟ ਤੁਸੀਂ ਜਿਹੜੀ ਇੰਡੀਵਿਜੂਅਲ ਜਿਹੜਾ ਹੈਗਾ ਵਾ ਉਹ ਆਟੋਨਮਸ ਹੋ ਰਿਹਾ, ਆਪਣੀ ਮਰਜ਼ੀ ਦੇ ਨਾਲ ਗੱਲ ਕਰ ਰਿਹਾ। ਹਾਂ, ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ 17 ਦੇ ਵਿੱਚ ਬਹੁਤ ਆਰਾਮ ਰੌਲਾ ਸੀ, ਪਰ ਇਹਨਾਂ ਦੀਆਂ ਬਹੁਤ ਸਾਰੀਆਂ ਬਜ਼ਰ ਗਲਤੀਆਂ ਸੀਗੀਆਂ। 2014 ਦੀ ਇਲੈਕਸ਼ਨ 'ਚ ਦੇਖਿਆ ਸੀ ਵੀ ਕੋਈ ਨਹੀਂ ਸੀਗਾ, ਨਾ ਤੰਦ ਨਹੀਂ ਸੀ, ਤਾਣੀ ਸੀ, ਕੁਛ ਨਹੀਂ ਸੀ। 25% ਵੋਟਾਂ ਨੂੰ ਮਿਲ ਗਿਆ ਸੀਗੀਆਂ, ਕਿਉਂਕਿ ਉਸ ਵੇਲੇ ਜਿਹੜੇ ਲੀਡਰ ਚੁਣੇ ਸੀਗੇ ਉਹ ਹੋਰ ਤਰੀਕੇ ਨਾਲ ਚੁਣੇ ਗਏ ਸੀਗੇ। 17 'ਚ ਫਿਰ ਇਹਨਾਂ ਨੇ ਉਹ ਨੈਟਵਰਕਿੰਗ ਸਾਰੀ ਦੂਸਰੀ ਸ਼ੁਰੂ ਕਰਤੀ, ਲੋਕਾਂ ਨੇ ਆਊਟਰਾਈਟਲੀ ਰਿਜੈਕਟ ਕਰਤਾ। ਅਮਰਿੰਦਰ ਸਿੰਘ ਨੂੰ ਇਸ ਕਰਕੇ ਲੈ ਕੇ ਆਏ 10 ਸਾਲਾਂ ਦੇ ਅਕਾਲੀਆਂ ਤੋਂ ਬਾਅਦ ਕਿ ਅਮਰਿੰਦਰ ਸਿੰਘ ਦਾ ਜਿਹੜਾ 2002 ਤੋਂ 2007 ਵਾਲਾ ਰਜੀਮ ਸੀਗਾ ਉਹ ਰਿਲੇਟਿਵਲੀ ਠੀਕ ਠਾਕ ਸੀਗਾ। ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ 10 ਫਸਲਾਂ ਹੋਈਆਂ ਵਾ ਉਹ ਫਸਲਾਂ ਵਿਕਦੀਆਂ ਰਹੀਆਂ, ਕਿਉਂਕਿ ਕਿਸਾਨੀ ਨੂੰ ਫਸਲਾਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਵਾ। ਇੱਕ ਸਾਡੀ ਯਾਦ ਸ਼ਕਤੀ ਬਹੁਤੀ ਕਈ ਵਾਰੀ ਉਹ ਨਹੀਂ ਹੁੰਦੀ। ਇੱਕ ਉਹ ਰਿਲੀਜਨ ਵਾਲਾ ਪਾਰਟ ਵੀ ਆ ਗਿਆ ਵੀ ਚੱਲ ਯਾਰ ਸਹੁੰ ਖਾਣ ਡਿਆ ਹੈਗਾ ਵਾ ਤੇ ਚੱਲ ਠੀਕ ਆ, ਕਾਂਗਰਸ ਉੱਤੇ ਗੁੱਠੇ ਲੱਗਣ ਡਈ ਆ। ਆਪਣੇ ਵੀ ਲੋਕਾਂ ਦਾ ਹੁੰਦਾ ਨਾ ਵੀ ਜਿਹੜਾ ਬੰਦਾ ਇਹਦੀ ਮਦਦ ਕੀਤੀ ਜਾਵੇ ਵੀ ਇਹਨੂੰ ਅਪਰਚੂਨਿਟੀ ਦੇ ਦਿਓ ਤੁਸੀਂ। ਇੱਕ ਆਪ ਨੇ ਬਹੁਤ ਹੌਬਨਬਿੰਗ ਕੀਤੀ, ਇਹ ਐਕਸਟ੍ਰੀਮ ਲੈਫਟ ਨਾਲ ਵੀ ਚਲੇ ਗਏ, ਐਕਸਟ੍ਰੀਮ ਰਾਈਟ ਨਾਲ ਵੀ ਚਲੇ ਗਏ, ਔਰ ਇਹਦੇ ਨਾਲ ਹੋਰ ਇਹਨਾਂ ਨੇ ਜਿਹੜੀਆਂ ਖਾਸ ਕਰਕੇ ਟਿਕਟਾਂ ਦੇ ਵਿੱਚ ਰੌਲਾ ਪੈ ਗਿਆ, ਕ੍ਰੈਡੀਬਿਲਿਟੀ ਲੂਜ਼ ਕਰਕੇ। ਠੀਕ ਹੈ, ਇਸ ਵਾਰੀ ਉਹਨਾਂ ਕੋਲ ਆਪਸ਼ਨ ਨਹੀਂ ਸੀ। ਉਹਨਾਂ ਨੇ ਅਕਾਲੀ ਵੀ ਵੇਖ ਲਏ, ਉਹਨਾਂ ਕਾਂਗਰਸੀ ਵੇਖ ਲਏ। ਤਾਂ ਪੰਜਾਬੀ 'ਚ ਕਹਾਵਤ ਹੁੰਦੀ ਵੀ ਭਾਵੇਂ ਇਹਨਾਂ ਨੂੰ ਨਹੀਂ ਪਾਉਣੀ, ਭਾਵੇਂ ਕਾਲੇ ਚੋਰ ਨੂੰ ਜਿਹੜਾ ਨਾ ਤੁਸੀਂ ਜਿਹੜੀ ਕਰ ਦਿਓ। ਉਹਦੇ ਵਿੱਚੋਂ ਹੋਇਆ ਇੱਦਾਂ, ਪਰ ਇਹਦੇ ਨਾਲ ਐਕਸਪੈਕਟੇਸ਼ਨਸ ਰਾਈਜ਼ ਹੋਈਆਂ ਕਿਉਂਕਿ ਨਵੇਂ ਬੰਦੇ ਆਏ। ਹੁਣ ਪੰਜਾਬ ਦੇ ਲੋਕ ਘਾਗ ਖਾਨਦਾਨੀ ਤੇ 3 ਪੀੜ੍ਹੀਆਂ ਵਾਲੇ 5 ਪੀੜ੍ਹੀਆਂ ਵਾਲੇ ਲੀਡਰਾਂ ਨੂੰ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੇ ਸਪੇਸ ਕਿਸੇ ਨੂੰ ਦਿੱਤੀ ਨਹੀਂ। ਉਹ ਗਾਂ ਮੁੰਡਾ ਤਿਆਰ ਕਰ ਲੈਂਦੇ ਆ, ਕੋਈ ਕੁੜੀ ਤਿਆਰ ਕਰ ਲੈਂਦਾ, ਕੋਈ ਭਰਾ ਤਿਆਰ ਕਰ ਲੈਂਦਾ, ਕੋਈ ਦੂਸਰਾ ਤਿਆਰ ਕਰ ਲੈਂਦਾ। ਇਹਦੇ ਵਿੱਚ 82 ਬੰਦੇ ਜਿਹੜੇ ਆ ਬਿਲਕੁਲ ਨਵੇਂ ਆਏ, ਉਹਨਾਂ 'ਚ ਬਹੁਤੇ ਪੰਚਾਇਤ ਦੇ ਮੈਂਬਰ ਵੀ ਨਹੀਂ ਬਣੇ। ਸੋ ਇੱਕ ਤਾਂ ਪੋਜ਼ੀਟਿਵ ਗੱਲ ਇਹ ਹੋਈ ਵੀ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਲਾਂਭੇ ਰੱਖੋ, ਪਰ ਇਹਨਾਂ ਤੋਂ ਆਸਾਂ ਬਹੁਤ ਆ, ਐਕਸਪੈਕਟੇਸ਼ਨਸ ਬਹੁਤ ਆ ਕਿ ਜੇ ਐਕਸਪੈਕਟੇਸ਼ਨ ਫੁੱਲਫਿਲ ਕਰਦੇ ਆ ਤਾਂ ਮੇਰੇ ਖਿਆਲ ਇਹ ਹੋਰ ਸਟਰੈਂਥਨ ਹੁੰਦੇ। ਆਮ ਆਦਮੀ ਪਾਰਟੀ ਅਜੇ ਵੀ ਪਾਰਟੀ ਨਹੀਂ ਹੈ। ਮੈਂ ਤਾਂ ਪਬਲਿਕ ਸਪੇਸ 'ਚ ਕਹਿਣਾ ਕਿ ਵੇਅਰ ਇਜ਼ ਦਾ ਪਾਰਟੀ, ਆਰਗੇਨਾਈਜ਼ ਸਟਰਕਚਰ ਕਿੱਥੇ ਆ, ਕਿੱਦਾਂ ਤੁਸੀਂ ਚੁਣਦੇ ਜੋ, ਪ੍ਰਧਾਨ ਕਿਹੜਾ ਹੈ। ਅਜੇ ਵੀ ਕੋਈ ਕਨਵੀਨਰ ਥੋੜ੍ਹਾ ਹੁੰਦਾ ਪਾਰਟੀਆਂ ਦੇ। ਸਾਡੇ ਸਿਸਟਮ ਹੈਗਾ ਪਾਰਲੀਮੈਂਟਰੀ ਸਿਸਟਮ। ਪਾਰਲੀਮੈਂਟ ਨਿਜ਼ਾਮ ਦੇ ਵਿੱਚ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਆ। ਪ੍ਰੈਜ਼ੀਡੈਂਸ਼ੀਅਲ ਸਿਸਟਮ ਹੋਵੇ ਨਾ ਤਾਂ ਇੱਕ ਲੀਡਰ ਨਾਲ ਕੰਮ ਚੱਲ ਜਾਂਦਾ। ਤਾਂ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਸਪੋਰਟ ਦਿੱਤੀ, ਇਹ ਆਸ ਦੇ ਨਾਲ ਕਿ ਇਹ ਸਾਡੀਆਂ ਐਸਪੀਰੇਸ਼ਨ 'ਤੇ ਆਉਣਗੇ। ਜਿਹੜਾ ਲੱਗਦਾ ਕਿ ਪਿਛਲੇ 4 ਮਹੀਨਿਆਂ 'ਚ ਉਹ ਕੋਸ਼ਿਸ਼ ਕੀਤੀ ਆ ਔਰ ਉਹ ਕਰ ਰਹੇ ਆ। ਅਜੇ ਵੀ ਲੋਕ ਕੰਪੇਅਰ ਕਰਦੇ ਆ ਕਿ ਠੀਕ ਆ, ਜਿਹੜਾ ਆਪਣਾ ਦੂਸਰਾ ਸੀਗਾ ਪਹਿਲਿਆਂ ਨਾਲੋਂ ਚੰਗੇ ਆ। ਸੰਗਰੂਰ ਦੀ ਐਗਜ਼ਾਮਪਲ ਹੋਰ ਤਰੀਕੇ ਨਾਲ, ਉਹ ਬਹੁਤਾ ਵੱਡਾ ਗੁੱਸਾ ਸੀ। 7 ਰਾਜ ਸਭਾ ਦੇ ਮੈਂਬਰ ਜਿਹੜੇ ਹੈਗੇ ਸੀ ਉਹ ਇੱਕ ਪਾਰਟ ਸੀਗਾ, ਹੋਰ ਵੀ ਕਾਰਨ, ਲੋਕਲ ਕਾਰਨ ਵੀ ਹੈਗੇ ਸੀ ਉਹਦੇ ਵਿੱਚੋਂ। ਪਰ ਇੱਕ ਗੱਲ ਬਹੁਤ ਇੰਪੋਰਟੈਂਟ ਉਹਦੇ ਵਿੱਚੋਂ ਕਿ ਲੋਕੀ ਰਵਾਇਤੀ ਪਾਰਟੀਆਂ ਵਾਲੇ ਪਾਸੇ ਨਹੀਂ ਮੁੜੇ। ਉੱਥੇ ਵੀ ਬਦਲ ਹੋਰ ਦਿੱਤਾ। ਉੱਥੇ ਉਹਨਾਂ ਨੇ ਕਿਹਾ ਵੀ ਠੀਕ ਆ, ਇਹਨੂੰ ਇਹ ਕਰ ਦਿਓ ਤੁਸੀਂ, ਇਹਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਕਿ 9 ਦੇ 9 ਬੰਦੇ ਇਹਨਾਂ ਦੇ ਸੀ, ਚੀਫ ਮਿਨਿਸਟਰ ਉੱਥੋਂ ਦਾ ਸੀ, 2 ਵੱਡੇ ਮੰਤਰੀ ਉੱਥੋਂ ਦੇ ਸੀ, ਫਿਰ ਵੀ ਲੋਕਾਂ ਨੇ ਦੱਸਤਾ। ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਸੀਂ ਆਸ ਰੱਖ ਸਕਦੇ ਹਾਂ ਕਿ ਲੋਕ ਜਿਹੜੇ ਹੈਗੇ ਆ, ਧਰਮ ਆ, ਜਾਤੀ ਆ, ਹੋਰਨਾਂ ਗੱਲਾਂ ਤੋਂ ਉੱਠ ਕੇ ਜਿਹੜੇ ਕਾਮਨ ਮੁੱਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਆਸ ਆ। ਪੰਜਾਬ ਦੇ ਮੁੱਦੇ ਪਿਛਲੇ ਸਮੇਂ ਦੇ ਵਿੱਚ ਅਜੇ ਵੀ ਡਿਵੈਲਪਮੈਂਟ, ਇੰਪਲਾਇਮੈਂਟ ਹੈ, ਡਿਵੈਲਪਮੈਂਟ ਹੈ, ਨਸ਼ਿਆਂ ਵਾਲੀ ਗੱਲ ਹੈਗੀ ਆ, ਕਰਪਸ਼ਨ ਵਾਲੀ ਗੱਲ ਹੈਗੀ ਆ, ਰੌਲਾ ਪਾਉਣ ਨੂੰ ਬਹੁਤ ਪਾਈ ਜਾਂਦੇ ਆ।
ਧਰਮ ਦੇ ਨਾਂ ਤੇ ਉਨੀਆਂ ਵੋਟਾਂ ਨਹੀਂ, ਮੈਂ ਤਾਂ ਲਿਖਿਆ ਵੀ ਉਹਦੇ ਵਿੱਚੋਂ ਵੀ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਰਿਲੀਜਨ ਦੇ ਨਾਂ ਦੇ ਉੱਤੇ ਵੋਟਾਂ ਪਾਉਂਦੇ। ਉਹ ਇਸ਼ੂ ਜ਼ਰੂਰ ਬਣ ਜਾਂਦਾ, ਪਰ ਇਸ਼ੂ ਉਹਨਾਂ ਦੇ ਲੋਕਾਂ ਦੀ ਜਿਹੜੀ ਵੋਟ ਪਾਉਣ ਦੀ ਜਿਹੜੀ ਹੈਗੀ ਚੋਇਸ ਆ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ, ਸਵਾਏ 3-4% ਤੋਂ ਜ਼ਿਆਦਾ। ਠੀਕ ਹੈ ਜੀ। ਡਾਕਟਰ ਸਾਹਿਬ, ਮੈਂ ਇੱਕ ਤੁਹਾਡੇ ਤੋਂ ਹੋਰ ਗੱਲ ਪੁੱਛਣੀ ਆ ਕਿ ਜਦੋਂ ਤੁਸੀਂ ਕਿਹਾ ਸੀ ਨਾ ਕਿ ਹੁਣ ਯੂਨੀਵਰਸਿਟੀਆਂ 'ਚ ਕਾਲਜਾਂ ਦੇ ਵਿੱਚ ਸਟੂਡੈਂਟ ਇਲੈਕਸ਼ਨ ਨਹੀਂ ਹੁੰਦੇ, ਕਿਉਂਕਿ ਜੇ ਉਹ ਚੋਣਾਂ ਹੁੰਦੀਆਂ ਸ਼ਾਇਦ ਆਮ ਪਰਿਵਾਰਾਂ ਦੇ ਮੁੰਡੇ ਕੁੜੀਆਂ ਅੱਗੇ ਆਉਂਦੇ, ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਸਿਸਟਮ ਨੂੰ ਕਿੱਦਾਂ ਚਲਾਈਦਾ, ਰਨ ਕਿੱਦਾਂ ਕਰੀਦਾ, ਜੇ ਲੜਾਈ ਵੀ ਲੜਨੀ ਹੈ ਹੱਕਾਂ ਦੇ ਲਈ ਤਾਂ ਆਪਾਂ ਕਿਵੇਂ ਲੜਨੀ ਹੈ, ਚਾਹੇ ਹੋਸਟਲ ਦੇ ਵਿੱਚ ਜਿਹੜੇ ਮੈਸ ਦੇ ਖਰਚਿਆਂ ਲਈ, ਰੋਟੀ ਦੇ ਮਿਆਰ ਲਈ, ਚਾਹੇ ਛੋਟੀ ਗੱਲ ਤੋਂ ਵੱਡੀ ਚੱਲਦੀ ਹੈ, ਉਹ ਚੀਜ਼ ਖਤਮ ਹੋ ਗਈ। ਪਰਿਵਾਰਾਂ ਦੇ ਵਿੱਚੋਂ ਹੀ ਬੱਚੇ ਅੱਗੇ ਆਉਣ ਲੱਗ ਪਏ, ਉਹੀ ਸਭ ਕੁਝ ਹੋ ਗਿਆ ਕਿ ਛੋਟਾ ਜਿਹਾ ਤਾਂ ਰੈਲੀ 'ਚ ਲਿਆ ਖੜੇ ਕਰ ਲਓ, ਥੋੜ੍ਹਾ ਜਿਹਾ ਵੱਡਾ ਹੋ ਗਿਆ ਤਾਂ ਬਲਾਕ ਸੰਮਤੀ ਲੜਾ ਦਿਓ, ਫਿਰ ਜ਼ਿਲ੍ਹਾ ਪ੍ਰੀਸ਼ਦ, ਫਿਰ MLA ਮੰਤਰੀ ਤਾਂ ਉੱਪਰਲੇ ਪਾਸੇ ਨੂੰ ਚਲੇ ਜਾਣਾ। ਕਿਸਾਨ ਅੰਦੋਲਨ ਤੇ ਮੈਂ ਆਉਣ ਲੱਗਾ, ਨਤੀਜਾ ਕੀ ਨਿਕਲਿਆ, ਬਾਅਦ ਵਿੱਚ ਕਿਸੇ ਨੇ ਇਲੈਕਸ਼ਨ ਲੜੀ ਕਿ ਨਹੀਂ ਲੜੀ, ਆਪਾਂ ਉਧਰ ਜਾਂਦੇ ਨਹੀਂ। ਉਹ ਜਿਹੜਾ 1 ਸਾਲ ਦਾ ਸਮਾਂ ਸੀ ਅੰਦੋਲਨ ਚੱਲਦਿਆਂ ਜਿਹੜੀ ਮੈਂ ਇੱਕ ਗੱਲ ਮਹਿਸੂਸ ਕੀਤੀ ਕਿ ਅੱਗੇ ਕੀ ਹੁੰਦਾ ਸੀ ਕਿ ਪਿੰਡ ਦੇ ਵਿੱਚ ਵੀ ਜਿਹੜਾ ਬੰਦਾ ਕਿਸੇ ਮੰਤਰੀ ਦੇ ਨੇੜੇ ਆ ਜਾਂ ਵਿਰੋਧੀ ਪਾਰਟੀ ਦੇ ਲੀਡਰ ਦੇ ਨੇੜੇ ਆ ਉਹੀ ਵੱਡਾ ਆ, ਪਰ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਵਿੱਚ ਜਿਹੜੇ 5-5 7-7 ਬੰਦੇ ਪਿੰਡ ਦੇ ਵਿੱਚੋਂ ਮੋਹਰੀ ਸੀ, ਨਵੇਂ ਨੌਜਵਾਨ ਜਿਨ੍ਹਾਂ ਨੂੰ ਕੋਈ ਅੱਗੇ ਗਿਣਤੀ 'ਚ ਨਹੀਂ ਸੀ ਰੱਖਦਾ, ਜਿਹੜੇ ਉੱਥੇ ਕੋਈ ਮਹੀਨਾ ਲਾ ਕੇ ਆਇਆ, ਕੋਈ 2 ਮਹੀਨੇ ਉੱਥੇ ਲੀਡਰਾਂ ਦੀਆਂ ਗੱਲਾਂ ਸੁਣੀਆਂ, ਸਿਆਣੇ ਲੋਕਾਂ ਦੀਆਂ, ਚਿੰਤਕਾਂ ਦੀਆਂ ਗੱਲਾਂ ਸੁਣੀਆਂ, ਕੀ ਲੱਗਦਾ ਨਹੀਂ ਕਿ ਇੱਕ ਜਮਾਤ ਸਿਆਣੇ ਲੋਕਾਂ ਦੀ, ਜਿਹੜੇ ਜਾਗਦੇ ਲੋਕ ਨੇ, ਉਹ ਇੱਕ ਜਮਾਤ ਖੜੀ ਹੋਈ ਹੈ, ਸ਼ਾਇਦ ਉਹ ਖੱਪਾ ਥੋੜ੍ਹਾ ਜਿਹੜਾ ਇਲੈਕਸ਼ਨ ਨਹੀਂ ਸੀ ਹੁੰਦੀ ਉਹ ਪੂਰਾ ਹੋਣ ਨਾਲ ਵਧਿਆ ਹੋਊਗਾ। ਤੁਹਾਡੀ ਕੀ ਰਾਏ ਇਹਦੇ ਬਾਰੇ? ਬਿਲਕੁਲ ਠੀਕ ਆ। ਮੈਂ ਤਾਂ ਹੋਰ ਕਹਿੰਦਾ ਵੀ ਜੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਰਹੀਆਂ ਤੇ ਜਿੱਦਾਂ ਦਾ ਗੈਂਗਸਟਰਿਜ਼ਮ ਹੁਣ ਪੈਦਾ ਹੋਇਆ ਯੂਨੀਵਰਸਿਟੀ, ਇਹ ਸ਼ਾਇਦ ਨਾ ਹੁੰਦਾ। ਓਕੇ, ਇਹ ਕਿਉਂਕਿ ਇਹਦਾ ਤੁਸੀਂ ਦੇਖੋ ਨਾ ਵੀ ਕਿੱਦਾਂ ਪੋਲੀਟੀਕਲ ਪਾਰਟੀਆਂ ਨੂੰ ਉੱਥੇ ਆਪਣੇ ਬੰਦੇ ਖੜੇ ਕਰਨੇ ਪੈਂਦੇ ਆ, ਗਰੁੱਪ ਬਣਾ ਕੇ ਉੱਥੇ ਪਾਉਣੇ ਪੈਂਦੇ ਆ। ਜਿਹੜਾ ਹੁਣ ਪੰਜਾਬ ਦੀ ਇਹ ਸਭ ਤੋਂ ਵੱਡੀ ਸਿਰਦਰਦੀ ਹੈ, ਸ਼ਾਇਦ ਤੁਹਾਡੇ ਵੀ ਕਾਫੀ ਸਮੱਸਿਆ ਉਸ ਚੀਜ਼ ਦੀ ਹੈਗੀ। ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਕਿ ਕਿਸਾਨ ਅੰਦੋਲਨ ਨੇ, ਮੈਂ ਤਾਂ ਖੁਦ ਕਈ ਵਾਰੀ ਕਹਿੰਦਾ ਵੀ ਜਿਹੜੀ ਗੱਲ 30 ਸਾਲ ਅਸੀਂ ਨਹੀਂ ਸਮਝਾ ਸਕੇ ਲੋਕਾਂ ਨੂੰ, ਉਹ ਕਿਸਾਨ ਅੰਦੋਲਨ ਨੇ ਸਮਝਾ ਦਿੱਤੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਮੈਂ ਥੋੜਾ ਇਸ ਤਰੀਕੇ ਨਾਲ ਅਨੁਭਵ ਰਿਹਾ ਇਹਦੇ ਨਾਲ, ਇਹ ਜਿਹੜੇ ਲੋਕ ਪਿੰਡ ਤੋਂ ਨਹੀਂ, ਕਿਸਾਨ ਅੰਦੋਲਨ ਨੇ ਬਹੁਤ ਵੱਡਾ ਐਕਸਪੋਜ਼ਰ ਦਿੱਤਾ, ਬਹੁਤ ਵੱਡੀ ਸਪੇਸ ਦਿੱਤੀ ਆ, ਬਹੁਤ ਵੱਡਾ ਪਲੇਟਫਾਰਮ ਦਿੱਤਾ। ਜਿਹੜੇ ਲੋਕ ਬਹੁਤੇ ਸੀ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ 'ਚ ਆਉਣਾ, ਬਹੁਤ ਕਦੋਂ ਆਉਂਦੇ ਜਦੋਂ ਲੋੜ ਪੈਂਦੀ ਆ, ਨਹੀਂ ਸੀ ਉੱਠਦੇ। ਜਦੋਂ ਉਹ ਦਿੱਲੀ ਦੇ ਆਪਣੇ ਆਣ ਕੇ ਬੈਠੇ ਰਹੇ ਆ, ਉਹ ਜਾ ਕੇ ਪੋਲੀਟੀਕਲ ਹੋ ਗਏ। ਮੇਰਾ ਆਪਣਾ ਜਾਤੀ ਤਜਰਬਾ ਹੈ ਕਿ ਜਦੋਂ ਅਸੀਂ ਜਾਣੇ ਉੱਥੇ ਮੀਟਿੰਗਾਂ ਦੇ ਵਿੱਚ, ਪਹਿਲਾਂ ਕਹਿੰਦੇ ਸੀ ਸਾਨੂੰ ਕੋਈ ਸਵਾਲ ਨਹੀਂ ਸੀ ਪੁੱਛਦਾ ਹੁੰਦਾ ਇਸ ਅੰਦੋਲਨ ਤੋਂ ਪਹਿਲਾਂ, ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਉਣੀ ਵੀ ਆਹ ਹੈਗਾ। ਇਸ ਅੰਦੋਲਨ ਤੋਂ ਬਾਅਦ ਮੈਂ 3 ਵਾਰੀ ਉਹਨਾਂ ਦੇ ਨਾਲ ਮਿਲ ਕੇ ਆ, ਉਹ ਸਵਾਲਾਂ ਦੀ ਝੜੀ ਲਾਉਂਦੇ ਆ। ਜਦੋਂ ਉੱਥੋਂ ਆਏ ਆ ਉਹ ਇੰਨੇ ਐਮਪਾਵਰ ਹੋ ਕੇ ਆਏ ਆ ਕਿ ਮੰਤਰੀ ਜਿਹਨਾਂ ਗੜੀ ਮੰਜੇ ਡਾਉਂਦੇ ਹੁੰਦੇ ਸੀ ਉਹਨਾਂ ਕਾਲੀ ਝੰਡੀਆਂ ਲੈ ਕੇ ਖਲੋਤੇ ਸੀ, ਕਿਸੇ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਜਿੰਨਾ ਇਹ ਤਕੜਾ ਤਾਕਤਵਰ ਆਪਣੇ ਆਪ ਨੂੰ ਮੰਤਰੀ ਕਹਿੰਦਾ ਸੀ ਜਾਂ MLA ਕਹਿੰਦਾ ਸੀ, ਉਹਦਾ ਪਿੰਡ ਬਣਨਾ ਮੁਸ਼ਕਲ ਹੋ ਗਿਆ ਸੀ। ਇੱਕ ਬਹੁਤ ਵੱਡੀ ਬ੍ਰੇਕ ਥਰੂ ਆ, ਬਹੁਤ ਵੱਡਾ ਇਨੀਸ਼ੀਏਟਿਵ ਆ। ਹੁਣ ਇਹ ਆ ਵੀ ਅਸੀਂ ਇਸ ਇਨੀਸ਼ੀਏਟਿਵ ਨੂੰ ਕਿੰਨਾ ਲੰਮਾ ਸਸਟੇਨ ਕਰ ਸਕਦੇ ਹਾਂ, ਉਹ ਸਾਡੇ ਲਈ ਬਹੁਤ ਵੱਡਾ, ਸਾਰਿਆਂ ਲਈ ਬਹੁਤ ਵੱਡਾ ਚੈਲੰਜ ਹੈ। ਇਹ ਕਿਸਾਨ ਲੀਡਰਸ਼ਿਪ ਵਾਸਤੇ ਬਹੁਤ ਵੱਡਾ ਚੈਲੰਜ ਆ, ਜਿਹੜੇ ਹੋਰ ਕਿਉਂਕਿ ਪੋਲੀਟੀਕਲ ਪਾਰਟੀ ਬਣਾ ਕੇ ਤੇ ਵੇਖ ਲਈ ਉਹਨਾਂ ਨੇ ਲਾਂਭੇ ਹੋ ਗਿਆ। ਪਰ ਇਹ ਗੱਲ ਜ਼ਰੂਰ ਹੈ, ਉਹਨਾਂ ਨੇ ਝਾਕਾ ਲਾਤਾ, ਉਹਨਾਂ ਨੇ ਇਹਦਾ ਡਰ ਲਾਤਾ। ਕਿਉਂਕਿ ਹੋ ਕੀ ਰਿਹਾ ਸੀਗਾ ਕਿ ਜਿਹੜੇ ਲੋਕ ਉੱਥੇ ਰਹੇ ਆ, ਉੱਥੇ ਉਹਨਾਂ ਨੇ ਇਹ ਡਿਸਕਸ ਕਰਦੇ ਰਹੇ। ਉੱਥੇ ਅਖਬਾਰਾਂ ਜਾਂਦੀਆਂ ਸੀਗੀਆਂ, ਉੱਥੇ ਉਹ ਬੈਠ ਕੇ ਸਾਰਾ ਦਿਨ ਕੀ ਕਰਦੇ, ਅਖਬਾਰਾਂ ਪੜ੍ਹਦੇ ਸੀਗੇ, ਉਹਨਾਂ ਨਾਲ ਗੱਲਬਾਤ ਕਰਦੇ ਸੀ। ਫਿਰ ਉਹਨਾਂ ਨੂੰ ਇਹ ਲੱਗਾ ਵੀ ਅਸੀਂ ਇਹਨਾਂ ਲੰਮਾ ਸਸਟੇਨ ਕਰ ਸਕਦੇ ਹਾਂ, ਐਡੇ ਵੱਡੇ ਰਜੀਮ ਦੇ ਖਿਲਾਫ ਲੜ ਸਕਦੇ ਹਾਂ। ਪਰ ਜਦੋਂ ਉਹ 3 ਕਾਨੂੰਨ ਵਾਪਸ ਕਰਾ ਕੇ ਆਏ, ਉਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਜਮਰੌਦ ਦਾ ਕਿਲ੍ਹਾ ਜਿੱਤ ਕੇ ਆਏ ਹਾਂ, ਵੀ ਅਸੀਂ ਇੰਨੇ ਤਕੜੇ ਹੋ ਸਕਦੇ ਹਾਂ, ਅਸੀਂ ਏਡੀ ਵੱਡੀ ਤਾਕਤਵਰ ਜਿਹੜਾ ਰਜੀਮ ਆ ਉਹਨੂੰ ਝੁਕਾ ਸਕਦੇ ਹਾਂ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਉਹਨਾਂ ਦੀ ਸੋਸ਼ਲਾਈਜੇਸ਼ਨ ਹੋਈ ਆ, ਇੰਟਰੈਕਸ਼ਨ ਹੋਈ ਆ, ਇੱਕ ਦੂਜੇ ਦੇ ਨਾਲ ਬਹਿਣ ਖਲੋਣ ਹੋਇਆ, ਜਾਂ ਉੱਥੇ ਜਾ ਕੇ ਜਿਹੜੇ ਪਿੰਡਾਂ ਦੇ ਛੋਟੇ-ਮੋਟੇ ਝਗੜੇ ਸੀਗੇ ਉਹ ਲਾਂਭੇ ਹੋਏ ਆ, ਲੋਕਾਂ 'ਚ ਭਰਾਤਰੀ ਭਾਵ ਬਣਿਆ, ਇੱਕ ਸੈਂਸ ਆਫ ਇੰਪਾਵਰਮੈਂਟ ਦੀ ਗੱਲ ਆਈ ਆ। ਤੇ ਵਿਅਕਤੀ ਨੂੰ ਜਦੋਂ ਇਹੀ ਅਹਿਸਾਸ ਹੋ ਜਾਏ ਕਿ ਦੇਖੋ ਰਾਈਟ ਟੂ ਵੋਟ, ਵੋਟਾਂ ਦੇ ਨਾਲ ਸਰਕਾਰ ਬਣਨੀ ਆ, ਜਦੋਂ ਤੁਹਾਨੂੰ ਆਪਣੀ ਵੋਟ ਦੀ ਕਦਰ ਆ ਜਾਏ ਵੀ ਅਸੀਂ ਵੋਟਾਂ ਦੇ ਨਾਲ ਬਹੁਤ ਕੁਝ ਕਰ ਸਕਦੇ ਹਾਂ, ਜਿਹੜਾ ਉਹਨਾਂ ਨੇ ਕਰਕੇ ਵਿਖਾ ਲਿਆ, ਆਸ ਇਹ ਰੱਖ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਜਿਹੜੇ ਹੈਗੇ ਫਿਰ ਉਹ ਪਛਾਣ ਨੂੰ ਨਹੀਂ ਜਾਣਗੇ। ਠੀਕ ਹੈ, ਉਹ ਉਹਨਾਂ ਦੇ ਟਰੈਪ ਦੇ ਵਿੱਚ ਨਹੀਂ ਆਉਣਗੇ, ਕੋਈ ਨਾ ਕੋਈ ਆਲਟਰਨੇਟਿਵ ਲੱਭਣਗੇ। ਇਹ ਤਾਂ ਗੱਲ ਮੈਂ ਲਿਖੀ ਵੀ ਹੈਗੀ ਆ ਵੀ ਇਹ ਸਰਕਾਰ ਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਬਿਹੇਵ ਕਰਨਾ ਪਊਗਾ, ਨਹੀਂ ਤੇ ਲੋਕਾਂ ਨੇ ਬਦਲ ਲੱਭਣੇ ਜਿਹੜੇ ਆ ਨਾ ਬਹੁਤ ਲੱਭ ਸਿੱਖ ਲਿਆ ਵੀ ਅਸੀਂ ਕੋਈ ਨਾ ਕੋਈ ਹੋਰ ਬਦਲ ਲੱਭ ਲਵਾਂਗੇ। ਇਸੇ ਕਰਕੇ ਪੰਜਾਬ ਕ੍ਰੋਸ ਰੋਡ ਤੇ ਆ, ਇਹ ਪੋਲੀਟੀਕਲ ਤੌਰ ਦੇ ਉੱਤੇ, ਇਕਨੋਮਿਕ ਤੁਸੀਂ ਦੇਖਿਆ ਸਾਡਾ ਕੀ ਹੈਗਾ ਵਾ ਜਾਂ ਹੋਰ ਆਸ ਵਾਲਾ ਪਾਸਾ ਸੀਗਾ। ਹੁਣ ਇਹਨਾਂ ਨੇ ਦੇਖਣਾ ਵੱਡੀ ਜ਼ਿੰਮੇਵਾਰੀ ਜਿਹੜੀ ਇਸ ਖਾਸ ਕਰਕੇ ਕਿਸਾਨੀ ਸੰਘਰਸ਼ ਦੀ ਸਭ ਤੋਂ ਵੱਡੀ ਜਿਹੜੀ ਫਾਇਦਾ ਹੋਇਆ ਉਹ ਆਮ ਆਦਮੀ ਪਾਰਟੀ ਨੂੰ ਹੋਇਆ। ਈਵਨ ਤੁਸੀਂ ਦੇਖੋ ਪਰਮਜੀਤ ਜੀ ਕਿ
ਡਾਟਾ ਦੱਸਦਾ ਵਾ ਕਿ 45% ਜਿਹੜੇ ਸਿੱਖ ਹੈਗੇ ਆ ਉਹ ਇਹਨਾਂ ਨੇ ਵੋਟ ਪਾਈ ਆ ਆਮ ਆਦਮੀ ਪਾਰਟੀ ਨੂੰ। ਠੀਕ ਹੈ। ਭਾਵੇਂ ਕਿ ਇਹਦਾ ਲੀਡਰ ਸਪਰਿੰਗ ਜਿਹੜੇ ਅਕਾਲੀ ਦਲ ਟ੍ਰੈਡੀਸ਼ਨਲ ਵਾਲਾ ਪਾਸਾ ਦੂਸਰਾ ਸੀਗਾ। ਯੂਥ ਕਿਸਾਨੀ ਜਿਹੜੀ ਹੈਗੀ ਆ, ਛੋਟੀ ਕਿਸਾਨੀ 90% ਦਾ, ਸਾਰੀ ਕਿਸਾਨੀ ਦੀ 80% ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਡਾਟਾ। ਹਾਂ ਮੈਂ ਡਾਟਾ ਮੇਰੇ 3 ਆਰਟੀਕਲ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਡਾਟਾ ਦੇ ਕੇ ਲਿਖੇ, ਉਹਦੇ ਵਿੱਚੋਂ ਆਊਟਕਮ ਜਿਹੜੀ ਹੈਗੀ ਸੀਗੀ ਉਹਦੇ ਵਿੱਚੋਂ ਇਹ ਕਰਕੇ ਇਹ ਕਿਸਾਨੀ ਨੇ ਬਹੁਤ ਵੱਡਾ ਇਹਨਾਂ ਤੇ ਟੇਕ ਜਿਹੜੀ ਇਹਨਾਂ ਤੇ ਰੱਖੀ ਆ। ਔਰ ਹੋਲ ਹਾਰਟ ਤੁਸੀਂ ਦੇਖੋ ਮਾਲਵੇ ਦੇ ਵਿੱਚ ਜਿਹੜੀ ਹਾਰਟ ਬੈਲਟ ਹੈਗੀ ਸੀਗੀ, ਮਤਲਬ ਜਿਹੜੀ ਇਹਨਾਂ ਦੀ ਹੈਗੀ ਅਕਾਲੀ ਦਲ ਦੀ ਸੀ ਜਾਂ ਪੰਥ ਵਾਲੀ ਸੀ, ਕਿਸ ਤਰੀਕੇ ਇਹਨਾਂ ਦੇ ਭਾਂਡੇ ਮੂੰਹ ਤੇ ਕੀਤੇ ਉੱਥੋਂ ਹੈ, ਤੇ ਉਹ ਜਿਹੜੀ ਇਹਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਉੱਥੇ ਵੋਟਾਂ ਪਾਈਆਂ ਵਾ, ਇਹ ਸੋਚ ਕੇ ਕਿ ਅਸੀਂ ਦੂਸਰੀਆਂ ਪਾਰਟੀਆਂ ਦੇ ਏਜੰਡੇ ਨੂੰ, ਦੂਸਰੀਆਂ ਪਾਰਟੀਆਂ ਜਿਹੜੀਆਂ ਕਹਿੰਦੇ ਅਸੀਂ ਬਹੁਤ ਕੁਝ ਕੀਤਾ, ਉਹਨਾਂ ਸਾਲ ਨਹੀਂ ਕੁਝ ਕੀਤਾ, ਤੁਹਾਡੇ ਤੇ ਟੇਕ ਆ। ਔਰ ਮੈਨੂੰ ਲੱਗਦਾ ਵੀ ਇਹ ਸਰਕਾਰ ਰਿਸੋਰਸਿਸ ਲਿਮਟਿਡ ਹੈਗੇ ਆ, ਪੰਜਾਬ ਸਿਰ ਕਰਜ਼ਾ ਵੀ ਹੈਗਾ, ਪੰਜਾਬ ਦੇ ਹੋਰ ਮਸਲੇ ਵੀ ਹੈਗੇ ਆ, ਮੈਨੂੰ ਲੱਗਦਾ ਵੀ ਰਿਸਪੌਂਡ ਕਰ ਰਹੇ ਆ, ਕਿਸਾਨੀ ਨੂੰ ਰਿਸਪੌਂਡ ਕਰ ਰਹੇ ਆ, ਖਾਸ ਕਰਕੇ ਘੱਟੋ ਘੱਟ ਉਹਨਾਂ ਨਾਲ ਗੱਲਬਾਤ ਕਰ ਰਹੇ ਆ, ਉਹਨਾਂ ਨੂੰ ਇੰਗੇਜ ਕਰ ਰਹੇ ਆ, ਜਾਂ ਜਿਹੜੇ ਹੋਰ ਉਹਨਾਂ ਦੇ ਮਸਲੇ ਸੀਗੇ ਖਰੀਦੋ ਫਰੋਖਤ ਵਾਲੇ ਉਸ ਪਾਸੇ ਲੱਗੇ। ਇਹ ਠੀਕ ਆ ਕਿ ਪੰਜਾਬ ਸਰਕਾਰ ਦੇ ਰਿਸੋਰਸਿਸ ਬਹੁਤ ਲਿਮਟਿਡ ਹੈਗੇ ਆ। ਡਾਕਟਰ ਸਾਹਿਬ, ਮੈਂ ਇਸੇ ਮੁੱਦੇ ਤੇ ਆਉਣਾ, ਤੁਸੀਂ ਕਿਹਾ ਕਿ ਉਹ ਹੁੰਗਾਰਾ ਭਰ ਰਹੀ ਹੈ ਸਰਕਾਰ, ਕਦੇ ਆਮ ਆਦਮੀ ਪਾਰਟੀ ਦੇ ਨਾਲ ਕੋਈ ਤਾਲਮੇਲ ਵੀ ਰਿਹਾ ਤੁਹਾਡਾ? ਇਹ ਬੜਾ ਸਵਾਲ ਮੈਂ ਕੀ ਕਹਿਣਾ, 14 ਦੇ ਵਿੱਚ ਅਸੀਂ ਪੂਰੀ ਤਰ੍ਹਾਂ ਇਨਵੋਲਵ ਸੀਗੇ। ਠੀਕ ਹੈ ਜੀ। 2014 ਦੇ ਵਿੱਚ ਉਦੋਂ ਕਿਉਂਕਿ ਮੈਂ ਪ੍ਰੋਫੈਸਰ ਜੋਗਿੰਦਰ ਯਾਦਵ ਹੁਣਾਂ ਦੀ ਵਜ੍ਹਾ ਕਰਕੇ ਜਾਂ ਹੋਰ ਬਸ ਇਹ ਸੀਗੇ ਉਹਨਾਂ ਦੀ ਵਜ੍ਹਾ ਕਰਕੇ ਮੈਂ ਪਾਰਟੀ 'ਚ ਆਇਆ ਸੀ। ਹਾਂ, ਜਿਹੜੇ ਕੈਂਡੀਡੇਟ ਸਿਲੈਕਟ ਕੀਤੇ ਆ ਜੀ, ਉਹਨਾਂ 'ਚ ਸਾਡਾ ਰੋਲ ਸੀਗਾ, ਅਸੀਂ ਉਹਨਾਂ ਨੂੰ ਇੰਟਰਵਿਊ ਕੀਤਾ ਸੀ। ਗਾਂਧੀ ਸਾਹਿਬ ਸੀਗੇ, ਸਾਧੂ ਸਿੰਘ ਸੀਗੇ, ਉਹ ਅਸੀਂ ਰੋਲ ਪਲੇ ਕੀਤਾ। ਉਸ ਤੋਂ ਪਹਿਲਾਂ ਅਸੀਂ ਨੌਕਰੀ 'ਚ ਰਹਿੰਦਿਆਂ ਅਸੀਂ ਪੰਜਾਬ ਦੇ ਵਿੱਚ ਇੱਕ ਸਰਵੇ ਕੀਤਾ ਸੀਗਾ ਜੀ, ਤੇ ਉਸ ਕਿਉਂਕਿ ਇਹਦਾ ਏਜੰਡਾ ਇਹ ਸੀ ਕਿ ਇੱਕ ਵੱਡੀ ਪਾਰਟੀ ਬਣਾਈ ਜਾਵੇ, ਕਿ ਸੰਗਠਨ ਬਣਾਇਆ ਜਾਵੇ। ਸਾਨੂੰ ਇਹ ਅਜੇ ਵੀ ਮੈਂ ਇਸ ਗੱਲ ਦਾ ਧਾਰਨੀ ਆ, ਪਾਰਲੀਮੈਂਟ ਨਿਜ਼ਾਮ ਦੇ ਵਿੱਚ ਪਾਰਟੀਆਂ ਦਾ ਤਕੜਾ ਹੋਣਾ ਬਹੁਤ ਜ਼ਰੂਰੀ ਆ। ਕਾਂਗਰਸ ਉਹਨਾਂ ਚਿਰ ਹੀ ਪਾਵਰ 'ਚ ਰਹੀ ਆ ਜਿੰਨਾ ਚਿਰ ਉਹਦੀ ਪਾਰਟੀ ਤਕੜੀ ਸੀ। ਬੀਜੇਪੀ ਹੁਣ ਉਹਦੀ ਨੈਟਵਰਕਿੰਗ ਬਹੁਤ ਤਕੜੀ ਉੱਥੇ ਹੈਗੀ ਆ। ਅਕਾਲੀ ਦਲ ਦੀ ਜਦੋਂ ਪਾਰਟੀ ਵੀਕ ਹੋ ਗਈ, ਤੁਸੀਂ ਪਾਵਰ 'ਚ ਆ ਗਏ, ਤੇ ਫਿਰ ਉਹ ਪਾਰਟੀਆਂ ਤੁਹਾਡੀਆਂ ਜਿਹੜੀਆਂ ਕਰਦੀਆਂ ਹੈ। ਤਾਂ ਅਸੀਂ ਉਸ ਪਾਸੇ ਵੱਲ ਚੱਲੇ ਸੀਗੇ ਕਿ ਇਸੇ ਕਰਕੇ ਮੈਂ ਸ਼ਾਇਦ ਯਾਦ ਹੋਵੇ ਹਿੰਦੂ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ, ਇਸ ਦਾ ਆਮ ਆਦਮੀ ਪਾਰਟੀ ਗੇਮ ਚੇਂਜਰ ਇਨ ਪੰਜਾਬ, ਉਹਦਾ ਮੈਂ ਆਨਸਰ ਦਿੱਤਾ ਸੀ ਯੈਸ। ਤੇ ਪਰ ਹੌਲੀ ਹੌਲੀ ਫਿਰ ਮੁੜ ਕੇ ਨਵੇਂ ਲੋਕ ਆ ਗਏ, ਉਹਨਾਂ ਨੇ ਸੰਭਾਲ ਲਿਆ। ਸਰਗਰਮੀ ਨਹੀਂ ਹੈ? ਨਹੀਂ, ਹੁਣ ਕੋਈ ਸਰਗਰਮੀ। ਡਾਕਟਰ ਗਾਂਧੀ ਹੋਰੀ ਜਦੋਂ ਲਾਂਭੇ ਹੋਏ, ਤੁਸੀਂ ਵੀ ਲਾਂਭੇ ਹੋ ਗਏ? ਗਾਂਧੀ ਹੋਣੀ ਤਾਂ ਰਹੇ ਉਹਦੇ ਵਿੱਚੋਂ, ਅਸੀਂ ਫਿਰ ਥੋੜਾ ਜਲਦੀ ਲਾਂਭੇ ਹੋ ਗਏ। ਅਸੀਂ ਫਿਰ ਜਿਹੜਾ ਸੀਗਾ ਸਾਨੂੰ ਲੱਗਾ ਵੀ ਨਹੀਂ ਇਹਦਾ ਵੀ ਸਾਡੇ ਵਸ ਦਾ ਹੈਗੀ ਨਹੀਂਗਾ, ਕਿਉਂਕਿ ਸਾਡਾ ਫੋਕਸ ਹੋਰ ਸੀਗਾ ਜੀ। ਮੈਂ ਅਜੇ ਵੀ ਕਿੰਨਾਂ ਲਈ ਚੈਲੰਜ ਆ, ਪੰਜਾਬ ਦੇ ਵਿੱਚ ਜਿੰਨਾ ਰਿਸਪੌਂਸ ਮਿਲਿਆ ਵਾ ਇਸ ਪਾਰਟੀ ਨੂੰ ਹੋਰ ਕਿਤੇ ਨਹੀਂ ਮਿਲਣਾ। ਦਿੱਲੀ ਦੀ ਸਰਕਾਰ ਹੈ ਨਾ, ਦਿੱਲੀ ਮਿਊਨਿਸਪੈਲਿਟੀ ਹੈ, ਦਿੱਲੀ ਸਰਕਾਰ ਨਹੀਂ ਹੈਗੀ। ਦਿੱਲੀ 'ਚ ਨਾ ਲਾਅ ਐਂਡ ਆਰਡਰ ਹੈ, ਨਾ ਉਹਨਾਂ ਕੋਲ ਪੁਲਿਸ ਹੈ, ਨਾ ਕੋਈ ਟੈਰੀਟਰੀ ਹੈ, ਕੁਛ ਨਹੀਂ ਉਹਦੇ ਵਿੱਚ ਹੈਗੀ ਆ। ਪੰਜਾਬ ਪਹਿਲਾ ਸਟੇਟ ਵਾ ਜਿੰਨਾ ਵੱਡਾ ਰਿਸਪੌਂਸ ਮਿਲਿਆ। ਹੋਰਨਾਂ ਸਟੇਟਾਂ 'ਚ ਟਰਾਈ ਕੀਤਾ, ਇਹਨਾਂ ਨੇ ਯੂਪੀ 'ਚ ਕੀਤਾ, ਇਹਨਾਂ ਨੇ ਉੱਤਰਾਖੰਡ 'ਚ ਕੀਤਾ, ਇਹਨਾਂ ਨੇ ਉੱਥੇ 2 ਸੀਟਾਂ ਗੋਆ 'ਚ ਮਿਲੀਆਂ, ਉਹ ਇਨਸਿਗਨੀਫੀਕੈਂਟ ਆ। ਉੱਤਰਾਖੰਡ ਦੇ ਸਾਰੇ ਬੰਦੇ ਇਹਨਾਂ ਦੇ ਬੀਜੇਪੀ 'ਚ ਵੜ ਗਏ ਆ, ਹੁਣ ਇਹ ਜ਼ੋਰ ਲਾਉਣ ਡਿਆ। ਪੰਜਾਬ ਹੈ, ਪੰਜਾਬ ਦੀ ਹਿਸਟਰੀ ਆ, ਪੰਜਾਬ ਦੀ ਲੈਗੇਸੀ ਆ, ਪੰਜਾਬ ਦੇ ਲੋਕ ਨਵਾਂ ਤਜਰਬਾ ਕਰਨ ਲਈ ਜਿਹੜਾ ਨਾ ਉਹ ਕਰਦੇ ਰਹਿੰਦੇ ਆ। ਇਸ ਕਰਕੇ ਇਹਨਾਂ ਨੂੰ ਮੈਂ ਇਹੀ ਬਾਰ-ਬਾਰ ਕਹਿਣ ਡਿਆ, ਮੈਂ ਚਾਹੁੰਦਾ ਇਹ ਐਕਸਪੈਰੀਮੈਂਟ ਫੇਲ ਨਾ ਹੋਵੇ। ਪਰਸਨਲੀ ਮੇਰੀ ਹੈਗੀ ਆ ਕਿ ਜੇ ਇਹ ਐਕਸਪੈਰੀਮੈਂਟ ਫੇਲ ਹੁੰਦਾ ਵਾ ਤੇ ਸਾਡੇ ਲਈ ਬਹੁਤ ਮੁਸ਼ਕਲ ਹੋਊਗੀ। ਡਾਕਟਰ ਸਾਹਿਬ, ਮੈਂ ਅਸਲੀ ਸਵਾਲ ਤੇ ਆਉਣਾ, ਮੈਂ ਪਾਰਟੀ ਵਾਲਾ ਸਵਾਲ ਤਾਂ ਪੁੱਛਿਆ ਸੀ ਕਿ ਤੁਸੀਂ ਪਾਰਟੀ 'ਚ ਸਰਗਰਮ ਹੋਏ ਤੇ ਤੁਸੀਂ ਛੇਤੀ ਪਛਾਣ ਹੋ ਗਏ ਭਈ ਢਾਂਗੀ ਹੋਰ ਨੇ, ਆਪਾਂ ਉਹਦਾ ਨਹੀਂ, ਟੀਚੇ ਹੋਰ ਨੇ ਨਾ, ਆਪਣੇ ਟੀਚੇ ਹੋਰ ਨੇ। ਇਹਦੇ ਬਾਵਜੂਦ ਵੀ ਸਰਕਾਰ ਹੁਣ ਉਹਨਾਂ ਦੀ ਹੈ, ਤੁਸੀਂ ਸਰਗਰਮ ਨਹੀਂ, ਇਹਦੇ ਬਾਵਜੂਦ ਵੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਹੁੰਗਾਰਾ ਦੇ ਰਹੀ। ਆਮ ਤੌਰ ਦੇ ਉੱਤੇ ਬੰਦਾ ਜਿਹੜੀ ਪਾਰਟੀ ਤੋਂ ਪਰਾਂ ਹੋ ਗਿਆ ਹੋਵੇ ਉਹਦੀ ਬਦਖੋਈ ਹੋਈ ਕਰਦਾ ਹੁੰਦਾ, ਪਰ ਕੀ ਸੱਚੀ ਮੁੱਚੀ ਹੁੰਗਾਰਾ ਦੇ ਰਿਹਾ? ਕੀ ਇੱਕ ਪੋਲੀਟੀਕਲ ਸਾਇੰਸ ਦੇ ਯੂਨੀਵਰਸਿਟੀ ਦੇ ਹੈੱਡ ਆਫ ਡਿਪਾਰਟਮੈਂਟ ਤੁਸੀਂ ਰਹੇ ਹੋ, ਮੈਂ ਉਹਨਾਂ ਦੀਆਂ ਨਜ਼ਰਾਂ 'ਚੋਂ ਦੇਖਾਂ ਤਾਂ ਕੀ ਲੱਗਦਾ ਕਿ ਸਰਕਾਰ ਸੱਚੀ ਹੁੰਗਾਰਾ ਦੇ ਰਹੀ ਹੈ? ਕਿਉਂਕਿ ਵਿਰੋਧੀ ਪਾਰਟੀਆਂ ਦੇ ਕਹਿੰਦੇ ਕਿ ਨਕਮੀ ਸਰਕਾਰ ਹੈ। ਨਜ਼ਰੀਆ ਦੇਖਣ ਦਾ, ਗਲਾਸ ਅੱਧਾ ਖਾਲੀ ਅੱਧਾ ਭਰਿਆ, ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਕਦੀ ਵੀ ਜਦੋਂ ਤੁਸੀਂ ਕਿਸੇ ਚੀਜ਼ ਦਾ ਆਪਾਂ ਐਨਾਲਿਸਿਸ ਕਰਦੇ ਹਾਂ, ਜੇ ਅਸੀਂ ਮੈਂ ਧਿਰ ਬਣ ਕੇ ਬਹਿ ਜਾਊਂਗਾ ਤੇ ਮੈਨੂੰ ਕੀ ਫਾਇਦਾ ਹੋਣਾ? ਮੈਂ ਉਹ ਧਾਰਨੀ ਨਹੀਂ ਹੈ। ਸਾਡੇ ਕੋਲ ਸਾਡੀ ਸਮੱਸਿਆ ਬਹੁਤ ਆ, ਸਾਨੂੰ ਉਹ ਸਮੱਸਿਆ ਜਿਹੜੀ ਆ ਉਹਦਾ ਹੱਲ ਕਰਨ ਵਾਸਤੇ ਜਿਹੜਾ ਵਾਇਬਲ ਆਲਟਰਨੇਟਿਵ ਹੁੰਦਾ, ਮੈਨੂੰ ਇਹ ਲੱਗਦਾ ਕਿ ਇਸ ਪਾਰਟੀ ਨੇ ਔਰ ਸਰਕਾਰ ਨੇ ਬਹੁਤ ਸਪੇਸ ਦਿੱਤੀ ਆ ਹਰ ਗਰੁੱਪ ਨੂੰ। ਇਹਦੇ ਵਿੱਚ 4 ਹਾਰਡਕੋਰ ਕਮਿਊਨਿਸਟ ਵੀ ਹੈਗੇ ਆ, ਤੁਸੀਂ ਜਾਣਦੇ ਹੁਣ ਇਹਦੇ ਵਿੱਚ ਜਿਹੜੇ ਉਹ ਹੈਗੇ ਆ, ਇਹ 'ਚ ਉਹ ਜਿਹੜੇ ਆਪਣੇ RSS ਵਾਲੇ ਵੀ ਹੈਗੇ ਤੇ ਦੂਸਰੇ ਵੀ ਹੈਗੇ, ਕਿਉਂਕਿ ਪਹਿਲੇ ਸਮੇਂ ਜੋ ਖਾਸ ਕਰਕੇ 30 ਸਾਲਾਂ ਆਈਡੀਓਲੋਜੀ ਨੇ ਬੈਕ ਸੀਟ ਲੈ ਲਈ, ਮੁੱਦੇ ਅਗਲੇ ਪਾਸੇ ਲਾ ਲਗੇ। ਜੇ ਤੁਸੀਂ ਕੱਲੀ ਆਈਡੀਓਲੋਜੀ ਨੂੰ ਸਟਿਕ ਕੀਤਾ ਵਾ ਤੇ ਉਹ ਫਿਰ ਸਮੱਸਿਆ ਆ ਰਹੀ ਹੈ, ਪੋਲੀਟੀਕਲੀ ਤੁਹਾਡਾ ਉਸ ਕਿਸਮ ਵਾਲੇ ਪਾਸੇ ਨਹੀਂ ਜਾਂਦਾ। ਮੈਂ ਜਦੋਂ ਇਹਨੂੰ ਕੰਪੇਅਰ ਕਰਦਾ ਖਾਸ ਕਰਕੇ ਇਹਦੀਆਂ ਐਫਰਟਸ ਨੂੰ ਜੀ, ਇਹ ਜਾਂ ਇਹ ਕਰਦਾ ਕਿ ਇਹਦਾ ਰਿਸਪੌਂਸ ਨੂੰ,
ਜਾਂ ਜਿਸ ਕਿਸਮ ਦੀ ਪੁਰਾਣੀ ਸਰਕਾਰਾਂ ਨੂੰ ਕੰਪੇਅਰ ਕਰਦੇ ਹੋ, ਮੈਨੂੰ ਥੋੜੀ ਆਸ ਜਾਗਦੀ ਆ। ਠੀਕ ਹੈ। ਇੱਕ ਤਾਂ ਇਹ ਨਵੇਂ ਬੰਦੇ ਆ, ਔਰ ਇਹਨਾਂ ਦੇ ਵਿੱਚ ਜਿਹੜੇ MLAs ਹੈਗੇ ਆ ਔਰ ਜਾਂ ਮੰਤਰੀ ਹੈਗੇ ਆ, ਮੁੱਖ ਮੰਤਰੀ ਬਾਰੇ ਮੈਂ ਕਹਿ ਨਹੀਂ ਸਕਦਾ, ਕੋਈ ਵੀ ਬੰਦਾ ਸਿਕਿਉਰ ਨਹੀਂ ਆ, ਜਿੱਦਾਂ ਦੂਸਰੀਆਂ ਪਾਰਟੀਆਂ 'ਚ ਹੁੰਦਾ ਸੀਗਾ ਜੀ ਹੈ। ਉੱਤੇ ਬੈਠੇ ਸੀਗੇ ਵੀ ਆ ਤੂੰ ਮੰਤਰੀ ਬਣਨਾ ਹੀ ਬਣਨਾ, ਉਹ ਨਹੀਂ ਹੈ। ਜਿਹੜਾ ਵੀ ਹੋਊ ਲਾਂਭੇ ਹੋ ਸਕਦਾ। ਇਹਨਾਂ ਜਿਹੜੇ MLA ਕੰਮ ਕਰਦੇ ਆ ਉਹ ਸਿਕਿਉਰ ਨਹੀਂ ਆ, ਪਤਾ ਨਹੀਂ ਅਗਲੀ ਵਾਰੀ ਕਿਸੇ ਨੂੰ ਟਿਕਟਾਂ ਮਿਲਣੀਆਂ ਜਾਂ ਨਹੀਂ ਮਿਲਣੀਆਂ, ਜਿੱਤਣਾ ਜਾਂ ਨਹੀਂ ਮਿਲਣਾ। ਐਕਸਪੈਰੀਮੈਂਟ ਕਰ ਦਿੰਦੇ, ਐਕਸਪੈਰੀਮੈਂਟ ਕਰਨ ਵਾਲੇ ਆ। ਇਸ ਕਰਕੇ ਹਰ ਬੰਦਾ ਅੰਡਰ ਪ੍ਰੈਸ਼ਰ ਕੰਮ ਕਰ ਰਿਹਾ। ਮੇਰੇ ਨਾਲ ਇੱਕ ਦੋ ਬੰਦੇ ਹੁੰਦੇ ਸੀ, ਉਹ MLA ਬਣੇ ਆ, ਤੇ ਮੈਂ ਕਦੀ ਉਹਨਾਂ ਦਾ ਹਾਲ ਪੁੱਛ ਲੈਣਾ ਉਹਦੇ ਵਿੱਚੋਂ। ਠੀਕ ਹੈ। ਤੇ ਉਹ ਲੱਗੇ ਆਪਣੇ ਤਰੀਕੇ ਨਾਲ ਵੀ ਉਹ ਨਹੀਂ ਜੀ ਆਹ ਕਰਦੇ ਆ ਜਾਂ ਕਰਦੇ ਆ। ਫਰਕ ਪਿਆ, ਵਿਜ਼ੀਬਲ ਫਰਕ ਇਨ ਦੀ ਸੈਂਸ ਕਿ ਆ ਥੋੜਾ ਬਹੁਤਾ ਕਰਪਸ਼ਨ ਵਾਲਾ ਮੁੱਦਾ ਸੀਗਾ, ਲੋਕੀ ਇੰਪਾਵਰ ਹੋ ਗਏ ਉਹਦੇ ਵਿੱਚੋਂ। ਅੱਛਾ, ਕੁਝ ਫੜ ਕੇ ਪੁਲਿਸ ਵਾਲੇ ਵੀ, ਮਤਲਬ ਭਾਵੇਂ ਬਿਗਨਿੰਗ ਆ, ਉੱਤੋਂ ਬਿਲਕੁਲ ਤੇ ਨਹੀਂ ਹੋਣਾ ਵੀ ਢਾਂਚਾ ਚੇਂਜ ਹੋਣਾ, ਮੈਨੂੰ ਨਹੀਂ ਲੱਗਦਾ। ਜੇ ਇਹ ਕਿਤੇ 20, 25, 30% ਇੱਕ ਲੀਪ ਆ ਜਾਣ, ਜਾਂ ਉਸ ਪਾਸੇ ਨੂੰ ਤੋੜ ਜਾਣ, ਜਾਂ ਲੋਕਾਂ ਨੂੰ ਆਸ ਦੇ ਜਾਣ, ਜਾਂ ਇੱਕ ਇਹ ਹੁੰਦਾ ਸੀਗਾ ਵੀ ਘੱਟੋ ਘੱਟ ਜਿੱਦਾਂ ਉਂਗਲੀ ਫੜਨ ਵਾਲੀ ਗੱਲ ਆ, ਲੋਕੀ ਆਪੇ ਮੁੜ ਕੇ ਜਿਹੜਾ ਪੱਲਾ ਫੜ ਲੈਣਗੇ ਉਹਦੇ ਵਿੱਚੋਂ। ਤੋ ਇਸ ਕਰਕੇ ਜੇ ਪਿਛਲੇ 4 ਮਹੀਨਿਆਂ ਦਾ 5 ਮਹੀਨਿਆਂ ਦਾ ਇਹਨਾਂ ਦਾ ਤੁਸੀਂ ਆਪਾਂ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਵੀ ਬਿਗਨਿੰਗ ਠੀਕ ਆ। ਟੀਚਿੰਗ ਪ੍ਰੋਬਲਮਸ ਹੈਗੀਆਂ, ਉਹ ਪ੍ਰੋਬਲਮ ਹੈਗੀਆਂ ਦਿੱਲੀ ਦਰਬਾਰ ਦੀਆਂ। ਆਮ ਆਦਮੀ ਪਾਰਟੀ ਦੇ ਜਿਹੜਾ ਦਿੱਲੀ ਦਰਬਾਰ ਆ, ਕੇਜਰੀਵਾਲ ਦੀ ਮੈਂ ਗੱਲ ਕਰਦਾ, ਉਹਨੂੰ ਹੀ ਦਿੱਲੀ ਦਰਬਾਰ ਕਹਿੰਦੇ ਹੁੰਦੇ ਸੀਗੇ। ਪੰਜਾਬ ਬਹੁਤ ਲੰਮਾ ਸਮਾਂ ਦਿੱਲੀ ਦਰਬਾਰ ਨੂੰ ਚੱਲਦਾ ਨੀਗਾ। ਠੀਕ ਹੈ। ਆਪੇ ਇਤਿਹਾਸ ਹੀ ਆ ਸਾਡਾ, ਇਹ ਸਾਡਾ ਇਤਿਹਾਸ ਵਾ। ਸਾਡੇ ਪੰਗਾ ਉਹਨਾਂ ਨੇ ਪੈਂਦਾ। ਦਿੱਲੀ ਦਰਬਾਰ ਲਈ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ। ਦਿੱਲੀ ਜਿੱਤ ਕੇ ਵੀ ਛੱਡ ਕੇ ਆ ਗਏ ਵੀ ਤੁਸੀਂ ਸੰਭਾਲੋ ਇਹਨੂੰ। ਪਰ ਉਹ ਜਿਹੜਾ ਨਾ ਓਵਰ ਐਂਬੀਸ਼ੀਅਸ ਹੋਣਾ, ਜਾਂ ਪਹਿਲੇ ਸਮੇਂ 'ਚ ਇਹ ਇੰਪ੍ਰੈਸ਼ਨ ਦੇਣਾ ਕਿ ਇਹ ਵੇਖੋ ਜੀ ਇਹ ਇੱਥੋਂ ਦੇ ਬੰਦੇ ਕੁਝ ਨਹੀਂ ਕਰ ਸਕਦੇ। ਖਾਸ ਕਰਕੇ ਮੈਂ ਰੈਫਰੈਂਸ ਕਰਦਾ ਵੀ ਤੁਸੀਂ 7 MP ਲਾਤੇ, ਔਰ 1-2 MP ਪੰਜਾਬ 'ਚ ਉਹ ਲਾ ਦਿੱਤੇ ਵੀ ਜਿਨ੍ਹਾਂ ਨੂੰ ਲੋਕੀ ਦੇਖਣਾ ਨਹੀਂ ਚਾਹੁੰਦੇ, ਵੀ ਉਹ ਜਿਹਨਾਂ ਖਾਸ ਕਰਕੇ ਆਪਾਂ ਐਜੂਕੇਸ਼ਨ ਵਾਲੇ ਜਿਹੜੇ ਠੇਕੇਦਾਰ ਹੈਗੇ ਆ, ਉਹਨਾਂ ਨੂੰ ਤੁਸੀਂ MP ਲਾਤਾ ਉਹਦੇ ਵਿੱਚੋਂ। ਉਹ ਕਿਹੜਾ ਪੰਜਾਬ ਬੰਦੇ ਨੂੰ ਜਸਟੀਫਾਈ ਕਰੋਗੇ? ਜਾਂ ਹੋਰ 2-3 ਦਿੱਲੀੋਂ ਬੰਦੇ ਲਿਆ ਕੇ ਰੱਖ ਦਿੱਤੇ। ਪੰਜਾਬ ਦੇ ਮੁੱਦੇ ਹੈਗੇ ਸੀਗੇ ਆਪਣੇ ਖੇਤੀਬਾੜੀ, ਸਾਡੇ ਕੋਲ ਐਗਰੀਕਲਚਰ ਇਕਨੋਮਿਸਟ ਨਹੀਂ ਹੈਗਾ ਜੀ। ਭਗਤ ਸਿੰਘ ਦੀ ਲੈਗੇਸੀ ਦੀ ਗੱਲ ਕਰਦੇ ਆ। ਭਗਤ ਸਿੰਘ ਦੀ ਲੈਗੇਸੀ ਵਾਸਤੇ ਸਾਡੇ ਉਹਨਾਂ ਦਾ ਵਾਰਸ, ਮੈਂ ਨਾਂ ਲੈ ਸਕਦਾ ਇੱਥੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਹੀ, ਪ੍ਰੋਫੈਸਰ ਜਗਮੋਹਨ ਸਿੰਘ ਤੋਂ ਬਿਨਾਂ ਕਿਹੜਾ ਬੰਦਾ ਇੰਟੈਲੈਕਚੁਅਲ, ਕਿਹੜਾ ਬੰਦਾ ਜਿਹੜਾ ਉਹ ਹੋ ਸਕਦਾ? ਜਿਹੜੇ ਲੱਗੇ ਉਹ ਲੰਬੇ ਸਮੇਂ, ਜਿਹੜੇ ਲੱਗੇ ਆ ਉਹ ਫੈਮਿਲੀ ਨੂੰ ਬਿਲੋਂਗ ਕਰਦੇ ਆ। ਤੁਸੀਂ ਰਿਪਰੈਜ਼ੈਂਟ ਕਰੋ। ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਇਨਵਾਇਰਨਮੈਂਟ ਨਹੀਂ, ਇਨਵਾਇਰਨਮੈਂਟ ਸਾਇੰਟਿਸਟ ਸਾਨੂੰ ਚਾਹੀਦੇ ਸੀ। ਸਾਨੂੰ ਇੱਦਾਂ ਦੇ ਬੰਦੇ ਚਾਹੀਦੇ ਸੀ ਜਿਹੜੇ ਪੰਜਾਬ ਦੇ ਮਸਲੇ ਹੈਗੇ ਆ, ਜਿਹੜੇ ਬੰਦਾ ਇਕਨੋਮਿਸਟ ਚਾਹੀਦਾ ਸੀ, ਬੰਦਾ ਇੱਕ ਜਿਹੜਾ ਟੌਪ ਲੈਵਲ ਦਾ ਇਕਨੋਮਿਸਟ ਹੁੰਦਾ। ਤੁਸੀਂ ਇੱਦਾਂ ਦੇ 6-7 ਬੰਦੇ ਜਿਹੜੇ ਉੱਥੇ ਆਵਾਜ਼ ਵੀ ਉਠਾਉਣ, ਉੱਥੇ ਜਿਹੜਾ ਕੋਈ ਪਾਲਿਸੀ ਬਣਾ ਕੇ ਵੀ ਦੇਣ, ਲੋਕਾਂ ਨੂੰ ਲੱਗੇ ਵੀ ਸਾਡੇ ਆ, ਕਿ ਇਹ ਭਾਈ ਸਾਡੀ ਗੱਲ ਕਰ ਸਕਦੇ ਆ। ਤੁਸੀਂ ਉਹ ਜਿਹੜਾ ਪ੍ਰੋਸੈਸ ਸੀ ਉਹਦੇ ਨਾਲ ਥੋੜਾ ਇਹ ਸਮੱਸਿਆ ਆਈ। ਉਹ ਤੋਂ ਬਾਅਦ ਹੋਰ ਸਮੱਸਿਆ ਵੀ ਆਈਆਂ। ਤੁਸੀਂ ਦੇਖਿਆ ਹੋਣਾ ਕਿ ਉਹ ਰਾਘਵ ਚੱਡੇ ਵਾਲਾ, ਦੂਸਰਾ ਤੀਸਰਾ ਇੱਕ ਐਡਵੋਕੇਟ ਜਨਰਲ ਸਾਹਿਬ ਜਿਹੜੇ ਸੀਗੇ, ਉਹਨਾਂ ਨੂੰ ਵੀ ਕਰਨ ਦਿੱਤਾ। ਇਹਦੇ ਨਾਲ ਸਰਕਾਰ ਡਿਸਕ੍ਰੈਡਿਟ ਹੁੰਦੀ ਆ। ਦੂਸਰੀ ਗੱਲ ਇਹ ਹੈਗੀ ਬਾਠ ਸਾਹਿਬ ਕਿ ਆਈਡੀਓਲੋਜੀ ਜਿਹੜੀ ਹੈਗੀ, ਬਹੁਤ ਵੱਡੀ ਗਿਣਤੀ ਜਿਹੜੀ ਹੈਗੀ ਆ ਉਹ ਫੰਕਸ਼ਨਲ ਤੁਹਾਡੀ ਅਟੈਚਮੈਂਟ ਆ। ਜਿਹੜੀ ਯੂਥ ਆ ਉਹ ਪੱਕੇ ਨਹੀਂ ਹੈ। ਜਿੱਦਾਂ ਪਹਿਲਾਂ ਹੁੰਦੇ ਸੀ ਨਾ ਬਜ਼ੁਰਗ, ਉਹ ਚੱਲਦੇ ਫਿਰਦੇ ਆ, ਉਹਨਾਂ ਨੂੰ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਉਸ ਪਾਸੇ ਤੁਰ ਪੈਂਦੇ ਆ। ਇਸ ਕਰਕੇ ਕੋਈ ਵੀ ਗਵਰਨਮੈਂਟ ਨਾ ਤਾਂ ਸ਼ੋਰ ਹੋਣਾ ਚਾਹੀਦਾ। ਇਹ ਚੰਗੀ ਗੱਲ ਆ ਕਿ ਤੁਸੀਂ ਟੇਕਨ ਫਾਰ ਗ੍ਰਾਂਟਡ ਨਾ ਲਓ ਉਹਨਾਂ ਨੂੰ। ਤਾਂ ਇਸ ਕਰਕੇ ਜਿਹੜਾ ਥੋੜੀ ਬਿਗਨਿੰਗ ਹੈਗੀ ਆ, ਜੇ ਉਸ ਤਰੀਕੇ ਨਾਲ ਕਰਦੇ, ਇੰਪਲਾਈਮੈਂਟ ਦੇ ਦੇਣ, ਹਰ ਸਾਲ ਥੋੜੀ ਦੇਈ ਜਾਣ। ਮਤਲਬ ਜਿੱਥੇ 50 ਬੰਦਿਆਂ ਨੂੰ ਦੇਈ ਜਾਣ, 100 ਹਰ ਮਹਿਕਮੇ ਦੇ ਵਿੱਚ ਤੁਹਾਨੂੰ ਚਾਹੀਦੇ, ਜਿੰਨੇ ਚਾਹੀਦੇ ਦੇਈ ਜਾਣ। ਕੰਟੀਨਿਊਸ ਪ੍ਰੋਸੈਸ ਰਵੇ, ਉਹਦੇ ਵਿੱਚੋਂ ਲੋਕਾਂ ਦੀ ਆਸਥਾ ਬਣ ਜਾਵੇ, ਲੋਕੀ ਪੜ੍ਹਨਾ ਸ਼ੁਰੂ ਕਰ ਦੇਣ। ਇਨਵੈਸਟ ਔਨ ਹੈਲਥ ਐਂਡ ਐਜੂਕੇਸ਼ਨ। ਪਰ ਅਲਟੀਮੇਟਲੀ ਸਮੱਸਿਆ ਜੇ ਇਹ ਹੈਗੀ ਆ ਵੀ ਹਾਇਰ ਐਜੂਕੇਸ਼ਨ ਪੰਜਾਬ ਹੀ ਇੱਕ ਵਾਹਦ ਸਟੇਟ ਆ ਕਿ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਦੇ ਟੀਚਰਾਂ ਨੂੰ ਅਜੇ ਤੱਕ ਜਿਹੜੇ ਉਹਨਾਂ ਦੇ ਬਣਦੇ ਜਿਹੜੇ ਗ੍ਰੇਡ ਬਣਦੇ ਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਇਹ ਰਹਿ ਗਿਆ। ਤੁਸੀਂ ਲਿਪ ਸਰਵਿਸ ਨਾਲ ਗੱਲ ਨਹੀਂ ਬਣਦੀ। ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਹੋ, ਉਹਨਾਂ ਦੇ ਟੀਚਰਾਂ ਨੂੰ ਤਨਖਾਹਾਂ ਤਾਂ ਪੂਰੀਆਂ ਦਿਓ। ਸਾਰੀ ਦੁਨੀਆ ਭਰ ਦੇ ਲੋਕਾਂ ਨੂੰ ਗ੍ਰੇਡ ਮਿਲ ਗਏ ਆ, ਉਹ ਵਿਚਾਰੇ ਉੱਦਾਂ ਹੀ ਤੁਰੇ ਫਿਰਦੇ ਆ। ਉਹ ਕਹਿੰਦੇ ਯਾਰ ਦੇਖਦਾ, ਉਹ ਕਹਿੰਦੇ ਵੀ ਸਾਡੀ ਉਹਨੂੰ ਜਿੱਥੇ ਮਰਜ਼ੀ ਮੈਨੂੰ ਸੈਂਟਰਲ ਲੈ ਜਾਏ ਤੇ ਭਾਵੇਂ ਇਹਨੂੰ UN ਨੂੰ ਦੇ ਦਿਓ, ਸਾਡੀ ਤੇ ਘੱਟੋ ਘੱਟ 4 ਛਿੱਲੜ ਤਾਂ ਜੇਬ ਜਾਣ ਪੈਸੇ ਤੇ ਆਉਣ ਦਿਓ। ਕਿਉਂਕਿ ਜਿਹੜੀ ਦੇਸ਼ ਭਗਤੀ ਆ ਜਾਂ ਲਗਾਵ ਆ, ਉਹ ਸਿਰਫ ਗੱਲਾਂ ਬਾਤਾਂ ਨਹੀਂ ਹੁੰਦਾ। ਤੁਸੀਂ ਕੰਡੀਸ਼ਨਸ ਕ੍ਰੀਏਟ ਕਰੋ ਜਿੱਥੇ ਤੁਹਾਡੀ ਸੈਂਸ ਆਫ ਬਿਲੋਂਗਿੰਗ ਹੋਵੇ। ਠੀਕ ਹੈ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਵੱਲ ਵਾਪਸ ਆਉਣਾ। ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਇੱਕ ਫਿਰ ਦੱਸਦੇ ਹਾਂ ਕਿ ਸਰਦਾਰ ਜਗਰੂਪ ਸਿੰਘ ਸੇਖੋਂ ਸਾਹਿਬ, ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੜ੍ਹੇ, ਰਾਜਨੀਤੀ ਸ਼ਾਸਤਰ, ਜਾਣੀ ਕਿ ਜਿਹੜੀ ਆਪਾਂ ਸਿਆਸਤ ਕਰਦੇ ਆ, ਪਿੰਡਾਂ 'ਚ ਦੇਖਦੇ ਆ, ਉਹਨੂੰ ਮਹਿਸੂਸ ਕਰਦੇ ਆ, ਮਾਣਦੇ ਵੀ ਆ ਕਿਤੇ ਕਿਤੇ। ਜੇ ਕਿਤੇ ਰੈਲੀ ਹੋਣੀ ਹੋਵੇ, 2 ਰੈਲੀਆਂ ਇਕੱਠੀਆਂ ਹੋ ਜਾਣ ਤਾਂ ਅਖਬਾਰ ਉਡੀਕਦੇ ਹੁੰਦੇ ਸਵੇਰ ਨੂੰ, ਅੱਛਾ ਇਕੱਠ ਹੈ, ਇਹਦੇ ਵੱਧ ਵੀ, ਇਹਦੇ ਘੱਟ ਵੀ। ਉਸ ਰਾਜਨੀਤੀ ਸ਼ਾਸਤਰ ਨੂੰ 33 ਸਾਲ ਤੋਂ ਵੱਧ ਉਹਨਾਂ ਨੇ ਪੜ੍ਹਾਇਆ। ਬਹੁਤ ਸਾਰੇ ਸੱਜਣ PhD ਕਰ ਗਏ ਹੋਣੇ ਇਹਨਾਂ ਦੇ ਕੋਲੋਂ, ਬਹੁਤ ਸਾਰੇ MPhil ਕਰ ਗਏ ਹੋਣੇ ਆ, ਬਹੁਤ ਸਾਰੇ ਲੇਖ ਜਿਹੜੇ ਉਹ ਛਪੇ। ਤੋਂ ਜਦੋਂ ਇੰਨਾ ਜ਼ਿਆਦਾ ਤਜਰਬਾ ਹੋਵੇ ਤਾਂ ਫਿਰ ਉਹਨਾਂ ਤੋਂ ਗੱਲਾਂ ਚਾਰ ਜਿਹੜੀਆਂ ਸੁਣ ਕੇ ਤਾਂ ਫਿਰ ਪੱਲੇ ਬੰਨਣੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ।
ਹਾਂ ਇੰਨੀ ਗੱਲ ਜ਼ਰੂਰ ਹੈ, ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਰਾਜਨੀਤੀ ਦਾ ਸਾਰਾ ਕੁਝ ਪਤਾ, ਪਰ ਜੇ ਸਾਨੂੰ ਪਤਾ ਹੁੰਦਾ ਤਾਂ ਪੰਜਾਬ ਦੇ ਹਾਲਾਤ ਇਹ ਨਾ ਹੁੰਦੇ। ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਧਿਰਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਪੰਜਾਬ ਦੇ ਲਈ ਚੰਗਾ ਕੰਮ ਕਰਨ। ਡਾਕਟਰ ਸਾਹਿਬ, ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹੁੰਦਾ, ਤੁਸੀਂ ਐਜੂਕੇਸ਼ਨ ਦਾ ਵਿਸ਼ਾ ਟੱਚ ਕੀਤਾ, ਮੈਂ ਉਧਰਲੇ ਪਾਸੇ ਦੁਬਾਰਾ ਆਉਣਾ। ਖੇਤਰੀ ਪਾਰਟੀ ਦੀ ਪੰਜਾਬ ਨੂੰ ਕਿੰਨੀ ਕੁ ਲੋੜ ਹੈ? ਸਾਡੀ ਭਾਸ਼ਾ, ਅਸੀਂ ਇੱਕ ਬਾਰਡਰ ਸਟੇਟ, ਸਾਡਾ ਇੱਕ ਸੱਭਿਆਚਾਰ, ਸਾਡਾ ਇੱਕ ਇਤਿਹਾਸ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਖਾਸ ਤੌਰ ਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਖੁਦ ਕਹਿੰਦੇ ਆ ਜੀ ਇੱਕੋ ਇੱਕ ਪਾਰਟੀ ਆ ਅਸੀਂ ਪੰਜਾਬ ਦੇ ਵਿੱਚ ਜਿਹੜੀ ਕਿ ਪੰਜਾਬ ਤੋਂ ਚੱਲਦੀ ਹੈ, ਪੰਜਾਬ ਬਾਰੇ ਸੋਚਦੀ ਹੈ। ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ, ਕੀ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਜਾਂ ਅਕਾਲੀ ਦਲ ਦਾ ਭਵਿੱਖ ਤੁਸੀਂ ਕੀ ਦੇਖਦੇ ਹੋ? ਮੈਂ ਸਾਰੀਆਂ ਪਾਰਟੀਆਂ ਦਾ ਥੋੜ੍ਹਾ ਪੁੱਛਣਾ, ਅਕਾਲੀ ਦਲ ਤੋਂ ਸ਼ੁਰੂਆਤ ਕੀਤੀ ਹੈ। ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਕਾਂਗਰਸ ਤੋਂ ਬਾਅਦ ਉਹਦਾ ਬਹੁਤ ਸ਼ਾਨਾਮਤਾ ਇਤਿਹਾਸ ਹੈ ਜੀ। ਦੂਸਰੀ ਗੱਲ ਹੈ ਕਿ ਅਕਾਲੀ ਦਲ ਦੇ ਵਿੱਚ ਸ਼ਾਇਦ ਜਿੰਨਾ ਮੇਰਾ ਜੇ ਨੌਲੇਜ ਠੀਕ ਹੋਵੇ, ਕਦੀ ਵੀ ਇਹਦੀ ਜਿਹੜੀ ਨੇਤਾਗਿਰੀ ਹੈ, ਲੀਡਰਸ਼ਿਪ ਆ, ਪਿਓ ਤੋਂ ਪੁੱਤ ਤੱਕ ਨਹੀਂ ਗਈ। ਇਹ ਪੰਥ ਦੀ ਪਾਰਟੀ ਹੁੰਦੀ ਸੀ, ਪੰਥ ਵਾਸਤੇ ਹੁੰਦੀ ਸੀ, ਤੇ ਉਹ ਹੁੰਦੀ ਸੀ ਉਹਦੇ ਵਿੱਚੋਂ ਕਿਸਾਨੀ ਇਹਦੀ ਰੀੜ੍ਹ ਦੀ ਹੱਡੀ ਹੁੰਦੀ ਸੀਗੀ। ਆਮ ਲੋਕ ਗਰੀਬ ਰੀੜ੍ਹ ਦੀ ਹੱਡੀ ਹੁੰਦੇ ਸੀਗੇ। ਅਕਾਲੀ ਨਾ ਆਉਣ ਦੇ ਨਾਲ ਵੀ ਆਮ ਮਜਲੂਬ ਲੱਗਦਾ ਸੀਗਾ ਵੀ ਇਹ ਪਾਰਟੀ ਲੋਕਾਂ ਦੇ ਨਾਲ ਖੜੀ ਆ। ਕਿਸਾਨੀ ਦਾ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ, ਖਾਸ ਕਰਕੇ ਅਕਾਲੀਆਂ ਦਾ ਜਾਂ ਸਿੱਖਾਂ ਦਾ ਦੇਸ਼ ਦੀ ਲੜਾਈ ਦੇ ਵਿੱਚ, ਉਸ ਤੋਂ ਬਾਅਦ ਜਾਂ ਪੰਜਾਬ ਦਾ ਗ੍ਰੀਨ ਰੈਵੋਲੂਸ਼ਨ ਸੀ, ਜਾਂ ਐਮਰਜੈਂਸੀ ਦੇ ਖਿਲਾਫ ਜਿਹੜੀ ਲੜਾਈ ਸੀਗੀ, ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ, ਇਹਦੀ ਡਿਸਟਿੰਕਟ ਆਇਡੈਂਟੀਟੀ ਸੀਗੀ ਐਜ਼ ਏ ਰੀਜਨਲ ਪਾਰਟੀ। ਇਹ ਉਹ ਪਾਰਟੀ ਆ ਜਿਹਨੇ ਸੂਬਿਆਂ ਦੇ ਖੁਦ ਮੁਖਤਿਆਰਾਂ ਦੀ ਗੱਲ ਕੀਤੀ ਆ, ਜਿਹਨੇ ਕਿਹਾ ਸੀ ਖੁਦ ਮੁਖਤਾਰੀ ਮਿਲਣੀ ਚਾਹੀਦੀ ਆ, ਜ਼ਿਆਦਾ ਆਟੋਨਮੀ ਮਿਲਣੀ ਚਾਹੀਦੀ ਆ। ਇਹ ਉਹ ਪਾਰਟੀ ਆ ਜਿਹਨੇ ਆਪੋਜੀਸ਼ਨ ਪਾਰਟੀਆਂ ਨੂੰ ਇਕੱਠਿਆਂ ਕਰਕੇ ਕਾਂਗਰਸ ਦੇ ਖਿਲਾਫ ਲੜਦੀ ਹੁੰਦੀ ਸੀਗੀ। ਪਰ ਪਿਛਲੇ ਸਮੇਂ 'ਚ ਬਹੁਤ ਵੱਡਾ ਨਿਗਾਰ ਆਇਆ। ਇਹ ਪੰਥ ਦੀ ਪਾਰਟੀ ਬਣਨ ਦੀ ਬਜਾਏ ਪਰਿਵਾਰ ਤੱਕ ਹੀ ਸੀਮਤ ਰਹਿ ਗਈ, ਔਰ ਜਿਹੜੀ ਖਾਸ ਕਰਕੇ ਸੈਂਟਰਲਾਈਜੇਸ਼ਨ ਆਫ ਪਾਵਰ, ਪਾਰਟੀ ਵੀ ਪਰਿਵਾਰ ਦੀ, ਸਰਕਾਰ ਵੀ ਪਰਿਵਾਰ ਦੀ, ਤੇ ਸ਼੍ਰੋਮਣੀ ਕਮੇਟੀ ਦਾ ਪਰਿਵਾਰ ਇਹਦਾ ਡਿਕਲਾਈਨ ਦਾ ਜਿਹੜਾ ਹੈਗਾ ਕਾਰਨ ਬਣਿਆ। ਔਰ ਖਾਸ ਕਰਕੇ ਜਿਹੜੀ ਇਹਦੀ 2007 ਤੋਂ ਲੈ ਕੇ 17 ਤੱਕ ਇਹਦੇ ਨਾਲ ਜੁੜੇ ਲੋਕ ਜਿਹੜੇ ਆਏ ਸੀ ਨਾ, ਓਪਨ ਕਰ ਦਿੱਤਾ। ਜਿਹੜੇ ਲੋਕ ਆਏ ਸੀਗੇ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਪੰਥਕ ਸੋਚ ਬਾਰੇ ਕੋਈ ਟ੍ਰੇਨਿੰਗ ਦਿੱਤੀ ਹੋਊਗੀ ਜਾਂ ਕੋਈ ਏਜੰਡਾ ਰੱਖਿਆ ਹੋਊਗਾ, ਜੋ ਕਟੀਰਾ ਫਿਕਸ ਕੀਤਾ ਹੋਊਗਾ। ਫ੍ਰੀ ਫਾਰ ਆਲ ਹੋ ਕੇ ਇਹਨਾਂ ਨੇ ਉਹ ਕੰਮ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਹਾਲਾਤ ਇਹ ਬਣ ਗਏ, ਇਲੈਕਸ਼ਨ ਤਾਂ 12 ਦੀ ਜਿੱਤ ਗਏ, ਪਰ ਉਸ ਤੋਂ ਬਾਅਦ ਹਲਕਾ ਇੰਚਾਰਜ ਜਾ ਕੇ ਜਿੱਥੇ ਸੀ ਹਾਰੇ ਸੀਗੇ। ਹੌਲੀ ਹੌਲੀ ਇਹਨਾਂ ਦੀ ਬਦਨਾਮੀ ਹੋਣੀ ਸ਼ੁਰੂ ਹੋ ਗਈ। ਬਦਨਾਮੀ ਇਨ ਦੀ ਸੈਂਸ ਦੈਟ ਵੀ ਕੋਈ ਵੀ ਚੀਜ਼ ਮਾੜੀ ਵਾਪਰ ਲੱਗਦੀ ਆ ਜਾਂ ਕੋਈ ਵੀ ਚੀਜ਼ ਵੇਚਦਾ ਵਾ, ਵਿਕਦੀ ਆ, ਤਾਂ ਉਹ ਸਾਰੀ ਇਸ ਪਾਰਟੀ ਦੇ ਮੁਖੀਆ ਦੇ ਸਿਰ 'ਤੇ ਲੱਗਣੀ ਸ਼ੁਰੂ ਹੋ ਗਈ। ਇਹਦਾ ਡਿਕਲਾਈਨ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਨੂੰ ਜਿਹੜਾ ਪ੍ਰਧਾਨ ਬਣਾ ਦਿੱਤਾ। ਤੁਸੀਂ ਦੇਖਿਆ ਹੋਣਾ ਵੀ ਉਦੋਂ ਕਾਫੀ ਸੁਗਲਾਟ ਹੋਈ ਸੀ, ਹੋਰ ਲੀਡਰ ਵੀ ਹੈਗੇ ਸੀਗੇ, ਔਰ ਉਹ ਸਾਰੇ ਲਾਂਭੇ ਹੋ ਗਏ। ਉਹਨਾਂ 'ਚ ਤਾਂ ਜੁੜੇ ਰਹੇ ਜਿੰਨਾ ਚਿਰ ਇਹਨਾਂ ਕੋਲ ਤਾਕਤ ਸੀਗੀ। ਫਿਰ ਉਹ ਮਨਪ੍ਰੀਤ ਵੀ 12 ਤੋਂ ਪਹਿਲਾਂ ਜਿਹੜਾ ਸੀ ਬਾਹਰ ਨਿਕਲਿਆ, ਉਹਦੇ ਵਿੱਚੋਂ ਆਣ ਕੇ ਉਹਨੇ ਵੀ ਏਜੰਡਾ ਦਿੱਤਾ ਸੀਗਾ ਵੀ ਤੁਸੀਂ ਮੈਟ ਦੇ ਬੇਸੇ 'ਤੇ ਨਹੀਂ ਕੀਤਾ। ਹੌਲੀ ਹੌਲੀ ਇਹ ਖਿਲਰਨੀ ਸ਼ੁਰੂ ਹੋ ਗਈ। ਤਾਕਤ 17 ਦੇ ਵਿੱਚ ਰਹੀ, ਪਰ 17 ਦੇ ਵਿੱਚ ਬਹੁਤ ਹੌਲੇ ਹੋ ਗਏ, ਔਰ ਉਸ ਤੋਂ ਬਾਅਦ ਇਹ ਵੀਕ ਹੋਏ, ਕਿਉਂਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਗਲਬਾ ਸੀ, ਜਿਹੜੇ ਕੁਝ ਲੋਕਾਂ ਦਾ, ਜਿਹਨੇ 30 40 50 ਪਰਿਵਾਰ ਦੇ ਲੋਕ ਸੀ ਜਾਂ ਬਹੁਤ ਨੇੜੇ ਦੇ ਲੋਕ ਸੀ, ਪਾਰਟੀ ਉਹਨਾਂ ਦੀ ਬਣ ਕੇ ਗਈ। ਨਵਾਂ ਲੋਕ ਇਹਦੇ ਵਿੱਚ ਆਏ ਨਹੀਂ। ਠੀਕ ਹੈ। ਪੰਜਾਬ ਦੇ ਸਾਰੀਆਂ ਪਾਰਟੀਆਂ ਦੀ ਇਹ ਸਮੱਸਿਆ ਇਸ ਵੇਲੇ ਹੈਗੀ ਆ ਕਿ ਜਿਹੜੀ ਨਵੇਂ ਲੋਕ ਜਿਨ੍ਹਾਂ ਚਿਰ ਉਹ 'ਚ ਐਂਟਰ ਨਹੀਂ ਕਰਦੇ, ਤੇ ਉਹ ਪਾਰਟੀ ਜਿਹੜੀ ਆ ਬਹੁਤ ਲੰਮਾ ਸਮਾਂ ਨਹੀਂ ਚੱਲੂਗੀ। ਸੋ ਅਕਾਲੀ ਦਲ ਦੀ ਵਰਟੀਕਲ ਵੀ ਡਿਵੀਜ਼ਨ ਹੋ ਗਈ। ਤੁਸੀਂ ਦੇਖਿਆ ਬ੍ਰਹਮਪੁਰਾ ਸਾਹਿਬ ਨਿਕਲ ਆਏ, ਸੁਖਦੇਵ ਸਿੰਘ ਢੀਂਡਸਾ ਨਿਕਲ ਆਏ, ਹੋਰ ਬੰਦੇ ਉਹਦੇ ਵਿੱਚੋਂ ਬਾਹਰ ਨਿਕਲ ਆਏ, ਤੇ ਉਹ ਮੁੜ ਕੇ ਜਿਹੜਾ ਸੀ ਹਾਫ ਹਾਰਡਲੀ ਆਇਆ। ਦੂਸਰਾ ਇਹ ਸੀਗਾ ਕਿ ਬੀਜੇਪੀ ਦੇ ਨਾਲ ਲੱਗ ਕੇ ਜਿਹੜੀਆਂ ਬੀਜੇਪੀ ਦੀਆਂ ਸੈਂਟਰਲਾਈਜੇਸ਼ਨ ਦੀਆਂ ਪਾਲਿਸੀ ਸੀਗੀਆਂ, ਜਾਂ ਜਿਹੜੇ ਆਮ ਪੰਜਾਬ ਵਾਲੇ ਲੋਕ ਸਮਝਦੇ ਵੀ ਇਹ ਪਾਰਟੀ ਉਹ ਸੀ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ, ਇਹ ਉਹਦੇ ਗੁੱਸੜ ਚੜ੍ਹ ਕੇ ਬੈਠ ਕੇ ਜਾਂ ਸਾਰਾ ਕੁਝ ਨਾ ਆਪਣੇ ਪਰਿਵਾਰ ਕੋਲ ਰੱਖਿਆ। ਜਿੱਦਾਂ ਫਾਰ ਐਗਜ਼ਾਮਪਲ ਜਿੱਦਾਂ ਬੀਬੀ ਹਰਸਿਮਰਤ ਕੌਰ ਨੇ ਜਦੋਂ ਮੰਤਰੀ ਬਣਨਾ ਸੀ, ਕੀ ਲੋੜ ਸੀ ਮੰਤਰੀ ਬਣਨ ਦੀ? ਹੋਰ ਕਿਸੇ ਨੂੰ ਬਣਾ ਦਿਓ ਤੁਸੀਂ, ਵੀ ਸੈਂਟਰ 'ਚ ਮੰਤਰੀ ਬਣਨਾ ਉਹ ਵੀ ਸਾਡਾ ਹੋ ਜੇ, ਮੁੱਖ ਮੰਤਰੀ ਵੀ ਸਾਡਾ ਹੋਵੇ, ਡਿਪਟੀ ਮੁੱਖ ਮੰਤਰੀ ਵੀ, ਸਾਰਾ ਕੁਝ ਸਾਡੇ ਕੋਲ ਹੀ ਹੋਵੇ ਉਹਦੇ ਵਿੱਚੋਂ। ਇਹ ਲੋਕਾਂ ਨੂੰ ਪਤਾ ਗਵਾਰਾ ਨਹੀਂ ਹੋਇਆ ਵੀ ਇਹ ਉਹ ਪਾਰਟੀ ਨਹੀਂ ਹੈ। ਤਾਂ ਹਰ ਪਾਰਟੀ ਬਾਰੇ ਇਮੈਜੀਨੇਸ਼ਨ ਹੁੰਦੀ ਹੈ ਵੀ ਅਕਾਲੀ ਦਲ ਤਾਂ ਆਹ ਪਾਰਟੀ ਸੀਗੀ, ਅਕਾਲੀ ਦਲ 'ਤੇ ਇੱਦਾਂ ਦੇ ਲੀਡਰ ਹੁੰਦੇ ਸੀਗੇ ਕਿ ਜਿਹੜੇ ਬੰਦੇ ਜਿਹੜੇ ਹਮੇਸ਼ਾ ਨੀਵੀਂ ਪਾ ਕੇ ਰੱਖਦੇ ਸੀਗੇ, ਜਾਂ ਇਹਨਾਂ ਦੇ ਸਮੇਂ ਦੇ ਵਿੱਚ ਜੋ ਬੇਹੁਰਮਤੀਆਂ ਹੋਈਆਂ, ਇੱਕ ਤਾਂ ਹੋਈਆਂ ਨਾ ਰਿਲੀਜੀਅਸ ਤੌਰ 'ਤੇ, ਜਾਂ ਗੁੰਡਾਗਰਦੀ ਹੋਈ। ਮੈਂ ਇਹ ਗੱਲ ਕਹੂੰਗਾ ਵੀ ਚਾਹੇ ਉਹ ਰੇਤ ਦੀ ਗੁੰਡਾਗਰਦੀ ਸੀ, ਚਾਹੇ ਉਹ ਸ਼ਰਾਬ ਦੀ ਗੁੰਡਾਗਰਦੀ ਸੀਗੀ, ਜਾਂ ਉਹ ਕੇਬਲ ਟੀਵੀ ਦੀ ਗੁੰਡਾਗਰਦੀ, ਜਾਂ ਇਹਨਾਂ ਦੇ ਟਰਾਂਸਪੋਰਟ ਦੀ ਵੱਡੀ ਗੁੰਡਾਗਰਦੀ ਸੀਗੀ। ਤਾਂ ਅਲਟੀਮੇਟਲੀ ਹੌਲੀ ਹੌਲੀ ਹਾਸ਼ੀ ਵਾਲੇ ਪਾਸੇ ਚਲੀ ਗਈ। ਔਰ ਹੁਣ ਦੇਖੋ ਇਹਦਾ ਹੋਰ ਬਹੁਤ ਵੱਡੀ ਸਮੱਸਿਆ ਆ ਗਈ ਕਿ ਆ ਜਿਹੜੇ ਕਿੰਨਾ ਬੁਰੀ ਤਰ੍ਹਾਂ ਹਾਰ ਗਏ। 3 ਸੀਟਾਂ ਇਸ ਪਾਰਟੀ ਨੇ ਜਿੱਤੀਆਂ, ਪਹਿਲਾਂ ਸਿਰਫ 2 ਹੀ ਸੀਟਾਂ ਜਿੱਤੀਆਂ ਸੀ, ਉਹਦੇ ਵਿੱਚ ਵੀ ਕਹਿੰਦੇ ਸੀ ਵੀ ਉਹ
ਕਾਂਗਰਸ ਦੇ ਨਾਲ ਇਹਨਾਂ ਦਾ ਅੰਡਰਸਟੈਂਡਿੰਗ ਸੀ ਕਿ ਵੀ ਬਠਿੰਡਾ ਜਿੱਤਣੀ ਆ ਤੇ ਕੋ ਫਿਰੋਜ਼ਪੁਰ ਜਿੱਤਣੀ ਆ, ਜਿਹੜੇ ਐਲੀਗੇਸ਼ਨ ਲੱਗਦੇ ਸੀਗੇ। ਤੁਸੀਂ ਦੇਖਿਆ ਹੋਣਾ ਜਦੋਂ 19 ਦੇ ਇਲੈਕਸ਼ਨ ਦੇ ਵਿੱਚ ਸਿੱਧੂ ਸਾਹਿਬ ਨੇ ਬਾਹਰ ਆਣ ਕੇ ਵੇਖਿਆ ਕਿ ਮੈਚ ਦੀ ਫਿਕਸਿੰਗ ਹੋ ਚੁੱਕੀ ਆ, ਜਦੋਂ ਉੱਥੋਂ ਆਇਆ ਸੀ ਆਪਣੇ ਦੀ ਉਹਦੀ ਰਾਜਾ ਵੜਿੰਗ ਦੀ ਕਰਕੇ ਕਨਵੈਂਸਿੰਗ ਤੇ ਬਾਅਦ ਸਟੇਟਮੈਂਟ ਦੇ ਦਿੱਤੀ ਸੀਗੀ ਵੀ ਇੱਥੇ ਨਾ ਮੈਚ ਫਿਕਸਿੰਗ ਹੈਗੀ, ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਅਲਟੀਮੇਟਲੀ 22 ਦੇ ਵਿੱਚ ਆਣ ਕੇ ਤਾਂ ਬਿਲਕੁਲ ਹੀ ਜਿਹੜਾ ਹੁੰਦਾ ਕਹਿੰਦੇ ਭਾਂਡਾ ਹੀ ਭੱਜ ਗਿਆ ਉਹਦੇ ਵਿੱਚੋਂ। ਅੱਛਾ ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤੁਸੀਂ ਅਕਾਲੀ ਦਲ ਦਾ ਵਿਸ਼ਲੇਸ਼ਣ ਕੀਤਾ, ਇੱਥੇ ਕਤਲ ਹੋਏ, ਗੈਂਗਸਟਰ ਕਲਚਰ, ਕਈ ਕੁਛ ਨਿਕਲਿਆ ਵਿੱਚੋਂ। ਹੁਣ ਜਿਹੜਾ ਇਹ ਕਹਿੰਦੇ ਆ ਕਿ ਭਾਈ ਸਾਨੂੰ ਤਾਂ ਆਇਆ ਨੂੰ ਅਜੇ 6 ਮਹੀਨੇ ਹੋਏ, ਪਰ ਜੇ ਇਹ ਕੰਮ ਬੰਦ ਨਾ ਹੋਇਆ ਨੁਕਸਾਨ ਇਹਨਾਂ ਨੂੰ ਵੀ ਹੋ ਜੂ। ਮੇਰਾ ਖਿਆਲ ਹੈ ਕਿ ਇਹ ਤਾਂ ਜੇ ਤੁਸੀਂ ਟ੍ਰੇਸ ਕਰੋ ਨਾ ਹਿਸਟਰੀ ਜੀ, ਇਹ अर्ਲੀ 20th ਸੈਂਚੁਰੀ ਸ਼ੁਰੂ ਹੋਇਆ। ਠੀਕ ਹੈ। ਔਰ ਉਹਦੇ ਵਿੱਚ ਪਹਿਲੇ ਸਮੇਂ 'ਚ ਇਹ ਚੀਜ਼ਾਂ ਨਹੀਂ ਆਉਂਦੀਆਂ। 7 ਤੋਂ ਬਾਅਦ ਜਿਹੜਾ ਨਵਾਂ ਕਲਚਰ ਪਾਰਟੀ ਦੇ ਵਿੱਚ ਆਇਆ, ਜਿਹੜਾ ਯੂਥ ਬ੍ਰਿਗੇਡ ਬਣਿਆ ਹੈਗਾ ਜਾਂ ਇਹਨਾਂ ਨੇ ਯੰਗ ਲੀਡਰਸ਼ਿਪ ਲਿਆਂਦੀ, ਔਰ ਯੰਗ ਲੀਡਰਸ਼ਿਪ ਦੇ ਥੱਲੇ ਬਹੁਤ ਸਾਰੇ ਲੋਕ ਉਹਦੇ ਵਿੱਚੋਂ ਆ ਗਏ ਆ। ਹੋਇਆ ਕਿ ਬਣਦੇ ਕਿੱਥੋਂ ਨਹੀਂ, ਤੁਸੀਂ ਹਿਸਟਰੀ ਟ੍ਰੇਸ ਕਰਕੇ ਉਹਦਾ ਪ੍ਰੋਫਾਈਲ ਦੇਖੋ। ਸਧਾਰਨ ਪੈਟੀ ਕੋਈ ਕੰਮ ਕੀਤਾ ਸੀ ਉਹਦੇ ਵਿੱਚੋਂ ਆਣ ਕੇ ਉੱਥੋਂ ਉਹਨੂੰ ਪੈਟਰੋਨੇਜ ਮਿਲ ਗਿਆ, ਪਿੰਡ ਦੇ ਸ਼ੁਰੂ ਹੋ ਗਿਆ, ਹੌਲੀ ਵੱਧਦਾ ਦੂਸਰੇ ਪਾਸੇ ਵੱਲ ਵੱਧ ਗਿਆ। ਫਿਰ ਇਹ ਪੋਲੀਟੀਕਲ ਇਹਨਾਂ ਦੀ ਆਰਮ ਬਣ ਗਿਆ ਕਿ ਜੇ ਤੁਹਾਨੂੰ ਵੋਟਾਂ ਬਣਾਉਂਦੇ ਆ ਜਾਂ ਤੁਹਾਡਾ ਕੰਮ ਕਰਦੇ ਆ ਜਾਂ ਲੋਕਾਂ ਨੂੰ ਉੱਥੇ ਧਿਰ ਬਣ ਕੇ ਬਹਿ ਜਾਂਦੇ ਆ। ਸ਼ੁਰੂ ਉੱਥੋਂ ਹੈ। ਪ੍ਰੋਡਕਟ ਇਹਨਾਂ ਦੀ ਕਾਂਗਰਸ ਤੇ ਅਕਾਲੀਆਂ ਦੀ ਆ। ਇਹ ਜਿਹੜਾ ਕਲਚਰ ਹੈਗਾ, ਠੀਕ ਹੈ, ਪੁਰਾਣੇ ਜ਼ਮਾਨੇ 'ਚ ਵੀ ਆਪਣੇ ਹੁੰਦੇ ਵੀ ਉਹ ਗੰਗਾ ਬਦਮਾਸ਼ ਸਾਡੇ ਹੁੰਦਾ ਸੀ, ਉਹ ਹੋਰ ਕਿਸਮ ਦੇ ਬਦਮਾਸ਼ ਹੁੰਦੇ ਸੀਗੇ ਵੀ ਉਹ ਇਦਾਂ ਨਹੀਂ ਸੀ ਕਰਦੇ। ਤੋ ਇਸ ਕਰਕੇ ਇਹਨਾਂ ਨੇ ਪੈਟਰੋਨੇਜ ਕੀਤਾ ਔਰ ਅਲਟੀਮੇਟਲੀ ਨੇ ਐਕਸਪੋਜ਼ ਹੋਣਾ ਸੀ ਵੀ ਉਹਨੂੰ ਟਕਿਆ ਟਕਾਇਆ ਜਾਂਦਾ ਸੀਗਾ, ਇਹ ਚੱਲਦਾ ਸੀਗਾ। ਹੁਣ ਇਹ ਲੱਗਦਾ ਵੀ ਉੱਥੇ ਐਕਸਟੋਰਸ਼ਨ ਦਾ ਤਾਂ ਬਹੁਤ ਲੰਮੇ ਸਮੇਂ ਤੋਂ ਕੰਮ ਚੱਲਦਾ ਸੀਗਾ। ਜਿਹੜੇ ਲੋਕੀ ਹੁਣ ਖੋਲ੍ਹ ਕੇ ਦੱਸਣ ਡਿਆ ਤੁਹਾਡਾ ਜਿਹੜੀ ਇੰਡਸਟਰੀ ਹੈਗੀ ਆ, ਮਿਊਜ਼ਿਕ ਵਾਲੀ ਜਿਹੜੀ ਹੈਗੀ ਆ, ਜਾਂ ਤੁਹਾਡੀ ਫਿਲਮ ਇੰਡਸਟਰੀ ਆ, ਕਿਉਂਕਿ ਇੰਡਸਟਰੀ ਬਹੁਤ ਵੱਡੀ ਹੋ ਗਈ। ਜਿੱਥੇ ਇਸ ਕਿਸਮ ਦੀ ਆ ਗਈ, ਬਿਟਰਨੈਸ ਹੋ ਗਈ, ਅਨਫੋਰਚੂਨੇਟਲੀ ਇਹ ਸਾਰੀ ਜਿਹੜੀ, ਮੈਂ ਜਾਤ ਦੇ ਤੌਰ 'ਤੇ ਨਹੀਂ ਗੱਲ ਕਹਿੰਦਾ ਵੀ ਜੱਟਾਂ ਦੀ ਮੇਰੇ ਖਿਆਲ ਡੋਮੀਨੇਸ਼ਨ ਹੈਗੀ ਆ। ਤੁਹਾਡੇ ਸਾਰੇ ਗਾਣੇ ਜੱਟਾਂ ਦੇ ਆਲੇ ਦੁਆਲੇ ਘੁੰਮਦੇ ਆ, ਸਾਰੀਆਂ ਫਿਲਮਾਂ ਉਹਨਾਂ ਦੇ ਨਾਲੇ ਦੁਆਲੇ ਭੁੱਲਦੀਆਂ, ਜਿਹੜੇ ਵੱਡੇ ਹੀਰੋ ਉਹ ਉਹਦੇ ਵਿੱਚ ਆ, ਤੇ ਇਹਨਾਂ 'ਚ ਰਲ ਮਿਲ ਕੇ ਬਹਿਣ ਦੀ ਗੱਲ ਹੀ ਨਹੀਂ ਹੁੰਦੀ। ਇੱਥੇ ਹੋਰ ਕਿਸਮ ਦਾ ਪੈਟਰਨ ਜਿਹੜਾ ਇਵੋਲਵ ਕਰਦਾ ਉਹਦੇ ਵਿੱਚੋਂ। ਹੁਣ ਇਹਨਾਂ ਦੀ ਗੱਲ ਪੈ ਗਈ ਜੀ। ਔਰ ਤੁਸੀਂ ਦੇਖੋ ਇੰਨਾ ਸੀਰੀਅਸ ਹੈਗਾ, ਸ਼ਾਇਦ ਇਹਨਾਂ ਨੇ ਵੀ ਐਂਟੀਸਪੇਟ ਨਹੀਂ ਕੀਤਾ ਹੋਣਾ। ਕੋਈ ਵੀ ਐਂਟੀਸਪੇਟ ਨਹੀਂ ਕਰਦਾ ਵੀ ਪੰਜਾਬ 'ਚ ਇੱਦਾਂ ਕਿੱਦਾਂ ਹੋ ਸਕਦਾ। ਔਰ ਖਾਸ ਕਰਕੇ ਜਦੋਂ ਅਨਫੋਰਚੂਨੇਟਲੀ ਆ ਵੱਡਾ ਇੰਸੀਡੈਂਟ ਹੋਇਆ ਵਾ, ਛੋਟੀਆਂ ਮੋਟੀਆਂ ਤਾਂ ਕਰਦੇ ਸੀ ਉੱਥੇ। ਤੁਸੀਂ ਆਖਿਆ ਇੱਕ ਜਿਹੜਾ ਸਿੰਗਰ ਸੀ ਉਹਦੇ ਗੋਲੀ ਮਾਰੀ ਸੀ, ਉਹਨਾਂ ਗੰਢ ਤੋਪ ਕਰਕੇ ਲੈ ਲਈ। ਆਹ ਜਦੋਂ ਹੋਇਆ ਵਾ, ਇਹਨੇ ਤਾਂ ਸਾਰੀ ਦੁਨੀਆ ਨੂੰ ਲਾ ਕੇ ਰੱਖ ਦਿੱਤਾ। ਫਿਰ ਇਹ ਗਲੋਬਲ ਜਿਹੜੀਆਂ ਹੈਗੀਆਂ ਤੁਹਾਡੀਆਂ ਜਿਹੜੀਆਂ ਇੰਟਰੈਕਸ਼ਨਸ ਹੈਗੀਆਂ, ਉਹ ਸਾਰਾ ਉਸ ਪਾਸੇ ਲਾ ਗਿਆ। ਪਰ ਪਹਿਲੀ ਵਾਰੀ ਮੈਨੂੰ ਲੱਗਦਾ ਵੀ ਕਿਸੇ ਸਰਕਾਰ ਨੇ ਜਿਹੜਾ ਐਡਾ ਵੱਡਾ ਇੰਸੀਡੈਂਟ ਹੈ ਉਹਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਬੰਦੇ ਇਨਵੋਲਵਡ ਸੀ ਉਸ ਕਿਲਿੰਗ ਦੇ ਵਿੱਚ, ਮੂਸੇਵਾਲੇ ਦੀ ਵੀ, ਹੌਲੀ ਹੌਲੀ ਉਹਨਾਂ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਨੱਪਿਆ ਵਾ, ਲਿਆਂਦਾ ਉਹਦੇ ਵਿੱਚੋਂ ਜੀ। ਪਰ ਇਹ ਮਸਲਾ ਛੋਟਾ ਨਹੀਂ ਹੈ, ਕਿਉਂਕਿ ਜਿਹੜਾ ਗੈਂਗਸਟਰਿਜ਼ਮ ਹੈਗਾ ਇਹ ਸਿਰਫ ਲਾਅ ਐਂਡ ਆਰਡਰ ਨਹੀਂ, ਇਹ ਸੋਸ਼ਲ ਇਸ਼ੂ ਆ। ਕਿਉਂ ਲੋਕੀ ਬਣਦੇ ਆ, ਇਹ 'ਚ ਇਕੋਨਮੀ ਵੀ ਇਨਵੋਲਵਡ ਹੈਗੀ ਆ, ਤੇ ਇਹ 'ਚ ਪੋਲੀਟੀਕਲ ਪੈਟਰੋਨੇਜ ਵੀ ਉਸ ਤਰੀਕੇ ਨਾਲ ਹੋਊਗਾ। ਤੇ ਮੈਨੂੰ ਲੱਗਦਾ ਵੀ ਇਹ ਹੁਣ ਲੋਕਾਂ ਨੂੰ ਕਿਸੇ ਪਾਰਟੀ ਦੇ ਰੌਲਾ ਪੈਣ ਦਾ ਜਾਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਉਹ ਮਾੜੇ ਕਿ ਚੰਗੇ ਆ। ਲੋਕਾਂ ਦੀ ਆਪਣੀ ਆਬਜ਼ਰਵੇਸ਼ਨ ਆ। ਇੰਨਾ ਕੁ ਪੰਜਾਬ ਆ, ਰੋਜ਼ ਸਵੇਰੇ ਉੱਠ ਕੇ ਬੰਦਾ ਅਖਬਾਰਾਂ ਦੀ ਸਾਰੀ ਉਹ ਸਕੈਨਿੰਗ ਕਰ ਦਿੰਦਾ, ਹੋਰ ਕੁਛ ਨਹੀਂ, ਸੋਸ਼ਲ ਮੀਡੀਆ ਉਹਦੇ ਵਿੱਚੋਂ ਆ ਗਿਆ। ਤੇ ਮੈਨੂੰ ਲੱਗਦਾ ਵੀ ਇਹ ਚੈਲੰਜ ਵੱਡਾ ਹੈ। ਔਰ ਜਿਸ ਤਰੀਕੇ ਨਾਲ ਲੱਗੇ ਆ, ਜਿਸ ਤਰੀਕੇ ਨਾਲ ਨੇ ਫ੍ਰੀ ਹੈਂਡ ਦਿੱਤਾ, ਮੈਂ ਇਹਦੇ ਬਾਹਰੋਂ ਦੱਸ ਰਿਹਾ, ਜਾਂ ਜਿਸ ਤਰੀਕੇ ਨਾਲ ਛੋਟੇ ਲੈਵਲ ਦੇ ਹੋਰ ਕਰਮਚਾਰੀ ਦੱਸਦੇ ਆ ਵੀ ਇੰਨੀ ਫਰੀਡਮ ਸਾਨੂੰ ਕਦੀ ਵੀ ਪਹਿਲਾਂ ਨਹੀਂ ਸੀ ਮਿਲੀ ਜਿੰਨੀ ਫਰੀਡਮ ਸਾਨੂੰ ਮਿਲ ਰਹੀ ਆ। ਇਹ ਗੱਲ ਬੜੀ ਪੱਕੀ ਆ ਕਿ ਪੰਜਾਬ ਦੇ ਵਿੱਚ ਜਦੋਂ ਤੁਸੀਂ ਬਿਊਰੋਕ੍ਰੇਸੀ ਨੂੰ, ਪੁਲਿਸ ਵੀ ਜੱਟਾਂ ਦੀ ਆ, ਇਹ ਵੀ ਅਗਲੇ ਪਾਸੇ ਵਾਲਾ ਹੈਗੇ ਆ, ਥੱਲੜੇ ਲੈਵਲ ਵਾਲੀ, ਤੇ ਉਹਨਾਂ ਨੂੰ ਪਤਾ ਵੀ ਅਸੀਂ ਕਿੱਦਾਂ ਇਹਨਾਂ ਨੂੰ ਟੈਕਲ ਕਰਨਾ, ਕਿਉਂਕਿ ਪੁਰਾਣਾ ਐਕਸਪੀਰੀਅੰਸ ਵੀ ਰਿਹਾ ਹੋ ਕੇ ਵੀ ਇਸ ਗਿੱਲ ਵਾਲਾ ਵੀ ਰਿਹਾ ਉਹਦੇ ਵਿੱਚੋਂ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਠੀਕ ਠਾਕ ਚੱਲੀ ਜਾਂਦਾ। ਜੇ ਇਹਨੂੰ ਲੌਜੀਕਲ ਐਂਡ ਤੱਕ ਲੈ ਜਾਂਦੇ ਆ, ਇਹ ਇਹਨਾਂ ਦਾ ਐਡਡ ਐਡਵਾਂਟੇਜ ਹੋਊਗਾ ਕਮਿੰਗ ਇਲੈਕਸ਼ਨ ਦੇ ਵਿੱਚ। ਪਰ ਤੁਹਾਡੇ ਸਾਥੀ ਜਾਂ ਤੁਸੀਂ ਉਹਨਾਂ ਦੇ ਸਾਥੀ ਡਾਕਟਰ ਧਰਮਵੀਰ ਗਾਂਧੀ ਹੋਰੀ ਤਾਂ ਕਹਿੰਦੇ ਸਰਕਾਰ ਬਹੁਤ ਮਾੜੇ ਢੰਗ ਨਾਲ ਚੱਲ ਰਹੀ ਹੈ। ਉਹਨਾਂ ਦਾ ਆਪਣਾ ਵਿਚਾਰ, ਮੇਰੇ ਤੋਂ ਬਹੁਤ ਸਿਆਣੇ ਆ, ਉਹ ਮੈਂਬਰ ਪਾਰਲੀਮੈਂਟ ਆ, ਮੇਰੇ ਵੱਡੇ ਆ, ਦੋਸਤ ਵੀ ਹੈਗੇ ਆ, ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਨੂੰ। ਹੋ ਸਕਦਾ ਉਹਨੇ ਕੋਈ ਤੀਸਰੀ ਅੱਖ ਹੋਵੇ ਜਿਹੜੀ ਮੇਰੇ ਕੋਲ ਨਹੀਂ ਹੈਗੀ, ਉਹਨਾਂ ਨੂੰ ਜਾਂ ਪੁਰਾਣੇ ਸਾਥੀ ਉਹਨਾਂ ਦੇ ਨਾਲ ਰਹਿ ਕੇ ਨਾ, ਮੇਰਾ ਤਾਂ ਸੰਬੰਧ ਇਦਾਂ ਦਾ ਹੈਗਾ, ਉਹ ਕਹਿ ਰਹੇ ਆ। ਮੈਨੂੰ ਲੱਗਦਾ ਕਿ ਧਰਮਵੀਰ ਗਾਂਧੀ ਹੋਣੀ ਅਜੇ, ਮੈਨੂੰ ਉਹ ਲੱਗਦਾ ਕਿ ਉਹ ਬਹੁਤ ਜ਼ਿਆਦਾ ਪੰਜਾਬ ਦੇ ਨਾਲ ਇਨਗ੍ਰੇਨਡ ਹੈਗੇ ਆ, ਉਹ ਪੋਲੀਟੀਕਲ ਘੱਟ ਹੈਗੇ ਆ, ਪੰਜਾਬੀ ਦੇ ਨਾਲ ਉਹਦਾ ਜੁੜਾਓ ਹੈ ਜਾਂ ਉਹ ਚਾਹੁੰਦੇ ਆ। ਜਿੱਦਾਂ ਪਾਣੀਆਂ ਦੇ ਮੁੱਦੇ ਦੀ ਗੱਲ ਕੀਤੀ ਉਹਨਾਂ ਨੇ, ਉਹ ਕੀਤੀ। ਪਰ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਦਾ ਸਟਾਈਲ ਆ ਉਹ ਰਾਜਨੀਤੀ ਨੂੰ ਰਸ ਨਹੀਂ ਹੈ ਉਹਦੇ ਵਿੱਚੋਂ। ਤੇ ਪਰ ਡਾਕਟਰ ਸਾਹਿਬ ਸਮਾਂ ਥੋੜਾ ਰਹੀ ਜਾਂਦਾ, ਮੈਂ ਜ਼ਰੂਰ ਪੁੱਛਣਾ, ਕਾਂਗਰਸ ਪਾਰਟੀ ਤੁਸੀਂ ਕਿਹਾ ਕਿ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਬੰਦੇ ਛੱਡ ਗਏ, ਮੈਨੂੰ ਚੇਤਾ ਆਉਂਦਾ ਸੀ ਆਮ ਆਦਮੀ ਪਾਰਟੀ ਨੇ ਕਈਆਂ ਪਾਰਟੀਆਂ ਦੇ ਬੰਦੇ ਲਏ, ਉਹ ਫਿਰ ਵੀ ਜਿੱਤ ਗਈ। ਕਾਂਗਰਸ ਪਾਰਟੀ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹ ਵੀ ਚਲੇ ਗਏ। ਪ੍ਰਧਾਨ ਲੰਬਾ ਸਮਾਂ ਜਾਖੜ ਸਾਹਿਬ ਰਹੇ, ਉਹ ਵੀ ਚਲੇ ਗਏ। 5-7 ਸਾਬਕਾ ਮੰਤਰੀ ਚਲੇ ਗਏ। ਬਹੁਤ ਸਾਰੇ ਲੋਕ ਇਲੈਕਸ਼ਨ ਤੋਂ ਬਾਅਦ ਵਿਦੇਸ਼ੋਂ ਹੀ ਨਹੀਂ ਮੁੜੇ। ਜਾਣੀ
ਕਾਂਗਰਸ ਪਾਰਟੀ ਦੀ ਹਾਲਤ ਕਿੱਦਾਂ ਦੇਖਦੇ ਹੋ? ਹਾਲਾਂਕਿ ਚਲੋ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਕੇ, ਵੜਿੰਗ ਸਾਹਿਬ ਨੌਜਵਾਨ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ, ਹਾਲਾਤ ਬਹੁਤੇ ਸਾਜ਼ਗਾਰ ਤਾਂ ਨਹੀਂ ਲੱਗਦੇ? ਕਾਂਗਰਸ ਦੇ ਵਿੱਚ ਕਾਂਗਰਸ ਨੈਸ਼ਨਲ ਪਾਰਟੀ ਆ, ਇਹ ਡਿਸਕਨੈਕਟ ਆ, ਜਿਹੜੀ ਇਹਦੀ ਸੈਂਟਰਲ ਲੀਡਰਸ਼ਿਪ ਬਹੁਤ ਵੀਕ ਆ। ਉੱਥੇ ਫ੍ਰੀ ਫਾਰ ਆਲ ਹੈ, ਲੌਬੀਜ਼ ਵਾਲਾ ਕੰਮ ਹੈ। ਮੈਂ ਤੁਹਾਨੂੰ ਇੰਸਟੈਂਸ ਦਿੰਦਾ ਕਿ ਜਦੋਂ ਅਮਰਿੰਦਰ ਸਿੰਘ ਨੂੰ ਲਾਤਾ ਸੀਗਾ, ਇੱਕ ਇਹਨਾਂ ਦਾ ਇੰਟਰਨਲ ਰੈਫਰੈਂਡਮ ਹੋਇਆ ਸੀ ਵੀ ਕਿਹਨੂੰ ਅਸੀਂ ਬਣਾਉਣਾ ਵਾ ਜੀ। ਮੈਜੋਰਟੀ ਜਿਹੜੇ ਹੈਗੇ ਸੀ ਦੇ ਕੇਮ ਅਪ ਵਿਦ ਜਿਹੜੇ ਆਪਣੇ ਜਾਖੜ ਸਾਹਿਬ ਸੀ, ਸੁਨੀਲ ਜਾਖੜ ਸਾਹਿਬ ਸੀਗੇ, ਤੇ ਉਹ ਬਾਅਦ ਦੇ ਵਿੱਚ ਐਕਸਪੈਰੀਮੈਂਟ ਕੀਤਾ। ਤੁਸੀਂ ਇੱਕ ਇਹ ਜਦੋਂ ਆਪਣੇ ਚੰਨੀ ਸਾਹਿਬ ਦੇ ਬਣ ਤੋਂ ਬਾਅਦ ਮੈਂ ਪੰਜਾਬੀ ਜੀਤ ਦੇ ਵਿੱਚ ਆਰਟੀਕਲ ਲਿਖਿਆ ਸੀਗਾ ਕਿ ਇਹਨੇ ਇਹਨਾਂ ਦੀ ਬੇੜੀ ਨਹੀਂ ਪਾਰ ਕਰਨੀ, ਪੰਜਾਬ ਦੇ ਲੋਕ ਕਦੀ ਵੀ ਜਾਤ ਪਾਤ ਤੇ ਵੋਟ ਨਹੀਂ ਪਾਉਂਦੇ, ਜੇ ਜਾਤ ਪਾਤ ਤੇ ਵੋਟ ਪਾਉਂਦੇ ਹੁੰਦੇ ਤੇ ਫਿਰ ਇਹ ਸਾਰੇ ਜਿਹੜੇ ਜੱਟ ਜਿਹੜੇ ਹੈਗੇ ਉਹ ਅਕਾਲੀਆਂ ਨੂੰ ਨਹੀਂ ਪਾਉਂਦੇ ਜਾਂ ਸਾਰੇ ਸਿੱਖ ਉਹਨਾਂ ਨੂੰ ਨਹੀਂ ਪਾਉਂਦੇ। ਪੰਜਾਬ 'ਚ ਜਾਤ ਪਾਤ ਉੱਦਾਂ ਨਹੀਂ ਹੈਗੀ, ਜਿਹੜੀ ਹਰਿਆਣੇ ਦੇ ਵਿੱਚ ਹੈਗੀ ਪੰਜਾਬੀ ਪਹਿਲੋਂ ਆ, ਇਹ ਨਹੀਂ ਇਹਦਾ ਨਾ ਪਾਸਾ ਲਾਉਣਾ। 4-5 ਦਿਨ ਸਹੁੰ ਚੁੱਕੀ ਸੀ ਮੈਂ, ਇੱਕ ਲੰਮਾ ਆਰਟੀਕਲ ਉਹਨੂੰ ਪੁਰਾਣੇ ਐਵੀਡੈਂਸਿਸ ਦੱਸੇ ਜੀ ਕਿ ਜੇ ਇਦਾਂ ਹੀ ਹੋਣਾ ਹੁੰਦਾ ਤਾਂ ਬੀਐਸਪੀ ਇੱਥੇ ਕਾਮਯਾਬ ਹੁੰਦੀ, ਯੂਪੀ 'ਚ ਕਿਉਂ ਹੋਈ ਜਿੱਥੇ 17% ਐਸੀ ਹੈਗੇ ਆ ਜੀ। ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਇਹ ਉਹ ਜਿਹੜੇ ਇਹਨਾਂ ਦੇ ਉੱਤੇ ਵੈਸਟਰਨ ਇੰਟਰਸਟ ਸੀ, ਇਹਨਾਂ ਐਕਸਪੈਰੀਮੈਂਟ ਕੀਤਾ, ਕਿਉਂਕਿ ਐਕਸਪੈਰੀਮੈਂਟ ਗਰਾਊਂਡ ਨਾਲੋਂ ਡਿਸਕਨੈਕਟ ਸੀਗਾ ਕਿ ਇੱਕ ਤੁਸੀਂ ਦਲਿਤ ਨੂੰ ਸਾਹਮਣੇ ਰੱਖ ਕੇ ਜਾਂ ਇੱਕ ਜੱਟ ਨੂੰ ਸਾਹਮਣੇ ਰੱਖ ਕੇ ਜਾਂ ਹਿੰਦੂ ਨੂੰ ਸਾਹਮਣੇ ਰੱਖ ਕੇ ਇਹ ਨਹੀਂ ਹੋ ਸਕਦਾ। ਅਸੀਂ ਚਾਹੁੰਦੇ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਸਾਨੂੰ ਵਿਜ਼ੀਬਲ ਹੋਵੇ। ਇਹ ਗੱਲ ਫੈਕਟ ਨਿਕਲੀ ਬਾਟ ਸਾਹਿਬ, ਪੰਜਾਬ ਦੇ ਵਿੱਚ ਬੀਜੇਪੀ ਦਾ ਮਤਲਬ ਸਾਰਾ ਜ਼ੋਰ ਲਾਉਣ ਦੇ ਵਿੱਚ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਹੋਈਆਂ 22 ਦੇ ਵਿੱਚ ਪੰਜਾਬ ਦੀ ਮੈਜੋਰਟੀ ਹਿੰਦੂਆਂ ਨੇ ਵੋਟ ਨਾ ਆਪ ਨੂੰ ਪਾਈ ਆ, ਨਾ ਬੀਜੇਪੀ ਨੂੰ ਪਾਈ ਆ, ਨਾ ਕਾਂਗਰਸ ਨੂੰ ਪਾਈ ਆ। ਇਸ ਡਾਟਾ ਅੱਛਾ ਜੀ, ਲਾਰਜੈਸਟ ਜਿਹੜੀ ਹੈਗੀ ਹੈ ਨੰਬਰ ਆਫ ਦਾ ਹਿੰਦੂ ਵੋਟਰਸ ਦੇ ਵੋਟਡ ਫॉर द ਕਾਂਗਰਸ ਪਾਰਟੀ। ਹੁਣ ਇਹ ਵੱਖਰੀ ਕਿਸਮ ਦਾ ਸਿੰਬਲ ਹੈਗਾ, ਤਾਂ ਜੇ ਉਹ ਐਕਸਪੈਰੀਮੈਂਟ ਕੀਤਾ ਹੋ ਜਾਂਦਾ ਐਡਵਾਂਟੇਜ ਹੋਰ ਵੱਧ ਜਾਂਦਾ। ਚਲੋ ਇਹਦੇ ਵਨ ਪਰ ਦੂਸਰੀ ਗੱਲ ਹੈਗੀ ਕਾਂਗਰਸ ਦਾ ਉਤਲਾ ਢਾਂਚਾ ਵੀਕ ਆ, ਕਾਂਗਰਸ ਦਾ ਥੱਲਾ ਢਾਂਚਾ ਵੀਕ ਹੈਗਾ। ਈਵਨ ਇਹਦੇ ਮਾਮਲੇ ਦੇ ਵਿੱਚ ਵੀ ਜਿਹੜੇ ਲੋਕ ਜਿੱਤੇ ਆ, ਹੁਣ ਇਹਨਾਂ ਦੇ 20 ਬੰਦੇ ਜਿੱਤੇ ਆ, ਇਹ 20 ਬੰਦੇ ਉਹ ਜਿੱਤੇ ਆ ਕਿ ਜਾਂ ਤਾਂ ਉਹ ਬੰਦੇ ਬਹੁਤ ਪਾਪੂਲਰ ਸੀ, 3-4 ਬੰਦੇ ਹੈਗੇ ਵੀ ਉਹਨਾਂ ਨੇ ਜਿੱਤ ਜਾਣਾ, ਜਿੱਤੇ ਬੜੀ ਮੁਸ਼ਕਲ ਦੇ ਨਾਲ, ਜਾਂ ਜਿਹੜੇ ਆਪ ਵਾਲੇ ਬੰਦੇ ਸੀਗੇ ਉਹ ਇੰਨੇ ਜ਼ਿਆਦਾ ਉੱਥੇ ਉਹਨਾਂ ਦਾ ਉਹ ਨਹੀਂ ਸੀਗਾ ਕਿ ਜਿਹਨਾਂ ਲੋਕਾਂ ਸੋਚਿਆ ਵੀ ਨਹੀਂ ਯਾਰ ਇਹ ਬੰਦੇ ਠੀਕ ਠਾਕ ਆ, ਇਹਨਾਂ ਨੂੰ ਤੁਸੀਂ ਜਿਤਾ ਦਿਓ ਇਸ ਪਾਸ ਕਰਕੇ। ਤਾਂ ਕਾਂਗਰਸ ਨੇ ਜੇ ਰਿਵਾਈਵ ਕਰਨਾ, ਹੁਣ ਸਮੱਸਿਆ ਕਾਂਗਰਸ ਦੀ ਹੈ ਵੀ ਕਾਂਗਰਸ ਦੀ ਸਪੇਸ ਸਾਰੀ ਆਮ ਆਦਮੀ ਪਾਰਟੀ ਲੈ ਰਹੀ ਆ, ਜਿੱਥੇ ਜਿੱਥੇ ਕਾਂਗਰਸ ਹੈਗੀ ਸੀ ਉੱਥੇ ਆਪ ਆ ਰਹੀ ਆ। ਐਟ ਪ੍ਰੈਜ਼ੈਂਟ ਉਹ ਆਪ ਜਿਹੜੀ ਹੈਗੀ ਆ ਉਹ ਬੀਜੇਪੀ ਨੂੰ ਜਿਹੜਾ ਹੈਗਾ ਬੈਨੀਫਿਟ ਦੇ ਰਹੀ ਆ। ਉੱਤਰਾਖੰਡ 'ਚ ਇੱਦਾਂ ਹੋ ਰਿਹਾ, ਆਪਣੇ ਜਿਹੜਾ ਹੈਗਾ ਸੀ ਥੱਲੇ ਗੋਆ ਵਾਲਾ ਇੱਦਾਂ ਹੋਇਆ, ਮਨੀਪੁਰ 'ਚ ਇੱਦਾਂ ਹੋਇਆ, ਸਾਰੇ ਪਾਸੇ ਇੱਦਾਂ ਹੋਇਆ। ਅਤੇ ਮੈਨੂੰ ਨਹੀਂ ਲੱਗਦਾ ਵੀ ਕਾਂਗਰਸ ਜਿਹੜੀ ਹੈਗੀ ਆ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜੀ ਅਜੇ ਆ ਜੂਗੀ। ਜੇ ਉੱਤੋਂ ਕਮਜ਼ੋਰ ਹੁੰਦੀ ਆ ਇਹ ਇੱਥੋਂ ਹੁੰਦੀ ਆ। ਲੋਕ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਵੀ ਧੜਿਆਂ ਦੀ ਰਾਜਨੀਤੀ ਆ ਜਾਂ ਐਲੀਜੈਂਸ ਦੀ ਰਾਜਨੀਤੀ ਆ, ਵਿਚਾਰਧਾਰਾ ਤਾਂ ਪਹਿਲਾਂ ਹੀ ਖਤਮ ਹੋ ਚੁੱਕੀ ਸੀ। ਪਿੰਡਾਂ 'ਚ ਆਪਾਂ ਧੜੇ ਦੇਖਦੇ ਹਾਂ, 2 ਭਰਾ ਹੁੰਦੇ ਆ, ਉਹ ਜੇ ਇੱਕ ਪਾਰਟੀ ਨਾਲ ਚੱਲ ਜਾਂਦਾ ਦੂਸਰਾ, ਤੇ ਦੂਸਰਾ ਉਸ ਵੇਲੇ ਦੂਸਰੇ ਪਾਸੇ ਚੱਲ ਜਾਂਦਾ, ਉਹ ਕਹਿੰਦਾ ਮੈਂ ਉਸ ਧੜੇ ਦਾ, ਮੈਂ ਉਸ ਧੜੇ ਦਾ ਵਾਂ। ਇਹੀ ਹਾਲ ਹੈਗਾ ਕਿ ਇਸੇ ਕਰਕੇ ਲੋਕ ਇਸ ਪਾਸੇ ਵੱਲ ਚਲੇ ਗਏ, ਆਪਣੇ ਜਿਹੜਾ ਸੀ ਆਮ ਆਦਮੀ ਪਾਰਟੀ ਵਾਲੇ ਪਾਸੇ ਚਲੇ ਗਏ। ਤਾਂ ਕਾਂਗਰਸ ਜਿੰਨਾ ਚਿਰ ਧਿਰ ਨਹੀਂ ਹੈਗੀ, ਧਿਰ ਕਿੱਦਾਂ ਖੜੀ ਹੋਣੀ ਜੇ ਤੁਸੀਂ ਗਰਾਊਂਡ ਤੋਂ ਬੰਦੇ ਲੈ ਕੇ ਆਉਂਦੇ ਜਾਓ। ਤੁਸੀਂ ਪਿੰਡਾਂ ਤੋਂ ਸ਼ੁਰੂ ਕਰੋ, ਤੁਸੀਂ ਬਲਾਕ ਦੇ ਵਿੱਚ ਸ਼ੁਰੂ ਕਰੋ, ਪਰ ਇਹ ਨਾ ਕਰੋ ਕਿ ਪਿੰਡਾਂ ਦੇ ਵਿੱਚ ਜਾਂ ਬਲਾਕ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਜਿਹੜੇ ਬੰਦੇ ਤੁਸੀਂ ਨੋਮੀਨੇਟ ਕਰਦੇ, ਕਿਉਂ ਨਹੀਂ ਤੁਸੀਂ ਇਲੈਕਸ਼ਨਸ ਕਰਾਉਂਦੇ, ਕਿਉਂ ਨਹੀਂ ਤੁਸੀਂ ਅਗਲੇ ਪਾਰਟੀ ਢਾਂਚਾ ਜਿਸ ਦਾ ਵੀ ਕਮਜ਼ੋਰ ਹੋਊਗਾ ਉਹ ਬਹੁਤਾ ਲੰਮਾ ਸਮਾਂ ਚੱਲਣਾ ਨਹੀਂ, ਉੱਥੇ ਫਲਕਚੁਏਟ ਹੋਣਗੇ, ਆਯਾਰਾਮ ਤੇ 11 ਵਾਲਾ ਪਾਸਾ ਰਹਿ ਜਾਊਗਾ, ਜਾਂ ਲੋਕੀ ਜਿਹੜੇ ਹੈਗੇ ਐਕਸਪੈਰੀਮੈਂਟ ਕਰਦੇ ਰਹਿਣਗੇ, ਪਰ ਉਹਨਾਂ ਐਕਸਪੈਰੀਮੈਂਟਾਂ ਦੇ ਵਿੱਚ ਲੋਕਾਂ ਦਾ ਫਿਰ ਬਹੁਤਾ ਭਲਾ ਹੋਣ ਵਾਲੀ ਗੱਲ ਨਹੀਂ ਰਹਿ ਜਾਂਦੀ। ਆਖਰੀ ਸਵਾਲ ਹੈ ਜੀ, ਆਮ ਆਦਮੀ ਪਾਰਟੀ ਜਦੋਂ ਪਿਛਲੀ ਵਾਰ 2017 'ਚ ਹਾਰੀ ਆ, ਕੇਜਰੀਵਾਲ ਸਾਹਿਬ ਹਫ਼ਤੇ 3 ਦਿਨ ਗੇੜਾ ਮਾਰਦੇ ਹੁੰਦੇ ਸੀ ਪ੍ਰਚਾਰ ਜਦੋਂ ਕਰਦੇ ਸੀ। ਜਦੋਂ ਇਲੈਕਸ਼ਨ ਦੇ ਨਤੀਜੇ ਆਏ ਪਾਰਟੀ ਕੋ ਸੀਟਾਂ 20 ਰਹਿ ਗਈਆਂ, ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਈ ਹਫ਼ਤੇ ਮਹੀਨੇ ਬੜੇ ਨਹੀਂ, ਮੁੜ ਕੇ ਉਸ ਢੰਗ ਦੇ ਨਾਲ ਜਿਹੜੀ ਚਰਚਾ ਹੋਈ ਨਹੀਂ, ਢਾਂਚਾ ਨਾ ਲੰਬਾ ਸਮਾਂ ਬਣਿਆ ਪਾਰਟੀ ਦਾ, ਫਿਰ 10 MLA ਛੱਡ ਕੇ ਚਲੇ ਗਏ। ਐਤਕੀ ਵੀ ਚਲੋ ਸਰਕਾਰ ਬਣ ਗਈ, ਸਾਰਾ ਕੁਝ ਹੋ ਗਿਆ, ਪਹਿਲਾਂ ਭਗਵੰਤ ਮਾਨ ਸਾਹਿਬ ਸਰਗਰਮ ਨਹੀਂ ਸੀ ਹੁੰਦੇ, ਚਲੋ ਮੁੱਖ ਮੰਤਰੀ ਬਣ ਗਏ, ਸ਼ੁਭ ਸ਼ਾਮਾ ਕੰਮ ਕਰਨ ਭਾਈ। ਪਰ ਹੁਣ ਵੀ ਕਈ ਵਾਰੀ ਇੱਦਾਂ ਦੇਖਣ ਦੇ ਵਿੱਚ ਆਉਂਦਾ, ਮੈਂ ਪਾਰਟੀ ਦੇ ਸਟਰਕਚਰ ਦੀ ਗੱਲ ਕਰਦਾ ਕਿਉਂਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਗੱਲ ਕੀਤੀ। ਆਖਰੀ ਸਵਾਲ ਆਮ ਆਦਮੀ ਪਾਰਟੀ ਤੇ ਹੈ। ਕਈ ਵਾਰੀ ਟਵੀਟ ਦਿੱਲੀੋਂ ਪਹਿਲਾਂ ਆ ਜਾਂਦਾ, ਉਹ ਇੱਧਰਲੇ ਪਾਸੇ ਵੀ ਆਣ ਕੇ ਕਈ ਵਾਰੀ ਬੰਦੇ ਜਿਹੜੇ ਪੰਜਾਬ ਦੇ ਵਿੱਚ ਕੰਮ ਹੋਇਆ ਹੁੰਦਾ ਉੱਧਰਲੇ ਪਾਸਿਓਂ ਉਹ ਮੋਹਰ ਲਵਾਉਣ ਵਾਲੀ ਜਿਹੜੀ ਤੁਸੀਂ ਪਹਿਲਾਂ ਵੈਸੇ ਜ਼ਿਕਰ ਇਹਦਾ ਕਰ ਦਿੱਤਾ, ਉਹ ਮੋਹਰ ਲਵਾਉਣ ਵਾਲਾ ਜਿਹੜਾ ਤਰੀਕਾ ਆ ਉਹ ਕਿੰਨਾ ਕੁ ਨੁਕਸਾਨਦਾਇਕ ਹੋਏਗਾ ਆਮ ਆਦਮੀ ਪਾਰਟੀ ਦਾ, ਪਾਰਟੀ ਦੇ ਪੱਖ ਤੋਂ ਭਵਿੱਖ ਕਿੱਦਾਂ ਦਾ ਲੱਗਦਾ? ਮੈਨੂੰ ਲੱਗਦਾ ਭਗਵੰਤ ਮਾਨ ਨੂੰ ਟਾਊਨਸ ਹੋਣਾ ਪਊਗਾ। ਮੈਂ ਪਹਿਲੇ ਵੀ ਕਹਿ ਦਿੱਤਾ TV ਸੁਧ ਗਿਆ, ਬਿਨਾਂ ਆਟੋਨਮੀ ਤੋਂ ਕੋਈ ਗੱਲ ਨਹੀਂ ਬਣੂਗੀ। ਠੀਕ ਹੈ, ਵੱਖਰੇ ਹੋਣਾ ਪੈਣਾ। ਦਿੱਲੀ ਠੀਕ ਆ ਤੁਹਾਡੀ ਪਾਰਟੀ ਹੈਗੀ ਆ, ਪਰ ਜਿਹੜਾ ਆਹ ਇਮੇਜ ਹੈਗਾ ਟਵੀਟ ਆ ਗਿਆ, ਉੱਥੋਂ ਬੰਦੇ ਆ ਗਏ, ਲਿਫਾਫੇ 'ਚ ਆ ਗਿਆ, ਇਹਨੇ ਪਹਿਲੀਆਂ ਪਾਰਟੀਆਂ ਨੂੰ ਮਾਰਿਆ ਹੈ ਜੀ।
ਇਹ ਤੁਸੀਂ ਮੰਨੀ ਜਾਓ, ਕਿੰਨਾ ਚਿਰ ਮੰਨੀ ਜਾਓਗੇ? ਵੋਟਾਂ ਵੇਖੋ, ਕੁੰਭ ਦਾ ਮੇਲਾ ਹੈ ਨਹੀਂ, ਹਰ 5 ਸਾਲਾਂ 'ਚ 3 ਵਾਰੀ ਵੋਟਾਂ ਆਉਂਦੀਆਂ ਜੀ। ਹੁਣ ਮੇਰੇ ਖਿਆਲ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਆਉਣੀਆਂ, ਪਿੰਡਾਂ ਦੀਆਂ ਪੰਚਾਇਤਾਂ ਦੀਆਂ ਆਉਣੀਆਂ, ਫਿਰ 24 ਦੇ ਵਿੱਚ ਦੂਸਰੀਆਂ ਆ ਜਾਣੀਆਂ, 27 ਨੂੰ ਇਹ ਆ ਰਹੀਆਂ। ਇੱਕ ਜਿਹੜੀ ਉਹ ਗੱਲ ਆਪਣੀ ਪਹਿਲੋਂ ਰਹਿ ਗਈ ਕਿ ਇੰਡੀਆ ਦੀ ਜਿਹੜੀ ਡਿਵਰਸਿਟੀ ਹੈਗੀ ਆ, ਉਹਦੇ ਵਿੱਚ ਰੀਜਨਲ ਪਾਰਟੀ ਦਾ ਤਕੜਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣੇ ਕਲਚਰ ਤੇ ਬੋਲੀ ਨੂੰ ਬਚਾਉਣਾ ਹੈ। ਠੀਕ ਹੈ। ਔਰ ਇਸ ਵੇਲੇ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਪੰਜਾਬ ਦਾ ਵੱਡਾ ਚੈਲੰਜ ਹੈ ਉਹ ਇਨਵੋਲੰਟਰੀ ਮਾਈਗ੍ਰੇਸ਼ਨ ਆ। ਸਾਡੀ ਪਾਪੂਲੇਸ਼ਨ ਦਾ ਡਿਕਾਡਲ ਗਰੋਥ ਥੱਲੇ ਆ ਗਿਆ, 1.56 ਹੋਣਾ ਟੈਂਟੇਟਿਵ। ਸਾਡੀ ਆਊਟਵਰਡ ਮਾਈਗ੍ਰੇਸ਼ਨ ਬਹੁਤ ਹੋ ਰਹੀ ਆ। ਨਵੀਂ ਸੈਂਸਸ ਆਊਗੀ, ਆਪਾਂ ਸਾਰੇ ਉਹਦੇ ਉੱਤੇ ਮੁੜ ਕੇ ਬਹਿਸ ਕਰਨੀ ਸ਼ੁਰੂ ਹੋ ਗਏ ਵੀ ਪੰਜਾਬ ਦਾ ਬਣਨਾ ਕੀ ਆ ਜੀ। ਸੋਚਦੇ ਅਸੀਂ ਹੈਗੇ ਉਸ ਤਰੀਕੇ ਨਾਲ। ਜੇ ਸਾਡੀ ਰੀਜਨਲ ਪਾਰਟੀ ਹੋਊਗੀ, ਰੀਜਨਲ ਪਾਰਟੀ ਅਕਾਲੀ ਦਲ ਦਾ ਸਰਵਾਈਵਲ, ਅਕਾਲੀ ਦਲ ਦੀ ਸਟਰੈਂਥ ਹੋਣਾ ਚਾਹੀਦੀ ਜਿੰਨਾ ਚਿਰ ਰੀਜਨਲ ਪਾਰਟੀ ਬਣ ਕੇ ਰਹੀ ਆ। ਠੀਕ ਹੈ। ਜਦੋਂ ਇਹਨੇ ਉੱਤੇ ਆੜੀ ਲਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਉੱਤੇ ਤਾਂ ਵੱਡੇ ਮਗਰਮੱਛ ਜਿਹੜੀਆਂ ਵਧੀਆਂ ਪਾਰਟੀਆਂ ਹੈਗੀਆਂ, ਉਹ ਤਾਂ ਤੁਹਾਨੂੰ ਉਹਦੇ ਵਿੱਚ ਅਪਰੋਪਰੀਏਟ ਕਰਦੀਆਂ ਹੈ। ਤੇ ਮੈਨੂੰ ਵੀ ਇਹ ਲੱਗਦਾ ਕਿ ਇਹ ਇਮੇਜ ਨੂੰ ਖਤਮ ਕਰਨਾ ਚਾਹੀਦਾ। ਸ਼ਾਇਦ ਇਹ ਸੁਣਨ 'ਚ ਆਇਆ ਵਾ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਨਹੀਂ ਤੇ ਹਰ ਮੀਟਿੰਗ ਦੇ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਨਾਲ ਲੈ ਜਾਂਦੇ ਸੀਗੇ, ਤੇ ਹੁਣ ਪਿਛਲੀਆਂ 2-3-4 ਮੀਟਿੰਗਾਂ ਦੇ ਵਿੱਚ ਆਪੇ ਜਾਣਾ ਪੈ ਗਿਆ। ਠੀਕ ਹੈ। ਪੰਜਾਬ ਦੇ ਲੋਕ ਕਹਿੰਦੇ ਆ ਕਿ ਅਸੀਂ ਭਗਵੰਤ ਮਾਨ ਨੂੰ ਚੁਣਿਆ, ਉਹ ਇਹ ਆਨਸਰੇਬਲ ਆ ਪੰਜਾਬ ਦੇ ਲੋਕਾਂ ਨੂੰ, ਹੋਰ ਉੱਤੇ ਵਾਲਾ ਕੋਈ ਨਹੀਂ ਹੈ। ਇਸ ਕਰਕੇ ਇਹ ਭਲਾ ਹੈ। ਠੀਕ ਆ, ਪਾਰਟੀ ਆਪਣੇ ਪਾਰਟੀ ਦੇ ਪ੍ਰਤੀ ਚੱਲੋ, ਜਿਹੜਾ ਰੂਲਸ ਹੈਗੇ, ਜੋ ਪਾਰਟੀ ਦੇ ਰੂਲਸ ਹੁੰਦੇ ਉਹਨਾਂ ਨੂੰ ਰੱਖੋ, ਪਰ ਪੰਜਾਬ ਦੇ ਵਿੱਚ ਇੰਨੇ ਕੁ ਵਿਜ਼ਡਮ ਵਾਲੇ ਲੋਕ ਹੈਗੇ ਆ ਜਿਹੜੇ ਇਹਨਾਂ ਨੂੰ ਗਾਈਡ ਕਰ ਸਕਦੇ ਆ। ਹੁਣ ਐਜੂਕੇਸ਼ਨ ਦਾ ਮੈਂ ਕੀਤਾ, ਉਹਦੇ ਵਿੱਚ ਉਹਨਾਂ ਕੰਟੈਕਟ ਪੰਜਾਬ ਦੇ ਪਹਿਲਾਂ ਬਹੁਤ ਅੱਗੇ ਦਿੱਲੀ ਦੇ ਉੱਤੋਂ, ਅਸੀਂ ਉਹਨਾਂ ਤੋਂ ਕੀ ਸਿੱਖਣਾ? ਪਰ ਦਿੱਲੀ ਦੇ ਵਿੱਚ ਮੈਂ ਆਈ ਐਮ ਸੌਰੀ ਟੂ ਸੇ ਕਿ ਦਿੱਲੀ ਦੇ ਵਿੱਚ ਕੀ ਇਤਿਹਾਸ ਉਹਦਾ, ਦਿੱਲੀ ਦਾ ਕੀ ਕਲਚਰ ਵਾ, ਦਿੱਲੀ ਦੀ ਕੀ ਤੁਹਾਡੀ ਹੈਗੀ, ਤੁਸੀਂ ਕੰਟਰੀਬਿਊਟ, ਉੱਥੇ ਤਾਂ ਡਿਫਰੈਂਟ ਏਰੀਆਜ਼ ਤੋਂ ਲੋਕ ਉੱਥੇ ਆਏ ਆ। ਇਹ ਸਟੇਟ ਜਿਹੜੀ ਹੈਗੀ, ਜਿਹਦੀ ਆਪਣੀ ਲੈਗੇਸੀ ਵੀ ਹੈਗੀ ਆ, ਸਾਰਾ ਕੁਝ ਹੈਗਾ ਵਾ, ਜਿਹੜਾ ਮਾਣ ਵੀ ਉਹਦੇ ਉੱਤੇ, ਔਰ ਜਿਹੜਾ ਉੱਥੇ ਕੰਪਰੋਮਾਈਜ਼ ਵੀ ਨਹੀਂ ਕਰਨਾ ਚਾਹੁੰਦਾ। ਜੇ ਤੁਸੀਂ ਉਹਦੇ ਨਾਲ ਹੌਬਲੋਬੀ ਕਰੋਗੇ ਜਾਂ ਲੋਕਾਂ ਨੂੰ ਇਹ ਇੰਪ੍ਰੈਸ਼ਨ ਦਿਓਗੇ, ਮੈਂ ਤਾਂ ਕਹਿਣ ਡਿਆ ਵੀ 250 ਵੋਟ ਚਾਹੀਦੀ ਜਿੱਤਣ ਵਾਸਤੇ, ਸੰਗਰੂਰ 2900। ਤੋਂ ਜਿਹੜਾ ਇਹ ਕੇਜਰੀਵਾਲ ਵਿੱਚ ਬੈਠਾ ਹੈ ਗੱਡੀ ਦੇ, ਤੇ ਇਹ ਨਾਲ ਚੰਬੜਿਆ ਸੀ ਨਾ, ਉਹ 5-7 ਹਜ਼ਾਰ ਵੋਟ ਤੋਂ ਉਹਨੇ ਖਰਾਬ ਕਰਤੀ। ਜਿਹੜਾ ਰੋਡ ਸ਼ੋਅ ਕੀਤਾ ਸੀ ਨਾ, ਇਹ ਬਾਹਰਲੇ ਪਾਸੇ ਚੰਬੜਿਆ ਸੀ, ਉਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਯਾਰ ਇਹ ਠੀਕ ਨਹੀਂ ਕਰਨ ਡਿਆ, ਵੀ ਇਹ ਕੌਣ ਹੁੰਦਾ, ਇੱਥੇ ਸਿਪਾਹੀ ਨੇ ਚੰਬੜਨਾ ਹੈਗਾ ਤੇ ਸਾਡਾ ਮੁੱਖ ਮੰਤਰੀ ਨਾਲ ਚੰਬੜਿਆ। ਉਹਦੇ ਵਿੱਚੋਂ ਸਿੰਬਲਸ ਤੇ ਪਰਸੈਪਸ਼ਨ ਦਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ। ਠੀਕ ਹੈ ਜੀ। ਚੰਗਾ ਹੈ ਨਹੀਂ ਹੈ, ਪਰ ਲੋਕਾਂ ਨੂੰ ਲੱਗੇ ਉਹ ਚੰਗਾ ਹੈਗਾ, ਮਾੜਾ ਹੈ ਨਹੀਂ ਮਾੜਾ। ਤਾਂ ਮੇਰੇ ਖਿਆਲ ਪਰਸੈਪਸ਼ਨ ਬਹੁਤ ਇੰਪੋਰਟੈਂਟ ਆ। ਪਰਸੈਪਸ਼ਨਸ ਨੂੰ ਸਮਝਣ ਵਾਸਤੇ, ਸਿੰਬਲ ਦੀ ਇੰਪੋਰਟੈਂਸ ਸਮਝਣ ਵਾਸਤੇ ਪਾਰਟੀ ਦੀ ਬਹੁਤ ਲੋੜ ਆ। ਉਹਨਾਂ ਕੋਲ ਫੀਡਬੈਕ ਲਾਓ ਜੀ। ਫੀਡਬੈਕ ਪ੍ਰੋਸੈਸ ਹੋਣਾ ਬਹੁਤ ਜ਼ਰੂਰੀ ਆ। ਕ੍ਰਿਟਿਸਿਜ਼ਮ ਨੂੰ ਸੁਣਨਾ, ਸਿਫਤਾਂ ਨਾ ਸੁਣੋ, ਕ੍ਰਿਟਿਸਿਜ਼ਮ ਸੁਣੋ ਕਿ ਮੇਰੇ 'ਚ ਨੁਕਸ ਕੱਢ ਕੇ ਦੱਸ, ਮੇਰੀ ਉਹ ਕੰਮ ਨਾ ਕਰ, ਤੇ ਫਿਰ ਇਹ ਮੇਰੇ ਖਿਆਲ ਇਹਨਾਂ ਦਾ ਐਕਸਪੈਰੀਮੈਂਟ ਠੀਕ ਠਾਕ ਰਹਿ ਸਕਦਾ। ਡਾਕਟਰ ਸਾਹਿਬ, ਤੁਸੀਂ ਜੁੜੇ ਸਵਾਲ ਹੋਰ ਬਹੁਤ ਸਾਰੇ ਸੀ, ਕਦੇ ਢੋ ਮੇਲਾ ਬਣਿਆ ਜੇ ਕਿਤੇ ਤਾਂ ਜ਼ਰੂਰ ਅੱਗੇ ਗੱਲਾਂ ਬਾਤਾਂ ਤੋਰਾਂਗੇ, ਕਿਉਂਕਿ ਪੰਜਾਬ ਦੇ ਲੋਕਾਂ ਦੇ ਪੱਖ ਤੋਂ ਮੈਂ ਕੋਈ ਸਵਾਲ ਕਰਨੇ, ਪਰ ਸਮਾਂ ਹੁਣ ਹੋਰ ਅੱਗੇ ਜਾਣ ਦੇ ਲਈ ਨਾ ਅੱਗੇ ਆਪਾਂ ਨੂੰ ਦਿੰਦਾ ਨਹੀਂ। ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਥੈਂਕ ਯੂ। ਸ਼ੁਕਰੀਆ ਜੀ, ਮਿਹਰਬਾਨੀ। ਸੋ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਦੇ ਨਾਲ ਅੱਜ ਗੱਲਾਂ ਬਾਤਾਂ ਹੋਈਆਂ, ਬਹੁਤ ਸਾਰੇ ਸਵਾਲ ਰਹਿ ਗਏ, ਤੱਤੀਆਂ ਵੀ ਲੱਗੀਆਂ ਹੋਣਗੀਆਂ ਉਹਨਾਂ ਦੀਆਂ ਗੱਲਾਂ, ਕੌੜੀਆਂ ਵੀ ਲੱਗੀਆਂ ਹੋਣਗੀਆਂ, ਪਰ ਸਿਆਣੇ ਪੜ੍ਹੇ ਲਿਖੇ ਵਿਦਵਾਨ ਸੱਜਣ ਨੇ, ਲੰਬਾ ਸਮਾਂ ਉਹਨਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਨੂੰ ਪੜ੍ਹਾਇਆ। ਸੋ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਹੁੰਦੀਆਂ। ਬਾਕੀ ਕੋਈ ਗੱਲ ਨਹੀਂ, ਤੁਹਾਡਾ ਕੋਈ ਸਵਾਲ ਹੋਇਆ, ਕੋਈ ਟਿੱਪਣੀ ਹੋਈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ। ਰਾਜਨੀਤੀ ਦੇ ਵਿੱਚ ਸਾਰੀਆਂ ਧਿਰਾਂ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਜਿੰਨੀਆਂ ਵੀ ਹੋਰ ਧਿਰਾਂ ਨੇ, ਸਾਰੀਆਂ ਵਧੀਆ ਕੰਮ ਕਰਨ, ਕਿਉਂਕਿ ਜੇ ਸੱਤਾਧਾਰੀ ਧਿਰ ਸਾਨੂੰ ਚੱਜ ਦੀ ਚਾਹੀਏ ਤਾਂ ਵਿਰੋਧੀ ਧਿਰ ਉਹਦੇ ਤੋਂ ਵੀ ਚੱਜ ਦੀ ਚਾਹੀਦੀ ਹੈ। ਸਾਡੇ ਪ੍ਰੈਸ਼ਰ ਗਰੁੱਪ ਜਿਹੜੇ ਦਬਾਓ ਸਮੂਹ ਨੇ, ਉਹਦੇ ਤੋਂ ਵੀ ਵਧੀਆ ਚਾਹੀਦੇ ਜੇ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ। ਸੋ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਵੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।